किलका छंद पाप करੈ नित प्रांत कने जन दोखन के तर शुद्ध बने पाप करें नित प्रांत कने नित प्रात कने सवेरे उठदी सारे पाप शुरू हो जाते। प्राता ਹੁੰਦਾ ਸੱਜਰੀ ਸੱਜਰੇ ਤੋਂ ਹੀ ਪਾਪ ਕਰਨੇ ਸ਼ੁਰੂ ਕਰ ਦਿੰਦੇ ਨੇ। ਪਾਪ ਕਰਮ ਦਾ ਮਤਲਬ ਹੈ ਜਿਹੜੀ ਅਸੀਂ ਪਲਾਨਿੰਗ ਬਣਾਉਂਦੇ ਆ ਨਾ ਧਰਮ ਵਾਲੇ ਬੰਦੇ, ਉਹ ਤਾਂ ਪਾਪ ਕਲਪਨਾ ਨੂੰ ਪਾਪ ਕਹਿੰਦੇ ਨੇ, ਪਰ ਧਰਮ ਦੇ ਨਾਂ ਤੇ ਜਿਹੜਾ ਪਾਪ ਹੈ, ਕਰਮ ਜਿਹੜਾ ਕਰਦੇ ਆ ਅਸੀਂ ਧਰਮ ਕਰਮ ਪਖੰਡ, ਉਹ ਪਾਪ ਹੈ। ਉਹ ਪਾਪ ਇਹ ਹੈ ਜੇ ਆਗੂ ਆਦਮੀ ਕਰੂਗਾ ਤਾਂ ਉਹਨੂੰ ਦੇਖ ਕੇ ਦੂਏ ਕਰਨਗੇ। ਆਗੂ ਨੂੰ ਪਤਾ ਵੀ ਇਹ ਕੁਛ ਨਹੀਂ ਹੈ, ਫਿਰ ਵੀ ਕਰਦਾ, ਇਸ ਕਰਕੇ ਕਰਦਾ ਵੀ ਦੂਏ ਕਰ ਦੂਏ ਨੂੰ ਉਹਦੀ ਰੀਸ ਪਾਉਣ ਵਾਸਤੇ ਜਿਹੜੀ ਗਲਤੀ ਕਰਨੀ ਹੈ ਨਾ ਉਲਟੇ ਪਾਸੇ, ਇਹ ਪਾਪ ਹੈ। ਆਪ ਨੂੰ ਪਤਾ ਵੀ ਮਾੜਾ ਫੇਰ ਚ ਕੁਛ ਨਹੀਂ ਲੱਭਦਾ, ਇਸ ਕਰਕੇ ਫੇਰਦਾ ਵੀ ਲੋਕ ਪ੍ਰਭਾਵਿਤ ਹੋਣ ਵੀ ਮਾੜਾ ਫੇਰ ਨਹੀਂ ਠੀਕ ਹੈ, ਮਾੜਾ ਹੀ ਲੋਕਾਂ ਨੂੰ ਫੜਾਈ ਜਾਣੀ ਹੈ। ਉਹ ਦੱਸ ਦੇਣਾ ਵੀ ਇਹ ਨਾਮ ਹੈ ਫਲਾਣਾ, ਕੋਈ ਕਹੀ ਵੀ ਜਾਵੇ ਕਹਿੰਦੇ ਵੀਰੇ ਭਗਤਾਂ ਨੇ ਥੋੜਾ ਕਿਹਾ ਮਾੜਾ ਦੇ ਖਿਲਾਫ, ਫਿਰ ਕਿਹੜਾ ਹਟ ਗਏ ਲੋਕ। ਜਿਹੜੇ ਨਹੀਂ ਹਟੇ ਉਹ ਪਾਪ ਕਰਦੇ ਸਮਝ ਕੇ, ਜਦੋਂ ਨਹੀਂ ਹਟਦਾ ਫਿਰ ਪਾਪ ਹੋ ਜਾਂਦਾ, ਸਮਝ ਕੇ ਦੇ ਬਾਵਜੂਦ ਫਿਰ ਨਹੀਂ ਹਟਦਾ, ਫਿਰ ਪਾਪ ਹੋ ਜਾਂਦਾ। ਬੇਸਮਝੀ ਨਾ ਕਰਦਾ ਪਾਪ ਨਹੀਂ ਹੁੰਦਾ, ਉਹ ਗਿਆਨਤਾ ਹੁੰਦੀ ਹੈ, ਉਹ ਤਾਂ ਉਹਨੂੰ ਇਹ ਨੁਕਸਾਨ। ਜਦੋਂ ਦੂਆਂ ਨੂੰ ਫਿਰ ਮਾੜਾ ਵੰਡਦਾ, ਮਾੜਾ ਦਿੰਦਾ, ਚੇਲੇ ਬਣਾਉਂਦਾ, ਆਪ ਨੂੰ ਪਤਾ ਹੈ, ਉਹ ਫਿਰ ਪਾਪ ਹੈ। ਪਾਪ ਕਰਾਂ ਨਿਤ ਪ੍ਰਾਤ ਕਰੇ, ਨਿਤ ਪ੍ਰਾਤਾ ਕਾਲ ਸਾਜਰੇ ਹੀ ਉੱਠ ਕੇ ਪਾਪ ਸ਼ੁਰੂ ਕਰ ਦਿੰਦੇ। ਉਹ ਜਦ ਜਗ੍ਹਾ ਪਾਪ ਹੁੰਦੇ ਨੇ, ਪਾਪ ਇਹ ਹੈ। ਫਿਰ ਦੇਖੋ ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣਾ ਕਿਹਾ ਸੀ, ਫਿਰ ਵੀ ਜਿਹੜੇ ਪੜ੍ਹਨ ਤੇ ਨਹੀਂ ਹਟਦੇ, ਤੜਕੇ ਉੱਠ ਕੇ ਪਾਠ ਹੀ ਸ਼ੁਰੂ ਕਰ ਦਿੰਦੇ ਗੁਰਦੁਆਰੇ, ਉਹ ਪਾਪ ਕਰਮ ਹੋਣੇ, ਕਿਉਂ ਰਵਿੱਧ ਪੈ ਗਈ ਘਰ ਘਰ ਪ੍ਰਚਾ। ਉਹ ਉੱਥੋਂ ਮਤਲਬ ਸਿੱਖਿਆ ਦੇਣ, ਗੁਰਬਾਣੀ ਦੀ ਵਿਆਖਿਆ ਕਰਨ, ਫਿਰ ਗੱਲ ਠੀਕ ਹੈ। ਕੀ ਕਹਿੰਦੀ ਹੈ ਗੁਰਬਾਣੀ, ਉਹ ਗੱਲ ਕਹਿਣ, ਦੱਸਣ, ਉਹਦਾ ਉਪਦੇਸ਼ ਬਾਣੀ ਦਾ ਕੀ ਹੈ, ਉਹਦੀ ਸਮਝ ਜਿਹੜੀ ਹੈ ਲੋਕਾਂ ਨੂੰ ਇਹ ਦੇਣ, ਇਹ ਪੁੰਨ ਕਰਮ ਹੈ। ਜੇ ਕਹੀ ਜਾਣ ਪਾਠ ਕਰ ਲਓ, ਪਾਠ ਪੜ੍ਹੀ ਜਾਓ, ਪਾਠ ਪੜ੍ਹੀ ਜਾਓ, ਇਹ ਪਾਪ ਕਰਮ ਹੈ। ਕਿ ਲਿਖਿਆ ਹੋਇਆ ਨਾ, ਪੜ੍ਹਿਆ ਨਾ ਹੀ, ਪੜ੍ਹ ਗੱਡੀ ਲੱਦੀ ਹੈ। ਇਹਦੇ ਬਾਵਜੂਦ ਵੀ ਜੇ ਅਸੀਂ ਕਰਦੇ ਹਾਂ ਫਿਰ ਪਾਪ ਹੋ ਜਾਂਦਾ ਹੈ, ਫਿਰ ਪਾਪ ਹੋ ਜਾਂਦਾ, ਉਹਨੂੰ ਨਹੀਂ ਰਹਿੰਦਾ। ਫਿਰ ਜਿਹੜੀ ਗੱਲ ਤੋਂ ਹਟਾਇਆ ਉਸੇ ਮੱਤ ਨੇ ਹਟਾਇਆ, ਸਾਡੀ ਮੱਤ ਨੇ ਸਾਨੂੰ ਜਿਹੜੇ ਕੰਮ ਤੋਂ ਹਟਾਇਆ ਸੀ ਉਹੀ ਕਰਦੇ ਹਾਂ, ਉਸੇ ਮੱਤ 'ਚ, ਉਹ ਫਿਰ ਪਾਪ ਹੈ। ਜਿਹੜੀ ਗਵਰਨਮੈਂਟ ਨੇ ਜਿਹੜਾ ਕਾਨੂੰਨ ਬਣਾਇਆ ਹੈ, ਜੇ ਉਹਦੀ ਉਲੰਘਣਾ ਕਰਦੇ ਹਾਂ, ਜਿਹੜਾ ਕੰਮ ਕਿਹਾ ਵੀ ਇਹ ਗਲਤ ਹੈ, ਗੈਰ ਕਾਨੂੰਨੀ, ਉਹ ਕੰਮ ਕਰਦੇ ਹਾਂ, ਜਿਵੇਂ ਪਾਪ ਹੋ ਜਾਂਦਾ ਨਾ, ਗੈਰ ਕਾਨੂੰਨੀ ਹੋ ਜਾਂਦਾ। ਇਵੇਂ ਹੀ ਧਰਮਾਂ 'ਚ ਜਿਹੜੇ ਨਿਯਮ ਬਣਾਏ ਨੇ ਉਹਨਾਂ ਦੀ ਉਲੰਘਣਾ ਕਰਨਾ ਪਾਪ ਹੈ। ਸਾਨੂੰ ਕਿਹਾ ਪੜ ਗੱਡੀ ਲੱਦੀ ਹੈ, ਫਿਰ ਅਸੀਂ ਉਹੀ ਕੰਮ ਕਰਦੇ ਹਾਂ, ਪਾਪ ਹੈ। ਤਾਂ ਫਿਰ ਇਹ ਪਾਪ ਹੈ। ਗੈਰ ਕਾਨੂੰਨੀ ਕੰਮ ਨੂੰ ਪਾਪ ਕਹਿੰਦੇ ਸੀ ਪਹਿਲਾਂ। ਪਾਪ ਕੀ ਹੈ? ਝੂਠ ਬੋਲਣਾ ਪਾਪ ਹੈ, ਚੋਰੀ ਕਰਨਾ ਪਾਪ ਹੈ। ਹੁਣ ਅਸੀਂ ਗੈਰ ਕਾਨੂੰਨੀ ਕਹਿੰਦੇ, ਪਹਿਲਾਂ ਪਾਪ ਕਹਿੰਦੇ ਹੁੰਦੇ ਸੀ। ਜਿਹੜੇ ਧਰਮ 'ਚ ਜਿਹੜਾ ਕੰਮ ਗੈਰ ਕਾਨੂੰਨੀ ਹੈ, ਉਹ ਧਰਮ ਨਹੀਂ ਚਾਹੁੰਦਾ ਇਹ ਕਰਿਆ ਜਾਵੇ, ਹਟਾਉਂਦਾ ਲੋਕਾਂ ਨੂੰ, ਅਸੀਂ ਉਸ ਧਰਮ ਦੇ ਵਿੱਚ ਉਹੀ ਕੰਮ ਬਾੜ ਦਈਏ, ਉਹ ਪਾਪ ਹੈ। ਉਹ ਸੰਨ ਲਾ ਰਹੇ ਹਾਂ ਉਹ ਧਰਮ ਨੂੰ, ਉਹਦੀ ਜਿਹੜੀ ਦੀਵਾਰ ਹੈ ਉਹਨੂੰ ਸੰਨ ਲਾ ਕੇ ਚੋਰ ਮੋਰੀ ਬਣਾ ਰਹੇ ਹਾਂ ਉਹਦੇ ਵਿੱਚ, ਇਹ ਪਾਪ ਹੈ। ਜਨ ਦੋਖਣ ਕੇ ਤਰ ਸੁੱਧ ਬਣੇ, ਐ ਸਮਝ ਲਓ ਜਨਾਂ ਨੂੰ, ਜਨਤਾ ਨੂੰ, ਜਨਤਾ ਵਾਸਤੇ ਦੁੱਖਾਂ ਦੇ ਬਿਰਛ ਪੈਦਾ ਹੋ ਗਏ। ਕਿਹੜੇ? ਗੁਰਦੁਆਰੇ ਪੈਦਾ ਹੋ ਗਏ ਜਿਹੜੇ, ਇਹ ਬਿਰਛ ਨੇ। ਤਰ ਹੁੰਦਾ ਬਿਰਛ, ਇਹ ਦੁੱਖਾਂ ਦੇ ਫਲ ਮਿਲਦੇ ਨੇ ਉੱਥੋਂ। ਜਿਹੜਾ ਰੋਲ ਮਾਡਲ ਹੈ ਇੱਕ ਆਦਮੀ, ਉਹੀ ਮਾਲਾ ਫੇਰ ਰਿਹਾ, ਉਹ ਗੁਰੂ ਬਣਿਆ ਹੈ, ਇਹ ਬਿਰਛ ਬਣ ਗਿਆ ਦੁੱਖਾਂ ਦੇ ਫਲ ਦੇਣ ਵਾਲਾ। ਦੋਖਨ ਕੇ ਤਰ ਸ਼ੁੱਧ ਬਣੇ, ਸ਼ੁੱਧ ਦੇਖਣ ਨੂੰ ਧਾਰਮਿਕ ਹੈ, ਦੇਖਣ ਨੂੰ ਤਾਂ ਧਾਰਮਿਕ ਹੈ, ਸ਼ੁੱਧ ਹੈ, ਸ਼ੁੱਧ ਬਿਰਛ ਬਣੇ ਹੋਏ ਨੇ। ਦੁੱਖਾਂ ਦੇ ਫਲ ਹੈ, ਦੁੱਖਾਂ ਦੇ ਫਲ
ਹੈ ਕੰਡੇ ਮਿਲਦੇ ਉੱਥੋਂ ਦੁੱਖ ਮਿਲਦੇ ਨੇ। ਉਹ ਸ਼ੁੱਧ ਨੇ, ਦੇਖਣ ਨੂੰ ਸ਼ੁੱਧ ਨੇ, ਦੇਖਣ ਨੂੰ ਮੰਦਰ ਨੇ, ਗੁਰਦੁਆਰੇ ਨੇ, ਪਰ ਫਸਾ ਰਹੇ ਨੇ ਜੰਮਦੇ ਜਾਲ 'ਚ। ਬਹੁਤ ਖਤਰਨਾਕ ਗੱਲਾਂ ਲਿਖੀ ਹੋਈਆਂ ਇਹਦੇ ਵਿੱਚ। ਗੁਰਦੁਆਰੇ ਤਾਂ ਹੈ ਨਹੀਂ ਸੀ, ਜਿਹੜੇ ਮੰਦਰ ਬਣੇ ਹੋਏ ਸੀ ਮੂਰਤੀ ਪੂਜਾ ਵਾਲੇ, ਤੇ ਉਹਨਾਂ ਤੇ ਇਸ਼ਾਰਾ ਕਰ ਰਹੇ ਨੇ। ਕਾਹੇ ਕੋ ਪਾਹਨ ਪੂਜਦਾ ਪਸ਼ੂ, ਪਾਹਨ ਮੈਂ ਪਰਮੇਸ਼ਰ ਨਹੀਂ। ਰੋਜ਼ ਤੜਕੇ ਹੀ ਆਉਂਦੇ ਤੇ ਲੋਕਾਂ ਨੂੰ ਲਾਇਆ ਹੋਇਆ ਤਾਂ ਤੁਸੀਂ ਅੱਜ ਮੰਦਰ ਨਹੀਂ ਆਏ, ਉਹ ਨਹੀਂ ਆਇਆ। ਜਨ ਦੋਖਨ ਕੇ ਤਰ ਸ਼ੁੱਧ ਬਣੇ। ਜਗ ਛੋਰ ਭਜਾ ਗਤ ਧਰਮਨ ਕੀ। ਸੰਸਾਰ ਨੇ ਧਰਮ ਦੀ ਗਤੀ ਛੱਡਤੀ। ਧਰਮ ਦੀ ਗਤੀ ਹੁੰਦਾ ਅੰਦਰ ਨੂੰ ਅੰਤਰਮੁਖੀ ਗਿਆਨ ਦਾ ਵਧਣਾ, ਯਾਨੀ ਸਰੀਰ ਤੋਂ ਅੱਗੇ ਦਾ ਗਿਆਨ, ਆਤਮ ਗਿਆਨ ਵੱਲ ਨੂੰ ਜਾਂ ਪੈਰ ਪੜਦਾ ਫਿਰ ਗਤੀ ਫੜਦਾ। ਜਾਂ ਆਤਮਾ ਦਾ ਗਿਆਨ ਲੈਣ ਲੱਗਦਾ ਨਾ, ਸਰੀਰ ਤੋਂ ਅੱਗੇ ਦਾ ਆਤਮਾ ਦਾ ਗਿਆਨ, ਨਿਰਾਕਾਰੀ ਗਿਆਨ ਲੈਣ ਦਾ, ਉਹ ਗਤ ਹੈ, ਉਹ ਗਤੀ ਛੱਡਤੀ, ਉਧਰ ਨੂੰ ਨਹੀਂ ਜਾ ਰਿਹਾ ਕੋਈ। ਆਤਮਾ ਦੀ ਬ੍ਰਹਮ ਵੱਲ ਨੂੰ ਜਾਣਦਾ, ਬ੍ਰਹਮ ਨੂੰ ਦਾ ਗਿਆਨ ਲੈਣ ਦੀ ਗਤੀ ਛੱਡ ਦਿੱਤੀ, ਉਹ ਪਾਸੇ ਹੀ ਛੱਡ ਦਿੱਤਾ। ਮੂਰਤੀ ਪੂਜਾ ਹੋ ਗਈ ਤਾਂ ਆਪੇ ਛੁੱਟ ਗਿਆ ਬ੍ਰਹਮ ਆਪੇ ਛੁੱਟ ਗਿਆ, ਆਤਮਾ ਆਪੇ ਛੁੱਟ ਗਈ। ਹਾਂਜੀ, ਸੋ ਜਹਾਂ ਤਹਾਂ ਪਾਪ ਕਿਰਿਆ ਪ੍ਰਚੁਰੀ। ਹਾਂ, ਬਸ ਜਿੱਥੇ ਕਿਤੇ ਦੇਖੋ ਪਾਪ ਕਿਰਿਆ ਪ੍ਰਚੁਰੀ ਦਾ ਪ੍ਰਚਾਰ ਹੋ ਰਿਹਾ ਹੈ। ਪ੍ਰਚਾਰ ਹੋ ਰਿਹਾ ਹੈ। ਜਿੱਥੇ ਗਲੀ ਗਲੀ ਮੰਦਰ ਸੀਗੇ, ਜਗ੍ਹਾ ਮੰਦਰ ਸੀ, ਹੁਣ ਜੇ ਮਹੱਲੇ 'ਚ ਗੁਰਦੁਆਰੇ ਨੇ, ਕੀ ਪ੍ਰਚਾਰ ਹੋ ਰਿਹਾ? ਉਹੀ ਪਾਪ ਦਾ ਪ੍ਰਚਾਰ ਹੋ ਰਿਹਾ ਹੈ। ਗੁਰਮਤਿ ਉਲਟਾ ਤਾਂ ਪਾਪ ਹੈ। ਜੇ ਗੁਰਮਤਿ ਉਲਟਾ ਜਿਹੜੀ ਗੱਲ, ਉਹੀ ਪਾਪ ਹੈ। ਵਿਚਾਰ ਲੈਣ ਨੂੰ ਗੁਰਬਾਣੀ ਕੀ ਕਹਿੰਦੀ ਹੈ? ਪਹਿਲਾਂ ਮੰਦਰ ਸੀ, ਹੁਣ ਗੁਰਦੁਆਰੇ ਬਣਾ ਲਏ। ਅੱਜ ਦੀ ਡੇਟ ਵਿੱਚ ਅਸੀਂ ਉਹਨਾਂ ਨੇ ਲੋਕਾਂ ਤੋਂ ਮੰਦਰ ਛਡਾ ਕੇ ਗੁਰਦੁਆਰੇ ਬਣਾ ਲਏ, ਗੁਰੂ ਨਾਲ ਲਾ ਲਏ। ਗੁਰੂ ਨਾਲ ਬਣਾ ਕੇ ਮੰਦਰ ਫੇਰ ਬਣਾਤੇ, ਫਿਰ ਕੀ ਫਾਇਦਾ ਹੋਇਆ? ਜੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੂਰਤੀ ਪੂਜਾ ਵਾਂਗੂ ਬਣਾ ਲਿਆ, ਫਿਰ ਉਹ ਚੰਗੀ ਸੀ ਪਹਿਲੀ, ਕਿਹੜਾ ਮਾੜੀ ਸੀ? ਕਮ ਸੇ ਕਮ ਇਹਦੀ ਬਦਨਾਮੀ ਦਾ ਨਾ ਹੁੰਦੀ। ਜਿਹੜਾ ਕੁਛ ਲਿਖਿਆ ਹੋਇਆ ਤੁਸੀਂ ਤਾਂ ਉਹਦੇ ਖਿਲਾਫ ਕਰ ਰਹੇ ਹੋ। ਇਹਨੂੰ ਨਾ ਕਰਦੇ, ਮੂਰਤੀ ਪੂਜਾ ਜਾਈ ਜਾਂਦੇ, ਉਹ ਚੰਗੀ ਗੱਲ ਸੀ। ਇੱਕ ਆਦਮੀ ਕਹਿੰਦਾ ਦਾੜੀ ਰੱਖਣੀ ਚਾਹੀਦੀ ਹੈ, ਇੱਕ ਕਹਿੰਦਾ ਨਹੀਂ ਰੱਖਣੀ ਚਾਹੀਦੀ। ਤੁਸੀਂ ਉਹਦੀ ਕੁਛੜ 'ਚ ਬਹਿ ਕੇ ਦਾੜੀ ਵਾਲੀ ਦੀ ਉਹਦੀ ਦਾੜੀ ਵੱਢਣ ਲੱਗ ਜਾਓ, ਚੰਗੀ ਗੱਲ ਹੈ। ਜੇ ਤੁਹਾਨੂੰ ਨਹੀਂ ਚੰਗੀ ਲੱਗਦੀ, ਦੂਏ ਪਾਸੇ ਚਲੇ ਜਾਓ। ਜਿਹੜਾ ਨਹੀਂ ਰੱਖਦਾ ਉਹਦੇ ਚੇਲੇ ਬਣ ਜਾਓ ਜਾ ਕੇ। ਤੁਸੀਂ ਮੂਰਤੀ ਪੂਜਾ ਦਾ ਚਾਅ ਹੈ, ਮੂਰਤੀ ਪੂਜਾ ਹੀ ਕਰ ਲਓ ਜਾ ਕੇ। ਇਹਨੂੰ ਕਾਹਦੇ ਮੂਰਤੀ ਬਣਾਉਂਦੇ ਹੋ? ਜੇ ਮੂਰਤੀ ਪੂਜਾ ਦਾ ਚਾਅ ਸੀ, ਜੇ ਏਸੀਓ ਲਾਉਣੇ ਸੀ, ਉਹ ਮੂਰਤੀ ਨੂੰ ਲਾ ਲੈਂਦੇ ਜਾ ਕੇ, ਉੱਥੇ ਲਾ ਲੈਂਦੇ, ਉੱਥੇ ਚਾਅ ਲਾ ਲੈਂਦੇ ਜਿਹੜਾ ਕਰਨਾ ਸੀ। ਇੱਧਰ ਫਿਰ ਕਾਸਤੂ ਆਏ, ਤੁਸੀਂ ਇੱਧਰ ਆ ਕੇ ਵੀ ਉਹੀ ਕੰਮ ਕਰ ਲਿਆ। ਹਾਂਜੀ, ਸੰਗ ਲਏ ਫਿਰੇ ਪਾਪਣ ਹੀ। ਸੰਗ ਲਾਏ ਫਿਰੇ, ਕੀ ਨਾਲ ਨਹੀਂ ਫਿਰਦਾ? ਪਾਪ ਨਹੀਂ ਫਿਰ, ਨਾਲ ਤਾਂ ਪਾਪ ਹੀ ਨੇ, ਅੰਦਰ ਤਾਂ ਪਾਪ ਹੀ ਨੇ ਸਾਰੇ। ਤਜ ਭਾਜ ਕਰਿਆ ਜਗ ਜਾਪਣ ਕੀ। ਜਗ ਨੇ ਸਾਰੇ ਨੇ, ਸੰਸਾਰ ਨੇ ਭਾਜ ਕਰਿਆ ਜਗ ਜਾਪਣ ਕੀ। ਜਗ ਨੇ ਸਾਰੀ ਜਪਣ ਦੀ। ਜਗ ਜਾਪਣ ਕੀ ਹੁੰਦਾ? ਜਗ ਦੇ ਵਿੱਚ ਸੰਸਾਰ ਜਿਹੜਾ ਹੈਗਾ ਹੁਕਮ ਨਾਲ ਚੱਲਦਾ ਹੈ। ਹੁਕਮ ਹੈ ਨਾ। ਸੰਸਾਰ ਕੀ ਹੈ? ਜੋ ਸੰਸਾਰ ਹੈ, ਜੋ ਉਹਦਾ ਭਾਣਾ, ਉਹੀ ਸੰਸਾਰ ਹੈ। ਕੁਦਰਤ ਜੋ ਹੈ ਉਹੀ ਤਾਂ ਸੰਸਾਰ ਹੈ। ਕਾਦਰ ਨੂੰ ਕੁਦਰਤ ਦੇ ਵਿੱਚੋਂ ਖੋਜਣਾ ਸੀ, ਇਹ ਕੰਮ ਛੱਡਤਾ। ਜਗ ਨੂੰ ਜਾਪਣਾ, ਜਗ ਨੂੰ ਖੋਜਣਾ, ਜਗ ਦੇ ਵਿੱਚ ਹੀ ਆਤਮਾ, ਜਗ ਦੇ ਵਿੱਚ ਹੀ ਆ ਬ੍ਰਹਮ। ਇਹਨੂੰ ਇਹ ਖੋਜ ਲੈਂਦੇ, ਜਪ ਲੈਂਦੇ, ਜਗ ਨੂੰ ਇਹ ਸਮਝ ਲੈਂਦੇ ਵੀ ਮਾਟੀ ਦਾ ਪੁੱਤਰਾ ਕੈਸੇ ਨਚਤਾ ਹੈ। ਇਹ ਜਗ ਆਪਣਾ ਹੀ, ਹੋਰ ਕੀ ਹੈ? ਮਾਟੀ ਦਾ ਪੁੱਤਰਾ ਕੈਸੇ ਨਚਤਾ ਹੈ। ਦਰਖਤ ਥੱਲੇ ਗਿੱਲੀ ਧਰਤੀ 'ਚ ਖੜਾ ਹੈ, ਉਹ ਸਿਖਰ ਦੇ ਉੱਤੇ ਜਿਹੜਾ ਪੱਤਾ ਹੈ, ਉਹ ਸਾਰਿਆਂ ਨੂੰ ਜ਼ਿਆਦਾ ਹਰਾ ਪਾਣੀ ਹੈ, ਨਿਰਾ ਪਾਣੀ, ਉਹ ਜ਼ਿਆਦਾ ਪਾਣੀ ਹੈ ਥੱਲੇ ਵਾਲਿਆਂ ਨੂੰ। ਉੱਥੇ ਪਾਣੀ ਕਿਹਨੂੰ ਪਹੁੰਚਾਇਆ? ਉੱਥੇ ਪਾਣੀ ਕਿਵੇਂ ਪਹੁੰਚ ਗਿਆ? 20 ਫੁੱਟ ਤੇ 30 ਫੁੱਟ ਤੇ ਪਾਣੀ ਕਿਵੇਂ ਪਹੁੰਚ ਗਿਆ?
ਥੱਲੇ ਦੇ ਪੱਤਿਆਂ ਨੂੰ ਜ਼ਿਆਦਾ ਪਾਣੀ ਉਹਨੂੰ ਕੌਣ ਦੇ ਰਿਹਾ, ਸਪਲਾਈ ਕਰ ਰਿਹਾ, ਉਹਨੂੰ ਜ਼ਿਆਦਾ ਦੀ ਲੋੜ ਹੈ ਤਾਂ ਦੇ ਰਿਹਾ। ਉਹ ਛੋਟਾ ਉਹਨੇ ਬੜਾ ਹੋਣਾ, ਨਵਾਂ ਪੱਤਾ ਫੁੱਟਣਾ, ਨਵਾਂ ਉੱਤੇ ਨੂੰ ਜਾਣਾ, ਕੌਣ ਕਰ ਰਿਹਾ ਹੈ? ਜਦ ਉਹਨੇ ਨਹੀਂ ਨਾ ਰਹਿਣਾ ਹਰੀ ਦੇ ਵਿੱਚ, ਇਹਦੇ ਮੂਲ ਵਿੱਚ, ਮੂਲ ਹੁੰਦਾ ਨਹੀਂ ਜਿੱਥੇ ਜਿੱਥੇ ਧਰਤੀ ਜੜਾਂ ਔਰ ਉਤਲੇ ਹਿੱਸੇ ਦਾ ਜਿਹੜਾ ਵਿਚਾਲਾ ਸੀ ਉਹਨੂੰ ਮੂਲ ਕਹਿੰਦੇ ਨੇ, ਉੱਥੇ ਹੁੰਦਾ ਬੈਠਾ ਸੈਂਟਰ ਹੋਆ, ਸੈਂਟਰ ਹੋ ਥੱਲੇ ਜੜਾਂ ਚਲੀ ਗਈਆਂ, ਉੱਤੇ ਤਣਾ ਚਲਿਆ ਗਿਆ, ਉੱਥੇ ਮੂਲ ਕਹਿੰਦੇ ਆ ਵੀ ਉੱਥੇ ਬੈਠਾ ਮੂਲ। ਉੱਥੋਂ ਪਾਣੀ ਖਿੱਚ ਕੇ ਲਿਜਾ ਰਿਹਾ ਉੱਤੇ ਨੂੰ, ਜੜਾਂ ਤੇ ਹੀ ਖਿੱਚ ਕੇ ਉੱਤੇ ਨੂੰ ਲਿਜਾ ਰਿਹਾ। ਜਦ ਉਹਨੇ ਉੱਥੇ ਨਹੀਂ ਰਹਿਣਾ, ਆਲੇ ਦੁਆਲੇ ਪਾਣੀ ਜਾਏ ਖੜਾ ਕਰ ਦੇ, ਦਰਖਤ ਸੁੱਕ ਜਾਊਗਾ, ਫਿਰ ਹੀ ਪਾਣੀ ਜਾਂਦਾ ਉੱਤੇ ਪੱਤਿਆਂ ਨੂੰ। ਇਹ ਜਗ ਜਾਪਣ, ਇਹ ਜਗ ਜਾਪਣ, ਇਹ ਤਾਂ ਜਗ ਜਾਪਣ। ਉਹ ਜਗ ਜਾਪਣ ਕੀ ਹੈ? ਜਗ ਦੇ ਵਿੱਚੋਂ ਖੋਜਣਾ ਸੀਗਾ, ਤਨ ਚੋਂ ਮਨ ਖੋਜਣਾ ਸੀ, ਇਹ ਛੱਡ ਦਿੱਤਾ। ਜਗ ਸਰੀਰ ਹੈ ਨਾ, ਇਹ ਜਗ ਸੱਚੇ ਕੀ ਹੈ? ਕੋਠੜੀ, ਜਗ ਦੇ ਕੋਠੜੀ ਚੋਂ ਸੱਚਾ ਖੋਜਣਾ ਨਹੀਂ, ਹੋਰ ਕੀ ਹੈ? ਸੱਚੇ ਦਾ ਵਿੱਚ ਬਾਸ, ਸੱਚੇ ਦਾ ਵਿੱਚ ਬਾਸ ਹੈ। ਜੇ ਜਗ ਨੂੰ ਖੋਜ ਰਹਿੰਦੇ, ਸੱਚਾ ਵਿੱਚੋਂ ਮਿਲ ਜਾਂਦਾ। ਦਿਵ ਪਿਤਰਨ ਪਾਵਕ ਮਨ ਹੈਗੇ, ਦੇਵ ਪਿਤਰਨ ਪਾਵਕ ਮਨ ਹੈਗੇ। ਕੀ ਦੇਵਤਿਆਂ ਨੂੰ, ਆਪਣੇ ਪਿਤਰਾਂ ਨੂੰ, ਬਜ਼ੁਰਗਾਂ ਨੂੰ, ਜਿਨ੍ਹਾਂ ਦੀ ਉਹ ਕੱਢਦੇ ਨੇ ਫੋਟੋ ਬਣਾ ਕੇ ਰੱਖ ਲੈਂਦੇ ਨੇ, ਘਰ ਘਰ ਰੱਖੀ ਹੋਈਆਂ ਨੇ ਫੋਟੋ ਪਿਤਰਾਂ ਦੀਆਂ, ਬਜ਼ੁਰਗਾਂ ਦੀਆਂ। ਦੇਵਤਿਆਂ ਨੂੰ ਪਿਤਰਨ ਦੇ ਧਾਰੀ ਆਪਣੇ ਪਿਤਰਾਂ ਨੂੰ ਔਰ ਅੱਗ ਨੂੰ, ਇਹਦੀ ਪੂਜਾ ਕਰਨਗੇ, ਇਹਨੂੰ ਮੰਨਣਗੇ। ਜਿਹਨੇ ਅੱਗ ਪੈਦਾ ਕੀਤੀ ਹੈ, ਜਿਹਨੇ ਦੇਵਤੇ ਪੈਦਾ ਕੀਤੇ ਸੀ, ਜਿਹਨੇ ਪਿਤਰ ਪੈਦਾ, ਉਹ ਛੱਡਤੇ। ਆਤਮਾ ਛੱਡਤੀ, ਪਿਤਰਾਂ ਦਾ ਵੀ ਕੀ ਮੰਨਣਗੇ? ਫੋਟੋ, ਮਾਇਆ ਰੂਪ ਨੂੰ। ਅੱਗ ਦਾ ਵੀ ਕੀ ਹੈ? ਅੱਗ ਦਾ ਖੈਰ ਹੈ ਉਹ ਜੜ, ਜੜ ਵਸਤੂ ਨੂੰ ਮੰਨਣਗੇ, ਚੇਤਨ ਨੂੰ ਛੱਡ ਦੇਣਗੇ। ਪਿਤਰਾਂ ਦਾ ਵੀ ਜੜੇ ਸਰੂਪ ਹੈ ਉਹਨਾਂ ਕੋਲ, ਮੂਰਤੀ ਵੀ ਜੜ ਸਰੂਪ ਹੈ। ਸਾਡੇ ਕੋਲ ਅੱਖਰ ਵੀ ਜੜ ਸਰੂਪ ਨੇ, ਜੋ ਅੱਖਾਂ ਨੂੰ ਦੀਦਾ ਜੜ ਹੈ ਸਭ, ਜੋ ਅੱਖਾਂ ਨੂੰ ਦੀਦਾ ਸਭ ਨਾਸਵੰਤ ਹੈ, ਗੁਰੂ ਨਾਸਵੰਤ ਨਹੀਂ ਹੈ। ਗੁਰੂ ਨਹੀਂ ਨਾਸਵੰਤ, ਜੋ ਅੱਖਾਂ ਨੂੰ ਦੀਦਾ ਸਭ ਨਾਸਵੰਤ ਹੈ। ਜੋ ਦਿਸੇ ਸੁਮਾਇਆ, ਸੋ ਮਾਇਆ, ਜੋ ਦਿਸੇ ਉਹ ਨਾਸਵੰਤ ਹੈ। ਸਗਲ ਵਿਨਾਸ਼ਾ, ਜੋ ਦਿਸੇ ਸੋ ਸਗਲ ਵਿਨਾਸ਼ਾ, ਵਿਨਾਸ਼ਾ, ਸਭ ਨਾਸ ਹੋਣ ਵਾਲਾ ਹੈ। ਜੋ ਦੀਦਾ ਹੈ ਸਭ ਮਾਇਆ ਹੈ, ਜੇ ਮਾਇਆ ਹੈ ਸਭ ਝੂਠ ਹੈ। ਮਾਇਆ ਝੂਠੀ ਹੈ, ਝੂਠ ਦੀਦਾ, ਸੱਚ ਦੀਦਾ ਨਹੀਂ ਹੁੰਦਾ ਅੱਖ ਨੂੰ। ਇਹ ਅੱਖਰ ਖਿਰ ਜਾਏਂਗੇ, ਇਹ ਅੱਖਰ ਤਾਂ ਖਿਰ ਜਾਣ, ਨਾਸਵੰਤ ਨੇ। ਉਹ ਅਖਾਰਨ ਮੈਂ ਨਾ ਹੈ, ਜੋਤ, ਜੋਤ ਨਹੀਂ ਹੈ ਅੱਖਰਾਂ ਦੇ ਵਿੱਚ, ਜੋਤ ਨਹੀਂ ਹੈ ਕਾਗਜ਼ਾਂ ਦੇ ਵਿੱਚ, ਗ੍ਰੰਥ ਵਿੱਚ ਜੋਤ ਨਹੀਂ ਹੈ। ਜੇ ਜੋਤ ਨਹੀਂ ਹੈ, ਚੇਤਨ ਜੋਤ ਨਹੀਂ ਹੈ। ਜੇ ਜੋਤ ਹੈ, ਜੜ ਜੋਤ ਹੈ, ਗਿਆਨ ਜੋਤ ਹੈ। ਉਹ ਸਮਝਣ ਦਾ ਵਿਸ਼ਾ, ਉਹ ਤਾਂ ਸਮਝਣ ਦਾ ਵਿਸ਼ਾ, ਉਹ ਤਾਂ ਫਿਰ ਵਿਚਾਰਨ ਦਾ ਵਿਸ਼ਾ, ਉਹ ਤਾਂ ਜਪਣ ਦਾ ਵਿਸ਼ਾ ਸੀ। ਉਹ ਛੱਡਤਾ, ਸੌਖਾ ਕਰ ਲੈਣਾ ਕੰਮ। ਸਭ ਆਪਣ ਤੇ ਘਟ ਜਨ ਹੈਗੇ, ਸਭ ਆਪਣ ਤੇ ਘਟ ਜਾਣਗੇ, ਸਾਰਿਆਂ ਨੂੰ ਆਪਣੇ ਤੋਂ ਘਟ ਜਾਣਗੇ। ਜੇ ਘਟ ਜਾਣਗੇ ਆਪਣ ਕੋ, ਜੋ ਸਮਝੇ ਉੱਚਾ ਸੋਈ ਗਣੀਏ ਸਭ, ਸੋਈ ਗਣੀਏ ਸਭ ਤੇ ਨੀਚਾ। ਇਸੇ ਕਰਕੇ ਤਾਂ ਕਿਹਾ ਸੀ, ਆਪਣੇ ਆਪ ਨੂੰ ਸਾਰਿਆਂ ਨੂੰ ਬੜਾ ਸੰਤ ਮੰਨਣਗੇ। ਉਹ ਕਹੂ ਮੈਂ ਬੜਾ, ਉਹ ਕਹੂ ਸਾਡਾ ਬੜਾ ਸੀ, ਉਹ ਕਹੂ ਸਾਡਾ ਬੜਾ ਸੀ। ਉਹ ਉਹਦੇ ਵਰਸ਼ਨ ਬਣਾਉਣਗੇ, ਉਹਦੀ ਬਣਾਉਣਗੇ, ਐਂ ਕਰਨਗੇ। ਮਧੁਭਾਰ ਛੰਦ ਭਜਿਓ ਸੋ ਧਰਮ, ਪ੍ਰਚਰਿਓ ਕੁਕਰਮ। ਧਰਮ ਭੱਜ ਗਿਆ, ਪ੍ਰਚਰਿਓ ਕੁਕਰਮ, ਕੁਕਰਮ ਦਾ ਪ੍ਰਚਾਰ ਹੋ ਰਿਹਾ। ਕੁਕਰਮ ਜਦੋਂ ਇਹ ਜਾ ਆ ਜਾ ਨਾ, ਇੱਕ ਦੂਏ ਦੀ ਕੰਪੀਟੀਸ਼ਨ ਹੋ ਜਾ, ਬਰਸੀਆਂ ਮਨਾਉਣ ਦਾ, ਜਿਵੇਂ ਪਿੰਡ ਪਿੰਡ ਹੁਣ ਮਨਾ ਰਹੇ ਨੇ, ਤਾਂ ਉਹ ਕੀ ਹੁੰਦਾ? ਕੁਕਰਮ ਹੁੰਦਾ ਹੈ। ਕੁਕਰਮ ਨੇ ਬਰਸੀਆਂ ਮਨਾਉਣੀਆਂ, ਕੁਕਰਮ ਨੇ ਬਰਸੀਆਂ ਮਨਾਉਣੀਆਂ, ਕੁਕਰਮ ਨੇ। ਬੜੇ ਬੜੇ ਜਿਹੜੇ ਕੱਢਣੇ ਨੇ ਕੁਕਰਮ ਨੇ। ਇਹ ਨਗਰ ਕੀਰਤਨ ਇਹ ਕਰਮ ਨਹੀਂ ਹੈ,
ਕਰਮ ਤਾਂ ਕਿਰਪਾ ਨੂੰ ਕਹਿੰਦੇ ਨੇ। ਕਰਮ ਤਾਂ ਸਾਡੇ ਕੋਲ ਕਿਰਪਾ ਤੋਂ ਸਿਵਾ ਅਸੀਂ ਤਾਂ ਕਿਸੇ ਕਰਮ ਨੂੰ ਮੰਨਦੇ ਹੀ ਨਹੀਂ। ਬਾਕੀ ਕੋ ਕਰਮ ਨੇ। ਕਿਰਪਾ ਹਾਸਲ ਕਰਨੀ ਸਾਡੇ ਵਾਸਤੇ ਕਰਮ ਹੈ। ਕਿਵੇਂ ਕਿਰਪਾ ਹੋਊਗੀ? ਇਹ ਕਰਮ ਹੈ ਜਿਹੜੇ ਸਰੀਰ ਨਾਲ ਕੀਤੇ ਜਾਂਦੇ ਨੇ। ਇਹ ਕੁਕਰਮ ਨੇ ਮਾਇਆ 'ਚ। ਇੱਕ ਸਾਰੇ ਕੁਕਰਮ ਨੇ। ਗੁਰੂਆਂ ਵੇਲੇ ਕੁਛ ਨਹੀਂ ਸੀ ਹੁੰਦਾ। ਕਿਸੇ ਗੁਰੂ ਨੇ ਕਿਸੇ ਦੀ ਬਰਸੀ ਬਣਾਈ ਹੋਵੇ ਸਾਬਤ ਕਰੋ। ਜਾਂ ਉਹ ਨਹੀਂ ਸੀ ਕਰਦੇ, ਤੁਸੀਂ ਕਦੇ ਕਰਨ ਲੱਗੇ? ਤੁਹਾਨੂੰ ਕੀ ਲੋੜ ਪਈ ਸੀ? ਕੁਕਰਮ ਪਾਸੇ ਪਾਤੇ, ਕੁਕਰਮ ਕਰਨ ਲੱਗੇ। ਸ਼ਬਦ ਵਿਚਾਰ ਕੋਈ ਨਹੀਂ ਕਰਦਾ, ਕੁਕਰਮ ਕਰਦੇ ਨੇ। ਇਹੀ ਪੜ੍ਹ ਲੈਂਦੇ, 10 ਗ੍ਰੰਥ ਪੜ੍ਹ ਲੈਂਦੇ ਵੀ ਕੁਕਰਮ ਕੀ ਹੈ ਜਿਹੜਾ ਅਸੀਂ ਨਹੀਂ ਕਰਨਾ। ਕਿਤੇ ਅਸੀਂ ਕੁਕਰਮੇ ਤਾਂ ਨਹੀਂ ਕਰ ਰਹੇ। ਧਰਮ ਤਾਂ ਭੱਜਿਆ ਗਿਆ, ਤਾਂ ਧਰਮ ਤਾਂ ਭੱਜਿਆ ਹੋਇਆ। ਧਰਮ ਹੈ ਵੀ ਨਹੀਂ ਫਿਰ ਭੱਜਿਆ ਹੋਇਆ। ਜੇ ਧਰਮ ਭੱਜਿਆ ਤਾਂ ਹੀ ਤਾਂ ਕਹਿੰਦੇ ਨੇ ਸਿੱਖ ਹੋਇਆ ਕੋਈ ਹੈ ਨਹੀਂ, ਤਾਂ ਹੀ ਨਾ ਮੰਨਦੇ ਨੇ ਹਾਈ ਕੋਰਟ 'ਚ। ਤੇ ਧਰਮ ਨਾ ਭੱਜਦਾ ਮੰਨਦੇ ਕਿਵੇਂ? ਜਦ ਉਹਨਾਂ ਨੇ ਕਿਹਾ ਖਾਲਸਾ ਨਹੀਂ ਰਿਹਾ, ਉਹ ਬੋਤਾ ਸਿੰਘ ਔਰ ਸਿੰਘ ਉਹਨਾਂ ਨੇ ਜਾ ਕੇ ਬੈਰੀਅਰ ਲਾਤਾ ਉੱਥੇ, ਸੜਕ ਰੋਕ ਲਈ ਲਾਹੌਰ ਵਾਲੀ। ਕਹਿੰਦੇ ਕਿਉਂ ਰੋਕੇ? ਕਹਿੰਦੇ ਅਸੀਂ ਤਾਂ ਰੋਕੀ ਸੀ, 2 ਹੀ ਸ਼ਹੀਦ ਹੋ ਗਏ। ਕਹਿੰਦੇ ਤੁਸੀਂ 2 ਜਾਣੇ। ਕਹਿੰਦੇ ਅਸੀਂ ਸ਼ਹੀਦ ਤਾਂ ਹੋਣਾ ਹੀ ਆ, ਅਸੀਂ ਤਾਂ ਇਹਨਾਂ ਨੂੰ ਦੱਸਿਆ ਵੀ ਖਾਲਸਾ ਹੈਗਾ। ਲਓ ਇੰਨੀ ਗੱਲ ਤੇ ਵੀ ਸਿੰਘਾ ਹੈਗਾ ਨੇ ਅਜੇ, ਤੁਸੀਂ ਇਹ ਨਾ ਕਹੋ ਹੈ ਨਹੀਂ। ਹੁਣ ਸਾਬਤ ਕਰਨ ਵਾਸਤੇ ਸ਼ਹੀਦ ਹੋਣੇ ਤੇ ਇਹ ਕਹਿੰਦੇ ਹੋ ਜਾ ਹੀ ਨਹੀਂ ਕੋਈ। ਕੁਕਰਮ ਨੇ, ਕੁਕਰਮੀ ਨੇ ਸਾਰੇ। ਹਾਂ, ਜਹ ਤਹ ਜਹਾਨ ਤਜ ਭਾਜ ਆਨ। ਬਸ ਭੱਜਿਆ, ਧਰਮ ਤੋਂ ਵਾਪਸ ਆ ਗਏ। ਤਜ ਭਾਜ ਆਨ। ਹਾਂ, ਜਿਵੇਂ ਬੇਦਾਵਾ ਲੈ ਕੇ ਦੇ ਆਉਂਦੇ ਨੇ ਘਰ ਨੂੰ। ਜਿਹੜੇ ਜਿੱਥੇ ਜਿੱਥੇ ਸੀ ਧਰਮ ਤੋਂ ਬੇਮੁਖ ਹੋ ਕੇ ਆ ਗਏ। ਅਸਲੀ ਧਰਮ ਤੋਂ ਬੇਮੁਖ ਹੋ ਕੇ ਆਏ ਹੋਏ ਨੇ ਇਹ। ਅੰਦਰੋਂ ਬੇਮੁਖ ਨੇ, ਬਾਹਰ ਆ ਗਏ ਭੱਜ ਕੇ। ਘਰ ਛੱਡਿਆ ਹੈ, ਘਰ ਛੱਡਿਆ ਹੋਇਆ ਇਹ ਸਭ ਦਾ। ਸਾਰੇ ਅੰਦਰੋਂ ਭੱਗੀ ਨੇ। ਅੰਤਰਾਤਮਾ ਨਾਲ ਕੋਈ ਅੰਦਰ ਕੌਣ ਟਿਕਦਾ? ਬਾਹਰ ਭੱਜੇ ਨੇ ਸਾਰੇ। ਸਾਰਾ ਉੱਠਦੀ ਸਾਰੇ ਮਨ ਭੱਜ ਲੈਂਦਾ ਬਾਹਰ ਨੂੰ। ਕਿੱਥੇ ਆਏ ਨੇ? ਆਣ ਕਿੱਥੇ ਨੇ? ਨਰਕ ਚ ਆਏ ਹੋਏ ਨੇ ਸਾਰੇ, ਸੰਸਾਰ ਚ ਆਏ ਹੋਏ ਨੇ। ਭੱਜ ਜਾਣ। ਨਿਤ ਪ੍ਰਤੀ ਅਨਰਥ ਕਰ ਹੈ ਸਮਰੱਥ। ਸਮਰੱਥ ਆਦਮੀ ਨੇ ਜਿਹੜੇ ਬੁੱਧੀਮਾਨ ਨੇ, ਉਹ ਨਿਤ ਪ੍ਰਤੀ ਅਨਰਥ ਕਰਦੇ ਨੇ। ਅਰਥਾਂ ਦੇ, ਵੇਦ ਦੇ ਅਰਥਾਂ ਨੂੰ ਅਨਰਥ ਕਰਕੇ ਦੱਸਦੇ ਨੇ ਲੋਕਾਂ ਨੂੰ। ਉਲਟੀ ਪੜ੍ਹਾਈ ਪੜਾਉਂਦੇ ਨੇ। ਕੁਕਰਮ ਦੀ ਪੜ੍ਹਾਈ ਉਲਟੀ ਪੜ੍ਹਾਈ ਹੋਈ ਹੈ। ਕਰ ਹੈ ਸਮਰੱਥ। ਸਮਰੱਥ ਆਦਮੀ ਨੇ ਜਿਹੜੇ ਆਗੂ ਨੇ, ਸਮਰੱਥ ਨੇ, ਉਹੀ ਤਾਂ ਅਨਰਥ ਕਰਦੇ ਨੇ। ਅਨਰਥ ਦੀ ਪੜ੍ਹਾਈ ਚੱਲਦੀ ਹੈ। ਕੁਕਰਮ ਅਨਰਥ ਕਰਨਗੇ, ਕਰਮ ਦੀ ਜਗ੍ਹਾ ਕੋ ਕਰਮ ਹੋਊ। ਯਾਨੀ ਇਹਨੂੰ ਕਰਮ ਬਣਾ ਲਿਆ। ਜਿਹੜੇ ਬਾਹਰਲਾ ਕਰਮ ਹੈ ਇਹਨੂੰ ਤਾਂ ਕਰਮ ਬਣਾ ਲਿਆ। ਜਿਹੜੀ ਕਿਰਪਾ ਉਹ ਛੱਡ ਦਿੱਤੀ, ਚਲੀ ਗਈ। ਕਿਰਪਾ ਗਾਇਬ ਕਰ। ਕਿਰਪਾ ਕਰਮ ਸੀ। ਕਿਰਪਾ ਜਦ ਸਾਨੂੰ ਕਿਹਾ ਕਰਮੀ ਸਹਿਜ ਨਾ ਉਪਜੈ, ਇਹ ਕੀ ਕਿਹਾ ਸੀ ਗੁਰੂ ਆਨੰਦ ਸਾਹਿਬ ਦੇ ਵਿੱਚ? ਜਿਹੜੇ ਕਰਮ ਕਰਦੇ ਹੋ ਤੁਸੀਂ, ਇਹਦੇ ਨਾਲ ਸਹਿਜ ਅਵਸਥਾ ਦੀ ਪ੍ਰਾਪਤ ਨਹੀਂ ਹੋਣੀ। ਆ ਦੱਸੋ ਫਿਰ ਕਿਹਦੀ ਹੋਈ ਹੈ? ਜੇ ਹੋ ਜਾਂਦੀ ਗੁਰਬਾਣੀ ਝੂਠੀ ਸੀ। ਜੋ ਕੁਛ ਇਹ ਕਰਦੇ ਨੇ ਰੋਜ਼ ਉੱਠ ਕੇ 2 ਵਜੇ ਤੇ, ਦੱਸੋ ਕਿਹਦੀ ਸਹਿਜ ਅਵਸਥਾ? ਜੇ ਨਹੀਂ ਹੁੰਦੀ ਕਰਦੇ ਕਿਉਂ ਨੇ? ਛੱਡ ਦਿਓ, ਹੋਰ ਕੁਛ ਕਰ ਲਓ। ਜੋ ਬਾਣੀ ਕਹਿੰਦੀ ਹੈ ਉਹ ਕਰ ਕੇ ਦੇਖ ਲਓ। ਉਹੀ ਕਰੀ ਜਾਂਦੇ ਹੋ ਤੁਸੀਂ। ਫੇਰ ਇਹ ਕੁਕਰਮ ਹੈ, ਕਰਮ ਨਹੀਂ ਹੈ। ਕਰਮੀ ਸਹਿਜ ਨਾ ਉਪਜੈ। ਕਰਮ ਤੋਂ ਬਿਨਾਂ ਸਹਿਜ ਨਹੀਂ। ਪਰ ਹੁਣ ਕਰਮ ਦੇ ਅਰਥ ਕੁਛ ਵੀ ਕਰ ਲਓ ਤੁਸੀਂ, ਗੋਲ ਮੋਲ ਗੱਲ ਹੈ। ਕਰਮ ਨਾਲ ਸਹਿਜ ਨਹੀਂ ਉਪਜਦਾ। ਜਿਹੜੇ ਕਰਮ ਨਾਲ ਸਹਿਜ ਨਹੀਂ ਉਪਜਦਾ ਉਹ ਕੁਕਰਮ ਹੈ। ਬਿਨ ਸਹਿਜੇ ਸਹਿਸਾ ਨਾ ਜਾਏ। ਸਹਿਜ ਅਵਸਥਾ ਹੋਏ ਬਿਨਾਂ, ਮਨ ਟਿਕੇ ਬਿਨਾਂ, ਅੰਦਰੋਂ ਚਿੰਤਾ ਦੂਰ ਨਹੀਂ ਹੋਣੀ, ਡਿਪਰੈਸ਼ਨ ਨਹੀਂ ਹਟਣਾ, ਚਿੰਤਾਵਾਂ ਦੂਰ ਨਹੀਂ ਹੋਣੀ। ਸਹਿਸਾ ਨਾ ਜਾਏ। ਨਾ ਜਾਏ ਸਹਿਸਾ ਕਿਤੇ, ਨਾ ਜਾਏ ਸਹਿਸਾ ਕਿਤੇ ਸੰਜਮ।
ਕਰਮ ਕਮਾਏ। ਜਿੰਨੇ ਮਰਜ਼ੀ ਸੰਜਮ ਕਰੀ ਜਾਓ, ਜਿੰਨੇ ਮਰਜ਼ੀ ਨੇਮ ਕਰੀ ਜਾਓ, ਜਿੰਨੇ ਮਰਜ਼ੀ ਕਰਮ ਕਮਾਈ ਜਾਓ, ਸੈਸਾ ਨਹੀਂ ਜਾਣਾ, ਨਹੀਂ ਜਾ ਰਿਹਾ ਕਿਸੇ ਦਾ। ਇਹ ਵੀ ਗੱਲ ਹੋ ਗਈ। ਸੈਸੇ ਜਿਉ ਮਲੀਨ ਹੈ, ਜਿਹੜਾ ਜੀਵ ਮਲੀਨ ਹੈ, ਸੈਸੇ ਕਰਕੇ ਮਲੀਨ। ਸੈਸੇ ਵਾਲਾ ਜਿਉ ਮਲੀਨ, ਜਿਹਦੇ ਅੰਦਰ ਚਿੰਤਾ ਮਲੀਨਤਾ ਹੈ, ਉਹਦੇ ਅੰਦਰ ਭਰਮ, ਉਹਦੇ ਅੰਦਰ ਬਕਾਰ ਨੇ, ਉਹਦੇ ਅੰਦਰ ਲੋਭ ਹੈ, ਦੂਏ ਦਾ ਹੱਕ ਖਾਣਾ ਚਾਹੁੰਦਾ, ਸਾਰੇ ਉਹਦੇ ਅੰਦਰ ਗੁਨਾਹ ਨੇ। ਸੈਸੇ ਜਿਉ ਮਲੀਨ ਹੈ, ਸੈਸੇ ਵਾਲਾ ਜਿਉ ਮਲੀਨ ਹੈ। ਬਿਨ ਸ਼ਬਦ ਕਿਤ ਸੰਜਮ ਧੋਤਾ ਹਾਂ, ਕਿਤ ਸੰਜਮ ਧੋਤਾ ਜਾਏ। ਹੁਣ ਦੱਸੋ ਕੀ ਕਰੀਏ? ਧੋਈਏ ਕਿਵੇਂ? ਸਵਾਲ ਖੜਾ ਕਰਤਾ ਸੀ। ਹੁਣ ਇੱਥੇ ਖੜੇ ਹਾਂ ਅਸੀਂ ਅੱਜ, ਕਿਤ ਸੰਜਮ ਧੋਤਾ ਜਾਏ, ਇੱਥੇ ਖੜੇ ਹਾਂ। ਅੱਗੇ ਜਵਾਬ ਹੈ, ਮਨ ਧੋਵੋ। ਜੇ ਮਨ ਧੋਣਾ, ਬਾਹਰ ਧੋਈ ਜਾਂਦੇ ਪਿੰਡਾ, ਸੋਚੇ ਨਾ ਆਖੀ ਬਹਿਣ, ਜੇ ਪਿੰਡਾ ਹੀ ਧੋਣੇ ਆ, ਮਨ ਕੌਣ ਧੋਂਦਾ? ਮਨ ਫੇਰ ਨਹੀਂ ਧੋਂਦੇ। ਗੁਰਬਾਣੀ ਨੇ ਮਨ ਧੋਣ ਨੂੰ ਕਿਹਾ ਸੀ। ਤਨ ਧੋਤੇ ਮਨ ਅੱਛਾ ਨਾ ਹੋਏ। ਮਨ ਧੋਵੋ, ਸ਼ਬਦ ਲਾਗੋ, ਸ਼ਬਦ ਨਾਲ ਜੁੜੋ, ਉਪਦੇਸ਼ ਨਾਲ ਜੁੜੋ। ਹਰ ਸਿਓ ਰਹੋ ਚਿੱਤ ਲਾਏ। ਹਰ ਤੋਂ ਤਾਂ ਭੱਜੇ ਹੋਏ ਨੇ, ਉੱਥੇ ਤਾਂ ਭੱਜ ਕੇ ਆਏ ਨੇ। ਹਰ ਸਿਓ ਰਹੋ ਚਿੱਤ ਲਾਏ। ਇਹ ਮਨ ਨੂੰ, ਮਨ ਜਾਂ ਪੁੱਠਾ ਹੋ ਜਾਂਦਾ ਚਿੱਤ ਹੈ। ਜੇ ਅੰਤਰਮੁਖੀ ਹੈ ਚਿੱਤ ਹੈ, ਜੇ ਬਾਹਰਮੁਖੀ ਹੈ ਤਾਂ ਮਨ। ਦੇਖੋ ਇਹਦੇ ਵੀ ਦੋ ਰੂਪ ਨੇ। ਆਦਮੀ ਦੇ ਦੋ ਰੂਪ ਨੇ, ਇੱਕ ਆਦਮੀ ਚੰਗਾ, ਇੱਕ ਆਦਮੀ ਮਾੜਾ। ਉਹੀ ਆਦਮੀ ਹੈ ਨਾ। ਜਾਂ ਚੰਗਾ ਫਿਰ ਚਿੱਤ ਹੈ, ਜਾਂ ਮਾੜਾ ਫਿਰ ਮਨ। ਮਾੜਾ ਮਨ, ਚੰਗਾ ਚਿੱਤ। ਚੱਚੇ ਨਾਲ ਚੰਗਾ, ਮੰਮੇ ਨਾਲ ਮਾੜਾ। ਚੰਗਾ ਹੈ ਚਿੱਤ ਹੈ, ਮਾੜਾ ਮਨ। ਬਸ ਉਹ ਨੈਗੇਟਿਵ ਹੈ, ਪੋਜ਼ਿਟਿਵ ਹੈ। ਉਹੀ ਪੋਜ਼ਿਟਿਵ ਹੋਇਆ, ਚੰਗਾ ਹੋ ਗਿਆ ਚਿੱਤ ਹੈ, ਮਾੜਾ ਹੋ ਗਿਆ ਮਨ। ਜੇ ਆਪਣੇ ਮੂਲ ਨਾਲ ਜੁੜਦਾ ਜਾ ਕੇ ਚੰਗਾ, ਜੇ ਭੱਜਦਾ ਨਹੀਂ ਉਹਦੀ ਛਣ ਵਿੱਚ ਜਾਂਦਾ ਚੰਗਾ, ਜੇ ਬਾਗੀ ਹੁੰਦਾ ਤਾਂ ਮਾੜਾ। ਮਨ ਧੋਵੋ, ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਇਹ ਤਾਂ 10 ਦਾ ਫਾਰਮੂਲਾ। ਤੇ ਫਿਰ ਇਹਦਾ ਅਸੀਂ ਕੀਤਾ ਨਹੀਂ, ਇਹਦਾ ਅਸੀਂ ਕਰਦੇ ਨਹੀਂ, ਇਹਦਾ ਤਾਂ ਪ੍ਰਚਾਰ ਵੀ ਨਹੀਂ ਕਰਦੇ। ਕਿਉਂ ਨਹੀਂ ਕਰਦੇ ਪ੍ਰਚਾਰ ਇਹਦਾ? ਪੁਰਚਰਿਓ ਕੁਕਰਮ, ਪੁਰਚਰਿਓ ਕੁਕਰਮ, ਕੁਕਰਮ ਦਾ ਪ੍ਰਚਾਰ ਜੋ ਕਰ ਰਹੇ ਹਾਂ ਅਸੀਂ, ਤਾਂ ਕੁਕਰਮ ਦਾ ਪ੍ਰਚਾਰ ਕਰਨਾ। ਇਹਦਾ ਕਾਹਦੇ ਕਰੀਏ? ਇਹਦਾ ਗੁਰੂ ਕਰਦੇ ਰਹਿੰਦੇ। ਗੁਰੂ ਤੋਂ 100% ਆਕੀ ਹੋਏ ਨੇ, ਜਾਣ ਬੁੱਝ ਕੇ। ਗੁਰੂ ਦੀ ਗੋਲਕ ਖਾਈ ਜਾਂਦੇ ਨੇ, ਗੁਰੂ ਨਾਲ ਗੱਦਾਰੀ ਕਰੀ ਜਾਂਦੇ ਨੇ। ਕੁਛ ਨਹੀਂ ਇਹਨਾਂ ਕੋਲ ਕਹਿਣ ਨੂੰ। ਇਸੇ ਕਰਕੇ ਨਹੀਂ ਬੋਲਦੇ, ਬੋਲਣ ਵਿਚਾਰੇ ਝੂਠੇ ਜੋ ਹੈ। ਆ ਛੱਡਦੇ ਵੀ ਨਹੀਂ। ਫਿਰ ਦੇਖੋ ਇਹ ਵੀ ਨਹੀਂ ਵੀ ਪਲਟ ਜੀਏ, ਪਲਟਦੇ ਵੀ ਨਹੀਂ। ਹਾਂਜੀ, ਉਠ ਭਾਜ ਧਰਮ ਲੈ ਸੰਗ ਸੁਕਰਮ। ਉੱਠ ਭਾਜ ਧਰਮ, ਧਰਮ ਤਾਂ ਭੱਜ ਗਿਆ ਉੱਠ ਕੇ। ਉਹਨੇ ਕੀ ਲੈਣਾ? ਧਰਮ ਨੇ ਕੀ ਲੈਣਾ ਕੋ ਕਰਮੀਆਂ ਦੀ ਸਭਾ ਚੋਂ? ਉਹ ਆਪਣੇ ਪਾਸੇ ਹੋ ਗਿਆ ਨਾ। ਤੇ ਧਰਮ, ਉਠ ਭਾਜ ਧਰਮ ਲੈ ਸੰਗ ਸੁਕਰਮ, ਸਾਰੇ ਚੰਗੇ ਕਰਮ ਗੁਣਾਂ ਨੂੰ ਨਾਲ ਲੈ ਕੇ ਉਹ ਆਪਣੇ ਚਲਾ ਗਿਆ। ਕਹਿੰਦੇ ਇਹਨਾਂ ਨੂੰ ਔਗਣ ਛੱਡ ਜਾਓ, ਇਹ ਗੁਣ ਨਹੀਂ ਇਹਨਾਂ ਨੂੰ ਚਾਹੀਦੇ। ਧਰਮ ਪਾਸੇ ਹੋ ਗਿਆ, ਆਪਣੇ ਗੁਣ ਨਾਲ ਲੈ ਗਿਆ ਸਾਰੇ। ਸੁਕਰਮਾਂ ਨੂੰ ਕਹਿੰਦਾ ਆਓ ਚੱਲੀਏ ਆਪਾਂ, ਇਹਨਾਂ ਨੂੰ ਖੁੱਲੇ, ਇਹਨਾਂ ਨੂੰ ਨੰਗੇ ਹੋ ਕੇ ਨੱਚ ਲੈਣ ਦੋ। ਜਿੱਥੇ ਹੁਣ ਵਿਆਹ ਸ਼ਾਦੀ ਹੋਵੇ, ਕੋਈ ਹੋਵੇ ਪਾਰਟੀ ਹੋਵੇ, ਸਾਰੇ ਸ਼ਰਾਬੀ ਹੋ ਕੇ ਨੱਚਣ ਲੱਗ ਜਾਣ, ਸਿਆਣੇ ਆਦਮੀ ਪਾਸੇ ਹੋ ਕੇ ਬਹਿ ਜਾਂਦੇ ਨੇ ਜਿੱਥੇ ਨਾ ਦੇਖਣ। ਧਰਮ ਏਦਾਂ ਲੋਕ ਕੇ ਬਹਿ ਗਿਆ, ਕਿਤੇ ਛੁਪ ਕੇ ਬਹਿ ਗਿਆ, ਅੱਡ ਆਪਣੇ ਸੁਕਰਮ ਨਾਲ ਲੈ ਗਿਆ। ਗੁਣਾਂ ਦੀ ਫੌਜ ਨੂੰ ਲੈ ਕੇ ਉਹ ਇੱਕ ਪਾਸੇ ਹੋ ਕੇ ਬਹਿ ਗਿਆ, ਟਲ ਗਿਆ ਇਹਨਾਂ ਤੋਂ, ਪਾਸੇ ਹੋ ਗਿਆ। ਗੁਰਦੁਆਰੇ ਵੀ ਨਹੀਂ ਜਾਂਦਾ ਉਹਨੇ ਕੀ ਲੈਣਾ? ਹਾਂ, ਕਰ ਹੈ ਕੁਚਾਰ ਤਜ ਸੁਭ ਆਚਾਰ। ਸਾਰਿਆਂ ਨੇ ਸ਼ੁਭ ਕਰਮ ਛੱਡ ਕੇ, ਆਚਰਨ ਸ਼ੁਭ ਆਚਰਨ ਛੱਡ ਕੇ ਕੁਚਾਰ ਕਰਦੇ ਨੇ। ਉਲਟਾ ਆਚਰਨ ਹੋਇਆ ਹੈ। ਕਰ ਹੈ ਕੁਚਾਰ, ਕੁਚਾਰ ਤਜ ਸੁਭ ਆਚਾਰ। ਦਾਨ ਕਾਹਦਾ? ਦਾਨ ਨਾਮ ਦਾ ਨਹੀਂ ਹੈ। ਦਾਨ ਪੈਸਿਆਂ ਦਾ। ਦਾਨ ਦੀਆਂ ਰਸੀਦਾਂ ਕੱਟੀਆਂ ਜਾਂਦੀਆਂ ਨੇ, ਤੇ ਗੁਰਬਾਣੀ ਤਾਂ ਮੰਨਦੀ ਨਹੀਂ ਪੈਸਿਆਂ ਦੇ ਦਾਨ ਨੂੰ। ਤਾਂ ਨਾਮ ਦਾ ਨਿਸ਼ਾਨ ਮੰਨਦੀ ਹੈ। ਤੇ ਤੁਸੀਂ ਦਾਨ ਦੀਆਂ ਰਸੀਦਾਂ ਕਿਵੇਂ ਕੱਟਤੀ?
ਤੁਸੀਂ ਬੋਰੀਆਂ ਦਾ ਦਾਨ ਕਿਵੇਂ ਮੰਨ ਲਿਆ? ਤੁਸੀਂ ਪੈਸਿਆਂ ਦਾ ਦਾਨ ਕਿਵੇਂ ਮੰਨ ਲਿਆ? ਤੁਸੀਂ ਸੋਨੇ ਦਾ ਦਾਨ ਕਿਵੇਂ ਮੰਨ ਲਿਆ? ਤੁਸੀਂ ਕੱਪੜੇ ਰਵਾਲਿਆਂ ਦਾ ਦਾਨ ਕਿਵੇਂ ਮੰਨ ਲਿਆ? ਤੁਸੀਂ ਇੱਟਾਂ ਸੀਮੈਂਟ ਦਾ ਦਾਨ ਕਿਵੇਂ ਮੰਨ ਲਿਆ? ਉਹਨੂੰ ਕਿਸਾਸ ਗੁਰਬਾਣੀ ਤਾਂ ਕਹਿੰਦੀ ਨਹੀਂ ਦਾਨ ਹੈ, ਸਭ ਕੁਝ ਆਰ ਹੈ। ਆਚਰਣ ਵਿਗੜ ਗਿਆ ਸਾਰਾ ਕੁਝ ਆਰ ਹੈ। ਤਜ ਸ਼ੁਭ ਆਚਾਰ, ਸ਼ੁਭ ਆਚਾਰ ਛੱਡ ਦਿੱਤਾ, ਆਚਰਣ ਸ਼ੁਭ ਆਚਰਣ ਛੱਡਤਾ। ਸ਼ੁਭ ਆਚਰਣ ਹੁੰਦਾ ਕਿ ਗੁਰਮਤ ਅਨੁਸਾਰ ਆਪਣਾ ਆਚਰਣ ਰੱਖਣਾ, ਗੁਰਮਤ ਜੋ ਕਹਿ ਰਹੀ ਹੈ ਉਸੇ ਦਾ ਉਪਦੇਸ਼ ਦੇਣਾ, ਇਹ ਸ਼ੁਭ ਆਚਰਣ ਹੈ। ਜੋ ਕਹਿ ਰਿਹਾ ਜਿਹਦੀ ਤੂੰ, ਜੇ ਹੁਣ ਪਰਮੇਸ਼ਰ ਦਾ ਜਿਹਦਾ ਖਾਈਏ, ਜਿਹਦਾ ਦਿੱਤਾ ਖਾਵਣਾ ਇਸ ਕਹੀਏ ਸਾਬਾਸ। ਉਹ ਕਹਿੰਦਾ ਵੀ ਦਿੱਤਾ ਕਿਹਦਾ ਖਾਣੇ ਆ ਸਾਰੇ ਹੀ ਉਹਦਾ, ਤੇ ਗੁਣ ਕਿਹਦੇ ਗਾਉਣੇ ਨੇ ਉਹਦੇ, ਹੋਰ ਕਿਸੇ ਦੇ ਗੁਣ ਨਹੀਂ ਗਾ ਸਕਦੇ। ਕਾਦਰ ਦੇ ਗੁਣ ਗਾ ਸਕਦੇ ਆ, ਕੁਦਰਤ ਹੈ ਜਿਹਦੀ, ਹੋਰ ਨਹੀਂ ਕਿਸੇ ਦੇ ਗਾ ਸਕਦੇ। ਸਾਰਿਆਂ ਨੇ ਉਹਦੇ ਹੀ ਗਾਏ ਨੇ, ਨਾਨਕ ਨੇ ਵੀ ਉਹਦੇ ਗਾਏ ਨੇ, ਭਗਤਾਂ ਨੇ ਵੀ ਉਹਦੇ ਹੀ ਗਾਏ ਨੇ ਸ਼ੁਰੂ ਤੋਂ ਲੈ ਕੇ। ਇਹੀ ਉਹਨਾਂ ਨੇ ਕਿਹਾ ਉਹਦੇ ਹੀ ਗਾਓ, ਪਰ ਜਿੱਦਾਂ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼। ਇਹ ਸ਼ੁਭ ਆਚਾਰ ਹੈ, ਇਹ ਸ਼ੁਭ ਆਚਾਰ ਹੈ। ਹੋਰ ਕਿਸੇ ਲੀਡਰ ਦੇ ਗੁਣ ਨਹੀਂ ਗਾਉਣੇ। ਉਹ ਉੱਠ ਕੇ, ਤੁਸੀਂ ਭੋਗ ਪੈਂਦਾ ਹੋਵੇ, ਲੀਡਰ ਆ ਜਾਵੇ, ਭੋਗ ਛੱਡ ਜਾਂਦਾ, ਉੱਠ ਕੇ ਉਹਦੇ ਪੈਰੀ ਪੈਣ ਲੱਗ ਜਾਂਦੇ ਨੇ। ਗੁਰਦੁਆਰੇ ਆ ਕੇ ਚਾਹੇ ਮੱਥਾ ਬਣਾ ਟੇਕਾ ਹੋਵੇ, ਪਿੱਛੇ ਬਹਿ ਗਿਆ ਹੋਵੇ, ਵੀ ਉਹਨੇ ਆਉਣਾ, ਮੈਂ ਇੱਧਰ ਪਿੱਛੇ ਭੱਜ ਕੇ ਪਹਿਲਾਂ ਹੀ ਨੇੜੇ ਚਲੇ ਜਾਊਂਗਾ। ਆਹ ਤਾਂ ਗੱਲ ਹੋਈ ਹੈ। ਇੱਥੇ ਤੱਕ ਦਾ ਤੁਹਾਡੇ ਕੋਈ ਇੱਜ਼ਤ ਹੈ ਗੁਰੂ ਗ੍ਰੰਥ ਸਾਹਿਬ ਦੀ। ਹਾਂਜੀ, ਭਈ ਕਿਰਿਆ ਔਰ ਸਭ ਠੌਰ ਠੌਰ, ਭਈ ਕਿਰਿਆ ਔਰ ਸਭ ਠੌਰ ਠੌਰ। ਹੋਰ ਹੀ ਕੰਮ ਸ਼ੁਰੂ ਕਰ ਲਿਆ, ਹੋਰ ਹੀ ਕਿਰਿਆ ਸ਼ੁਰੂ ਕਰ ਲਈ। ਆ ਸੰਤ ਰੋਜ਼ੇ ਕਰੀ ਜਾਂਦੇ ਨੇ, ਹੋਰ ਕਰਿਆ ਸ਼ੁਰੂ। ਜਗ੍ਹਾ ਜਗ੍ਹਾ ਠੌਰ ਠੌਰ ਨਾਲ, ਜਗ੍ਹਾ ਜਗ੍ਹਾ ਥਾਂ ਥਾਂ ਹੋਰੇ ਕਿਰਿਆ ਸ਼ੁਰੂ ਕਰ ਲਈ। ਆਪਣੀ ਆਪਣੀ ਮਰਿਆਦਾ ਸ਼ੁਰੂ ਕਰ ਲਈ, ਆਪਣੀ ਆਪਣੀ ਕਿਰਿਆ ਕਰਮ ਸ਼ੁਰੂ ਕਰ ਲਈ, ਕਰਮ ਕਾਂਡ ਆਪਣੇ ਆਪਣੇ ਬਣਾ ਲਏ। ਨਹੀਂ ਕਰਤ ਸੰਗ ਪ੍ਰੇਰਿਤ ਅਨੰਗ, ਨਹੀਂ ਕਰਤ ਸੰਗ ਪ੍ਰੇਰਿਤ ਅਨੰਗ। ਸੰਗਤ ਨਹੀਂ ਕਰਦੇ, ਜੁੜ ਕੇ ਨਹੀਂ ਰਹਿੰਦੇ, ਮਨ ਔਰ ਚਿੱਤ ਦੀ ਆਪਣੇ ਅੰਦਰ ਨਹੀਂ ਜੁੜੇ ਹੋਏ। ਸੰਗ ਪ੍ਰੇਰਿਤ ਅਨੰਗ, ਮਨ ਦੇ ਪ੍ਰੇਰਣਾ ਦੇ ਵਿੱਚ ਹੈ ਬੁੱਧੀ, ਮਨ ਦੇ ਪਿੱਛੇ ਲੱਗੀ ਹੋਈ ਹੈ, ਮਨਮੁਖੀ ਹੋਈ ਹੈ, ਪ੍ਰੇਰਣਾ ਕੀਤੀ ਹੋਈ ਹੈ। ਪ੍ਰੇਰਿਤ ਕੀ ਅਨੰਗ ਕਹਿੰਦੇ ਮਨ ਨੂੰ, ਮਨ ਪ੍ਰਧਾਨ ਹੈ। ਪ੍ਰੇਰਿਤ ਅਨੰਗ, ਮਨ ਦੀ ਪ੍ਰੇਰਣਾ ਚਾਹੇ ਬੁੱਧੀ, ਉਹ ਜੋ ਮਨ ਕਹਿ ਰਿਹਾ ਉਹੀ ਕਰ ਰਹੀ। ਆਪਣੇ ਆਪਣੇ ਮਨ ਦੀ ਮਰਜ਼ੀ ਕਰ ਰਹੇ ਨੇ ਸਾਰੀ। ਗੁਰੂ ਦੀ ਮਰਜ਼ੀ ਨੂੰ, ਗੁਰੂ ਦੀ ਗੱਲ ਨੂੰ ਕੋਈ ਨਾ ਸੁਣਦਾ ਨਾ ਮੰਨਦਾ। ਜਾਂ ਸੁਣਨਾ ਮੰਨਣਾ ਨਹੀਂ, ਚੱਲਣਾ ਸਵਾਹ ਹੈ। ਚੱਲਣਾ ਤਾਂ ਬਾਤ ਦੀ ਗੱਲ ਹੈ। ਕੋਈ ਸੁਣ ਯਾਰ ਮੰਨੇ ਤੇ ਚੱਲੂਗਾ, ਜਾਂ ਸੁਣਨਾ ਹੀ ਨਹੀਂ ਤੇ ਚੱਲਣਾ ਕਿਹਦੇ? ਕਰ ਸੁਤਾ ਭੋਗ ਜੋ ਹੈ ਅਜੋਗ, ਕਰ ਸੁਤਾ ਭੋਗ। ਸੁਤਾ ਹੁੰਦਾ ਲੜਕੀ ਨੂੰ ਕਹਿੰਦੇ, ਲੜਕੀ ਹੁੰਦੀ ਹੈ ਵਿਦਿਆ। ਵਿਦਿਆ ਲੜਕੀ ਹੁੰਦੀ ਹੈ ਨਾ, ਕੋਈ ਲੜਕਾ ਵੇਚੀ, ਲੜਕੀ ਵੇਚੇ ਕੋਈ। ਵਿਦਿਆ ਜਿਹੜੀ ਹੈ, ਵਿਦਿਆ ਦੇ ਆਧਾਰ ਤੇ ਖਾਣ ਪੀਣ ਭੋਗ ਨੇ। ਕਰ ਸੁਤਾ ਭੋਗ, ਵਿਦਿਆ ਨੇ ਜੋ ਪੜਾਇਆ ਨਾ, ਵਿਦਵਾਨਾਂ ਨੇ ਜੋ ਪੜਾਇਆ ਉਹ ਸੱਚ ਮੰਨ ਲਿਆ। ਮਾਂ ਬਾਪ ਬਾਹਰਲੇ ਮੰਨ ਲਏ, ਭੈਣ ਭਾਈ ਬਾਹਰਲੇ ਮੰਨਦੇ, ਜੰਮਣਾ ਮਰਨਾ ਮੰਨ ਲਿਆ, ਭੋਗ ਹੈ, ਖਾ ਲਿਆ। ਇਹ ਪੜ੍ਹੇ ਨੂੰ ਅਨਪੜ੍ਹਿਆ ਕਰਨਾ ਹੁਣ ਉਹੀ ਮੰਨਦੇ ਨੇ। ਮਰਨਾ ਜੰਮਣਾ ਮੰਨਦੇ ਨੇ, ਪੁੰਨ ਪਾਪ ਨੂੰ ਮੰਨਦੇ ਨੇ, ਗੁਰਬਾਣੀ ਮੰਨਦੀ ਨਹੀਂ। ਇਹ ਸੁਤਾ ਭੋਗ ਹੈ। ਵਿਦਿਆ ਤੋਂ ਜੋ ਤੁਹਾਨੂੰ ਗਿਆਨ ਮਿਲਿਆ ਸੁਤਾ ਭੋਗ ਹੈ। ਬ੍ਰਹਮ ਗਿਆਨੀ ਕਾ ਭੋਜਨ ਉਹ ਹੈ ਭੋਗ। ਹੋਰ ਉਹ ਮਾਤਾ ਦਾ ਪ੍ਰਸ਼ਾਦ ਹੈ। ਭੋਗ ਦਾ ਮਤਲਬ ਪ੍ਰਸ਼ਾਦ ਹੈ, ਖਾਣ ਵਾਲੀ ਚੀਜ਼। ਗੁਰਪ੍ਰਸਾਦ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਇਸਤਰੀ ਲਿੰਗ ਤੋਂ ਆਇਆ। ਇਹ ਉਹ ਗੁਰ ਆਇਆ ਪੁਲਿੰਗ ਤੋਂ, ਗੁਰਪ੍ਰਸਾਦ। ਇਹ ਮਾਤਾ ਤੋਂ ਜੋ ਮੱਤ ਮਿਲੀ ਹੈ, ਉਹਦਾ ਜਿਹੜਾ ਭੋਗ ਹੈ ਗੁਰਮਤ ਤੋਂ ਜੋ ਮਿਲਿਆ ਉਹ ਗਿਆਨ। ਮਾਤਾ ਹੀ ਹੁਣ ਕੋਈ ਦਿੰਦੀਆਂ ਨੇ ਨਾ ਖਾਣ ਨੂੰ, ਪਕਾ ਕੇ ਰਸੋਈ ਤਿਆਰ ਕਰਕੇ। ਬ੍ਰਹਮ ਗਿਆਨੀ ਦਾ ਭੋਜਨ ਗਿਆਨ, ਇਹ ਤਾਂ ਮਾਤਾ ਦਾ ਪ੍ਰਸ਼ਾਦ। ਇਹ ਸੁਤਾ ਭੋਗ ਹੈ। ਇਹ ਸੁਤਾ ਭੋਗ ਹੈ ਜਿਹੜਾ ਵਿਦਵਾਨਾਂ ਦਾ, ਸਿਮਰਤ ਸ਼ਾਸਤਰਾਂ ਦਾ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤ ਹੈ। ਸਾਨੂੰ ਉਹ ਤੋਂ ਤੱਤ ਗਿਆਨ ਨਹੀਂ ਮਿਲਣਾ ਤੁਹਾਨੂੰ।
ਸੁਤਾ ਭੋਗ ਜੋ ਪੁੰਨ ਪਾਪ ਦੀ ਸਿੱਖਿਆ ਮਿਲਣੀ ਹੈ। ਜੋ ਹੈ ਅਜੋਗ, ਇਹ ਤਾਂ ਯੋਗ ਹੈ ਨਹੀਂ, ਜੋ ਹੈ ਅਜੋਗ, ਇਹ ਯੋਗ ਨਹੀਂ ਹੈ, ਅਯੋਗ ਹੈ। ਇਹ ਯੋਗ, ਅਯੋਗ ਕੀ ਹੈ? ਯੋਗ ਹੈ ਆਪਣੇ ਆਤਮਾ ਨਾਲ ਜੋੜਨਾ, ਅਯੋਗ ਹੈ ਮਾਇਆ ਨਾਲ ਜੋੜਨਾ। ਇਹੀ ਤਾਂ ਮਾਇਆ ਨਾਲ ਜੋੜੂਗਾ ਤੁਹਾਨੂੰ। ਯੋਗ ਤੋਂ ਉਲਟਾ ਯੋਗ ਹੁੰਦਾ ਹੈ। ਇਹ ਪੁੱਠੇ ਪਾਸੇ ਜੋੜ ਦੂਗਾ ਹੁਣ ਤੁਹਾਨੂੰ। ਇਸ ਕਰਕੇ ਅਸੀਂ ਮਾਇਆ ਨਾਲ ਜੁੜ ਗਏ ਹਾਂ। ਵਿਦਵਾਨ ਜਿਹੜੇ ਸੀ ਉਹਨਾਂ ਨੇ ਪੁੰਨ ਪਾਪ ਨਾਲ ਜੋੜ ਕੇ ਮਾਇਆ ਨਾਲ ਜੋੜਤੇ। ਔਖੀ ਹੈ ਪੰਕਤੀ ਇਹ। ਟੀਕਾਕਾਰ ਦਾ ਅਰਥ ਹੋਰੇ ਕਰਕੇ ਓਏ ਇਹੀ ਕਰੂਗਾ, ਇਹਨੂੰ ਕੀ ਪਤਾ, ਇਹਨੂੰ ਕੀ ਪਤਾ ਹੈ। ਇਹ ਤਾਂ ਇਹ ਮਤ ਨੂੰ ਆਪਣੀ ਨੂੰ ਵਿਚਾਰ ਰਿਹਾ। ਇਹਦਾ ਕੋਈ ਪ੍ਰੋਬਲਮ ਹੈ, ਇਹਨੇ ਆਪਣੀ ਬਰਾਬਰੀ ਮਤ ਬਚਾਉਣੀ ਹੈ। ਪੰਡਤ ਹੈ 100 ਨੰਬਰ ਲੈ ਕੇ 10 ਨੰਬਰ ਹੀ ਕਰ ਗਿਆ। ਹਾਂ, ਇਹ ਤਾਂ ਉਹਨੂੰ ਬਚਾਊਗਾ। ਉਹ ਬਹੁਤ ਡੂੰਗੀ ਰੱਖ ਕੇ ਗੱਲ ਕਰ ਰਹੇ ਨੇ, ਡਾਇਰੈਕਟ ਨਹੀਂ ਕਰ ਰਹੇ, ਇਨਡਾਇਰੈਕਟ। ਹੁਣ ਉਹਨੇ ਕਿਹਾ ਲੜਕਾ ਕੋਈ ਲੜਕੀ ਕੋਈ ਲੜਕਾ ਵੇਚੀ, ਲੜਕੀ ਵੇਚੇ ਕੋਈ। ਹੁਣ ਇਹਦੇ ਅਰਥ ਕੀ ਕਰਨਗੇ? ਕੌਣ ਲੜਕਾ ਵੇਚਦਾ ਸੀ ਕਾਸ਼ੀ 'ਚ? ਲੜਕੀ ਕੌਣ ਵੇਚਦਾ ਸੀ ਕਾਸ਼ੀ 'ਚ? ਕੋਈ ਵੀ ਨਹੀਂ ਸੀ ਵੇਚਦਾ। ਡੂੰਗੀ ਵਾਰੀ ਹੋਈ ਗੱਲ ਹੈ। ਸਾਂਝਾ ਕਰੇ ਕਬੀਰ ਸਿੰਘ, ਹਰਸੋਂ ਬਣਦੀ ਕਰੇ। ਹਰਸੋਂ ਬਣਦੀ ਕਿਹਨੇ ਕਰਨਾ ਸੀ? ਕਬੀਰ ਕੌਣ ਹੈ? ਕਬੀਰ ਅੰਦਰ, ਕਬੀਰ ਆਪ ਨਹੀਂ ਕਬੀਰ ਹੈਗਾ। ਕਹਿੰਦਾ ਤੂੰ ਕਬੀਰ, ਕਬੀਰਾ ਤੂੰ ਹੀ, ਤੇਰਾ ਨਾਮ ਕਬੀਰ। ਕਬੀਰ ਦਾ ਅਰਥ ਬਦਲ ਗਿਆ। ਇਹ ਡੂੰਗੀ ਗੱਲ ਸੀ ਬਹੁਤ। ਉਹ ਕਹਦੇ ਕਰਦੇ ਉਹਨਾਂ ਦੀ ਮੱਤ ਜਾਂਦੀ ਹੈ ਅਸਲ ਦੇ ਵਿੱਚ। ਉਹਦੀ ਪ੍ਰੋਬਲਮ ਹੈ, ਉਹਨੂੰ ਬਚਾਉਣਾ ਆਪਣੀ ਮੱਤ ਨੂੰ। ਬਾਹਰ ਮੁਖੀ ਅਰਥ ਕਰ ਰਿਹਾ। ਬਾਹਰ ਮੁਖੀ ਕਰੂਗਾ ਹੀ ਉਹ। ਕਿਉਂ ਕਰੂਗਾ ਅੰਦਰ ਮੁਖੀ ਅਰਥ? ਇਹ ਬ੍ਰਹਮ ਵਿਚਾਰ ਦਾ ਅਰਥ ਬਾਹਰ ਮੁਖੀ ਕਰਕੇ ਉਹਨੇ ਆਪਣੀ ਮੱਤ ਬਚਾਉਣੀ ਹੈ, ਵਿਦਿਆ ਬਚਾਉਣੀ ਹੈ। ਵਿਦਵਾਨ ਹੈ, ਉਹ ਪੰਡਤ ਹੈ। ਉਹ ਤਾਂ ਗਿਆ ਫਿਰ। ਇਹ ਪੰਡਤੇ ਸਾਨੂੰ ਉਲਟੇ ਰਾਹ ਪਾ ਰਿਹਾ। ਫਿਰ ਉਹ ਆਪਣਾ ਕੰਮ ਕਰ ਰਿਹਾ, ਆਪਣਾ ਕੰਮ ਨਹੀਂ ਕਰ ਰਿਹਾ। ਉਹਨੇ ਆਪਣਾ ਕੰਮ ਨਹੀਂ ਕਰਨਾ। ਕਾਸ਼ੀ ਦਾ ਪੜਿਆ ਹੋਇਆ ਹੈ। ਤਜ ਲਾਜ ਭਾਜ ਜੇ ਹੁਣ ਸਿਮਰਤ ਸ਼ਾਸਤ ਨੂੰ ਸੁਦਾ ਭੋਗ ਕਹਿੰਦਾ, ਕਿੱਡੀ ਭੈੜੀ ਗੱਲ ਹੈ। ਜੇ ਸਿਮਰਤ ਸ਼ਾਸਤਰ ਦੇ ਪਾਠ ਨੂੰ ਸੁਤਾ ਭੋਗ ਦੇ ਬਰਾਬਰ ਕਹਿ ਦਈਏ, ਗੁਰਮਤ ਦਾ ਜਿਹੜਾ ਹੈਗਾ ਖੁਰਾਕ, ਵੀ ਲੜਕੀ ਵੇਚਣ ਦੇ ਬਰਾਬਰ ਹੈ। ਲੜਕੀ ਵੇਚਣ ਦੇ ਬਰਾਬਰ ਹੀ ਹੈ। ਸੁਦਾ ਹੋ ਗਿਆ। ਉਹ ਲੜਕੀ ਵੇਚਣ ਵਾਲੇ ਵੀ ਨਹੀਂ ਸੁਦਾ ਭੋਗਤਾ ਕਰਦੇ। ਚਲੋ ਲੜਕੀ ਵੇਚ ਕੇ ਉਹਦਾ ਜਿਹੜਾ ਪੈਸਾ ਉਹ ਖਾ ਗਏ, ਸੁਦਾ ਭੋਗ ਮੰਨ ਲੈਂਦੇ। ਖਾਣ ਵਾਸਤੇ ਹੀ ਪੈਸਾ ਵੇਚਦੇ ਨੇ। ਵੀ ਲੜਕੀ ਉਹ ਖਾ ਲਈ, ਸਮਝ ਲਓ। ਵਿਦਿਆ ਵੇਚਦੇ ਹੀ ਨੇ, ਵਿਦਿਆ ਵੇਚਦੇ ਨਹੀਂ ਸੀ। ਮੂਰਖ ਵਿਦਿਆ ਬੇਕਰਦਾ ਬੇਕਟੇ ਬੇਖਾਏ। ਉਹਨੇ ਵਿਦਿਆ ਵੇਚਦੇ ਤੇ ਨਾ, ਉਹੀ ਲੜਕੀ ਵੇਚਦੇ ਸੀ। ਵਿਦਿਆ ਵੇਚਦਾ ਲਿਖਿਆ ਗੁਰੂ ਨਾਨਕ ਨੇ ਫਿਰ ਬਾਅਦ ਚ। ਉਹਨੇ ਕਿਹਾ ਲੜਕੀ ਦਾ ਪਤਾ ਹੀ ਲੱਗਣਾ ਇਹਨਾਂ ਨੂੰ ਵਿੱਚੇ। ਕਬੀਰ ਕੀ ਕਹਿੰਦਾ, ਕੌਣ ਕੌਣ ਗੱਲ। ਉਹ ਕਹਿੰਦਾ ਕੋਈ ਲੜਕਾ ਵੇਚੀ, ਲੜਕੀ ਵੇਚੇ ਕੋਈ। ਗੁਰਬਾਣੀ ਨੇ ਵਿਆਖਿਆ ਕਰਤੀ, ਮਨਮੁਖ ਵਿਦਿਆ ਵੇ ਕਰਦਾ, ਵਿੱਚ ਵਿਦਿਆ ਵੇਚਦਾ। ਵਿਖੱਟੇ ਵਿਖਾਏ, ਵਿਖੱਟੇ ਵਿਖਾਏ। ਵਿਦਿਆ ਅਸੀਂ ਪੜ੍ਹੀ ਹੈ ਇੱਥੇ। ਵਿਦਿਆ ਦਾ ਗਿਆਨ ਇੱਥੇ ਸਾਡੀ ਕਮਾਈ ਹੈ। ਮਨ ਬੁੱਧੀ ਦੀ ਸੰਸਾਰੀ ਜਿਹੜੀ ਸੰਸਾਰ ਜੇ ਕਮਾਈ ਹੈ ਤਾਂ ਵਿਦਿਆ ਗਿਆਨ, ਇਹ ਦੋਏ ਬਕਾਊ ਨੇ। ਡਾਕਟਰ ਬਣ ਕੇ ਵੇਚਦੇ ਨਹੀਂ ਵਿਦਿਆ, ਵਕੀਲ ਬਣ ਕੇ ਵੇਚਦੇ ਨਹੀਂ ਵਿਦਿਆ। ਸਾਰੇ ਵੇਚਦੇ ਨੇ। ਨਾ ਗਿਆਨ ਵੀ ਵਿਕਦਾ, ਵਿਦਿਆ ਵੀ ਵਿਕਦੀ ਹੈ। ਜੇ ਪੜ੍ਹਾਉਣ ਲੱਗ ਜਾਂਦਾ ਵਿਦਿਆ ਵੇਚਦਾ, ਜੇ ਉਹ ਪ੍ਰੈਕਟਿਸ ਕਰਦਾ ਡਾਕਟਰ ਜਾਂ ਵਕੀਲ, ਉਹ ਗਿਆਨ ਵੇਚਦਾ। ਤਜ ਲਾਜ ਭਾਜ ਸੰਯੁੱਤ ਸਮਾਜ। ਲਾਜ ਨੂੰ ਭੱਜ ਗਏ ਸਾਰੀ ਸਮਾਜ ਇਕੱਠਿਓ। ਸੰਯੁੱਤ ਸਮਾਜ, ਹਾਂ, ਸਾਰੀ ਸਮਾਜ ਲਾਜ ਨੂੰ ਛੱਡ ਕੇ ਭੱਜ ਗਈ। ਲਾਜ ਨੂੰ ਛੱਡ ਕੇ ਭੱਜ ਕੇ ਕਹਿਤਾ ਨਹੀਂ ਹੈ ਇਹ ਜਿਹਾ ਸਿੱਖ। ਸ਼ਰਮ ਛੱਡਤੀ। ਸ਼ਰਮ ਨੂੰ ਤਿਆਗ ਕੇ ਮੰਨ ਕੇ ਵੀ ਹੈ ਨਹੀਂ ਸਿੱਖ ਕੋਈ। ਕਿਸੇ ਨੇ ਨਹੀਂ ਕਿਹਾ ਕਿਉਂ ਨਹੀਂ ਹੈ। ਔਰ ਇਹ ਵੀ ਨਹੀਂ ਕਿਸੇ ਨੇ ਕਿਹਾ ਵੀ ਹੁਣ ਜੇ ਹੈ ਨਹੀਂ ਭਾਈ ਪੈਦਾ ਕਰੀਏ ਸਿੱਖੀ। ਇਹ ਵੀ ਨਹੀਂ ਕਿਹਾ ਕਿਸੇ ਨੇ, ਸਲਾਹ ਹੀ ਨਹੀਂ ਕਿਸੇ ਦੀ। ਕਿਸੇ ਨੇ ਝਟਕਾ ਹੀ ਨਹੀਂ ਕਿਸੇ ਨੂੰ ਵੱਜਿਆ ਵੀ ਕੀ ਕਹਿਤਾ, ਕੀ ਹੋ ਗਿਆ। ਸਿੱਖੀ ਨੂੰ ਛੱਡਦੇ ਜਾਂਦੇ ਨੇ ਬੱਚੇ ਸਾਡੇ। ਸਿੱਖੀ ਹੈ ਕਿੱਥੇ? ਨਾਲੇ ਤੁਸੀਂ ਕਹਿੰਦੇ ਸਾਡੇ ਕੋਲ ਸਿੱਖੀ ਹੈ ਨਹੀਂ।
ਛੱਡਦੇ ਕਿਹੜੀ ਸਿੱਖੀ ਨੂੰ? ਇਹ ਤੁਹਾਡੇ ਕੋਲ ਹੈ ਹੀ ਨਹੀਂ, ਤੁਸੀਂ ਪ੍ਰਚਾਰ ਦੇ ਨਹੀਂ। ਸਿੱਖੀ ਤਾਂ ਤੁਸੀਂ ਰਹਿਣ ਨਹੀਂ ਦਿੱਤੀ। ਸਪਰੇ ਰੋਜ਼ ਤੜਕੇ ਸ਼ੁਰੂ ਕਰ ਦਿੰਦੇ ਹੋ। ਐਂਟੀ ਸਿੱਖੀ ਦੀ ਸਪਰੇ ਹੁੰਦੀ ਹੈ ਰੋਜ਼ ਤੜਕੇ ਤੇ ਉੱਠ ਕੇ। ਜਾਂ ਕੁਕਰਮ ਕੀ ਹੈ? ਕੁਕਰਮ ਦਾ ਪ੍ਰਚਾਰ ਜਿਹੜਾ ਸ਼ੁਰੂ ਇੱਥੋਂ ਹੈ ਵੀ ਤੜਕੇ ਹੀ ਉੱਠ ਕੇ ਸ਼ੁਰੂ ਤੇ ਹੀ ਗੁਰਬਾਣੀ ਦੀ ਬਿਮਾਰਮੈਂਟ ਹੈ। ਤੁਸੀਂ ਗੁਰਮਤਿ ਦਾ ਖਿਲਾਫ ਸ਼ੁਰੂ ਕਰਦੇ ਨੇ ਤੜਕੇ ਉੱਠ ਕੇ। ਇਹ ਫਜ਼ਲ ਹੋਵੇ ਕਿਵੇਂ? ਸਪਰੇ ਤਾਂ ਜਦੇ ਸ਼ੁਰੂ ਕਰ ਦਿੰਦੇ ਦੇ ਖਿਲਾਫ। ਘਟ ਚਲਾ ਧਰਮ ਬੜਿਓ ਅਧਰਮ। ਘਟ ਚਲਾ ਧਰਮ ਘਟ ਗਿਆ। ਬੜਿਓ ਅਧਰਮ ਧਰਮ ਵੱਧ ਗਿਆ। ਧਰਮ ਬਹੁਤ ਘਟ ਗਿਆ। ਧਰਮ ਦੀ ਗੱਲ ਕੋਈ ਕਰਦਾ ਹੀ ਨਹੀਂ। ਬੜੇ ਉਹ ਧਰਮ ਨਦੀਨ ਨੇ ਫਸਲ ਦਬ ਲਈ। ਫਸਲ ਨਹੀਂ ਦਿੰਦੀ ਵਿੱਚ। ਕਾਫੂ ਤੇ ਦਿੰਦਾ। ਬੀਜੀ ਸੀ ਮੱਕੀ, ਬੀਜੀ ਸੀ ਕਪਾਹ, ਦਿੰਦਾ ਸਾਰਾ ਕਾਫੂਸ। ਦਿੰਦੀ ਉਹ ਨਹੀਂ ਲੱਭਦੀ, ਉਹ ਨਹੀਂ ਕਿਤੇ ਹੁੰਦਾ ਕਪਾਹ ਦਾ। ਉਹ ਸਾਰਾ ਹੀ ਉੱਤੇ ਦੀ ਹੋਇਆ ਖੜਾ। ਧਰਮ ਤਾਂ ਉੱਤੇ ਦੀ ਹੋਇਆ ਖੜਾ। ਧਰਮ ਤਾਂ ਲੱਭਦਾ ਹੀ ਨਹੀਂ ਕਿਤੇ ਥੱਲੇ। ਜੇ ਹੈ ਵੀ ਕਦੇ ਬਰੀਕ ਜਿਹਾ ਡਾਲ ਜਿਹਾ ਇਕੱਲਾ ਹੀ ਪੀੜਾ ਜਿਹਾ ਹੋਇਆ ਖੜਾ, ਉਹ ਵੀ ਪੀੜਾ ਜਿਹਾ ਹੀ ਹੈ। ਹਾਂਜੀ। ਕ੍ਰੀੜਤ ਕੁਨਾਰ ਤਜ ਧਰਮਵਾਰ। ਹਾਂ, ਕੁਨਾਰ ਜਿਹੜੀ ਹੈ ਦੁਰਮਤ, ਜਿਹੜੀ ਦੁਰਮਤ ਨੂੰ ਕੁਨਾਰ ਕਹਿੰਦੇ ਨੇ। ਦੁਰਮਤ ਹੈ ਜਿਹੜੀ, ਇਹਦੇ ਨਾਲ ਖੂਬ ਕਰਦੇ। ਕ੍ਰੀੜਤ ਕੁਨਾਰ, ਕ੍ਰੀੜਤ ਕੀ ਆ ਜਿਹੜੇ ਸ਼ੋਭਾ ਯਾਤਰਾ ਨੇ ਕੁਨਾਰ ਦੇ ਹੀ ਨੇ। ਹੋਰ ਕੀ ਹੈ? ਤੇ ਗੱਤਕਾ ਵੀ ਖੇਡਦੇ ਨੇ, ਮੂਹਰੇ ਸਭ ਕੁਝ ਕਰਦੇ ਨੇ, ਬਾਜੇ ਵੱਜਦੇ ਨੇ। ਜੇ ਰਾਤ ਹੋਵੇ ਤਾਂ ਲਾਈਟਾਂ ਵੀ ਹੁੰਦੀਆਂ ਨੇ, ਵਰਖਾ ਹੁੰਦੀ ਹੈ, ਸਾਰਾ ਕੁਝ ਫੁੱਲਾਂ ਦੀ ਵਰਖਾ ਹੁੰਦੀ ਹੈ। ਕ੍ਰੀੜਾ ਹੈ, ਕ੍ਰੀੜਾ ਕ੍ਰੀੜਾ ਕਰਦੇ ਨੇ ਕੁਨਾਰ ਨਾਲ। ਦੁਰਮਤ ਨਾਲ ਹੱਸਦੇ ਖੇਲਦੇ ਨੇ। ਇਹਦੇ ਵਿੱਚ ਹੀ ਗੁਲਤਾਨ ਹੋਏ ਨੇ, ਗੁਲਤਾਨ। ਉਹ ਕਹਿੰਦੇ ਨੇ ਰੰਗ ਰਲੀਆਂ ਮਨਾਉਣੀਆਂ, ਕ੍ਰੀੜਾ ਨੂੰ ਕਹਿੰਦੇ ਨੇ। ਦੁਰਮਤ ਨਾਲ ਰੰਗ ਰਲੀਆਂ ਮਨਾਉਂਦੇ ਨੇ। ਦੁਰਮਤ ਰੰਗ ਰਲੀਆਂ ਹੀ ਨੇ। ਦੇਖੋ ਨਾ, ਲਾਈਟਾਂ ਲਾਉਣੀਆਂ, ਦੀਵਾਲੀ ਨੂੰ ਕਿੰਨਾ ਕੁਛ ਕਰਦੇ ਨੇ। ਕੀ ਕਰਦੇ ਨੇ? ਆਤਿਸ਼ਬਾਜ਼ੀ। ਉਹ ਕ੍ਰੀੜਾ ਹੀ ਹੈ। ਬੈਂਡ ਬਾਜੇ, ਉਹ ਜਿਹੜਾ ਪਖੰਡਵਾਦ ਕਰਦੇ ਨੇ, ਉਹ ਕੀ ਹੈ? ਦੀਵਾਲੀ ਅੰਮ੍ਰਿਤਸਰ ਦੀ ਕਹਿੰਦੇ। ਦੀਵਾਲੀ ਅੰਮ੍ਰਿਤਸਰ ਦੀ ਦੀਵਾਲੀ ਮਸ਼ਹੂਰ ਹੈ। ਕੁਨਾਰ ਦੀ ਕ੍ਰੀੜਾ। ਹੋਰ ਕੀ ਹੈ? ਹੋਰ ਕੀ ਹੈ? ਅੰਮ੍ਰਿਤਸਰ ਦੀ ਉਹ ਦੀਵਾਲੀ ਹੋਣੀ ਸੀ। ਅੰਮ੍ਰਿਤਸਰ ਹੈ ਹੀ ਉਹਨਾਂ ਦਾ। ਅਨੰਦਪੁਰ ਸਾਹਿਬ ਦੀ ਦੀਵਾਲੀ ਕਾਹਤੇ ਨਹੀਂ? ਅਨੰਦਪੁਰ ਦਾ ਹੋਦਾ ਹੈ। ਅੱਜ ਧਰਮਵਾਰ, ਅੱਜ ਧਰਮ ਦੁਹਾਰ ਵਾਰ, ਧਰਮਵਾਰ। ਹਾਂ, ਧਰਮਵਾਰ। ਧਰਮ ਜਿਹੜਾ ਸੀ ਅਸਲੀ ਧਰਮ ਛੱਡ ਦਿੱਤਾ। ਧਰਮ ਨੂੰ ਤਾਂ ਕੁਰਬਾਨ ਕਰਤਾ। ਵਾਰਤਾ ਕੁਨਾਰ ਤੇ ਉਹ ਤਾਂ ਕੁਰਬਾਨ ਕਰਤਾ ਧਰਮ। ਧਰਮ ਦਾ ਜਿਹੜਾ ਧਨ ਸੀ ਨਾ, ਧਰਮ ਦਾ ਧਨ ਸੀ ਜਿਹੜਾ, ਉਹਦੇ ਸਿਰ ਤੇ ਦੀ ਵਾਰ ਕੇ ਛੱਡ ਦਿੱਤਾ। ਨੋਟ ਨਹੀਂ ਸਿਰ ਦਿੰਦੇ, ਸਿਰ ਤੇ ਦੀ ਵਾਰ ਕੇ ਨੋਟ ਨਹੀਂ ਸਿਰਦੇ। ਜਿਹੜੀਆਂ ਕੁੜੀਆਂ ਨੱਚਦੀਆਂ ਹੁੰਦੀਆਂ, ਆਦਮੀ ਨੱਚਦੇ ਹੁੰਦੇ ਨੇ, ਉਹ ਤਾਂ ਉਹਦੇ ਉੱਤੇ ਦੀ ਵਾਰ ਕੇ ਛੱਡਤਾ ਧਰਮ ਦਾ। ਤਾਂ ਉਹ ਗਿਆਨ ਸੀ, ਆਤਮ ਗਿਆਨ ਤੋਂ ਵਾਰ ਕੇ ਛੱਡਤਾ, ਉਡਾ ਦਿੱਤਾ ਹਵਾ 'ਚ। ਵੀ ਤੇਰੀ ਲੋੜ ਨਹੀਂ ਹੈ, ਉਹਦੀ ਲੋੜ ਨਹੀਂ ਹੈਗੀ। ਉਹ ਤਾਂ ਵਾਰਤਾ ਉਹਦੇ ਦੀ। ਸ਼ਰਮ ਹੈ ਆ ਵਾਰਤੀ, ਗੁਣ ਵਾਰਤੇ ਉਹ ਗੁਣ ਰਹਿ ਗਏ। ਵੱਢ ਗਇਓ ਭਰਮ ਪਾਜੰਤ ਧਰਮ। ਵੱਢ ਗਇਓ ਭਰਮ ਬਦਲਣਾ ਸੀ। ਹੋਰ ਕੀ ਬਦਲਣਾ ਸੀ? ਭਰਮ ਵੱਧ ਗਿਆ। ਕਿਹੜੀ ਗੱਲ ਦਾ? ਵੀ ਅਸੀਂ ਬਹੁਤ ਬੜੇ, ਸਾਨੂੰ ਦੁਨੀਆ ਮੰਨਦੀ ਹੈ। 1 ਕਰੋੜ ਬੰਦਾ ਇਕੱਠਾ ਹੋ ਗਿਆ, ਸਾਡੇ ਚੜਾਵਾ ਇੰਨਾ ਹੋ ਜਾਂਦਾ। ਇਹ ਬਹੁਤ ਬੜਾ ਉਪਲਬਧੀ ਹੈ। ਸਾਡੇ 2 ਕੁਇੰਟਲ ਸੋਨਾ ਚੜ ਗਿਆ ਮੰਦਰ 'ਚ, ਇੰਨੇ ਲੋਕ ਮੰਨਦੇ ਨੇ। ਇਹ ਭਰਮ ਵੱਧ ਗਿਆ ਵੀ ਸਾਡਾ ਧਰਮ ਠੀਕ ਹੈ।
ਧਰਮ ਦਾ ਭਰਮ ਵੱਧ ਗਿਆ ਵੀ ਧਰਮ ਠੀਕ ਹੈ, ਦੁਨੀਆ ਇੰਨੀ ਬਣਦੀ ਹੈ। ਇਹ ਦੁਨੀਆ ਤਾਂ ਹੈ ਹੀ ਧਰਮ ਤੋਂ ਬਾਗੀ ਹੋਈ। ਸੱਚਖੰਡੋਂ ਇਹਨੂੰ ਕੱਢਦੇ ਹੀ ਕਿਉਂ? ਸੱਚਖੰਡੋਂ ਧੱਕੇ ਇੱਥੇ ਤਾਂ ਨੇ, ਧਰਮ ਵਾਲੇ ਹੈ ਹੀ ਨਹੀਂ। ਇਹ ਤਾਂ ਬਾਗੀ ਨੇ ਧਰਮ ਤੋਂ। ਤੁਸੀਂ ਵੀ ਬਾਗੀ ਹੋ। ਇਹ ਖੁਦ ਨਾਲ ਖੁਸ਼ ਨੇ। ਬਾਗੀਆਂ ਨਾਲ ਬਾਗੀ ਖੁਸ਼ ਰਹਿੰਦੇ ਹੁੰਦੇ ਨੇ। ਜਦ ਬਾਗੀ ਨੂੰ ਨੱਥ ਪਾ ਕੇ ਦੂਏ ਪਾਸੇ ਲਿਆਉਣਾ ਹੋਵੇ ਬਹੁਤ ਔਖਾ ਹੁੰਦਾ। ਕੋਈ ਆਉਂਦਾ ਹੁੰਦਾ ਬਾਗੀਆਂ ਚੋਂ। ਸਾਰੇ ਬਾਗੀ ਨੇ, ਬਾਗੀਆਂ ਨਾਲ ਖੁਸ਼ ਰਹਿੰਦੇ ਨੇ। ਪਾਜੰਤ ਧਰਮ ਧਰਮ ਨੇ ਤਾਂ ਭੱਜਣਾ ਹੀ ਸੀ। ਉਹ ਪਾਸੇ ਹੋ ਗਿਆ, ਧਰਮ ਪਾਸੇ ਹੋ ਗਿਆ, ਭੱਜ ਗਿਆ ਉੱਥੋਂ। ਧਰਮ ਪੰਖ ਕਰ ਉੱਡ ਰਿਹਾ। ਉਹ ਤਾਂ ਖੰਭ ਲਾ ਕੇ ਉੱਡ ਗਿਆ। ਦੇਸ਼ਨ ਵਿਦੇਸ਼ ਪਾਪੀ ਨਰੇਸ਼। ਦੇਸ਼ਨ ਵਿਦੇਸ਼, ਸਾਰੇ ਦੇਸ਼ਾਂ ਵਿਦੇਸ਼ਾਂ 'ਚ ਜਿਹੜੇ ਰਾਜੇ ਨੇ ਸਭ ਪਾਪੀ ਨੇ। ਦੇਸ਼ਨ ਵਿਦੇਸ਼ ਪਾਪੀ ਨਰੇਸ਼। ਹਾਂ, ਰਾਜੇ ਪਾਪ ਕਰਦੇ ਨੇ ਸਾਰੇ ਵਿਦੇਸ਼ਾਂ। ਦੇਖ ਲਓ, ਨਿਗਾਹ ਮਾਰ ਕੇ ਕਰਦੇ ਨਹੀਂ ਹਨ। ਲੱਛਣ ਨੇ ਇਹ ਪਾਪੀ ਨੇ ਨਰੇਸ਼। ਧਰਮੀ ਨਾ ਕੋਏ ਪਾਪ ਅਤੀ ਹੋਏ। ਧਰਮੀ ਨਾ ਕੋਏ ਪਾਪ ਅਤ ਹੋਏ। ਜਿਹੜੇ ਬੰਦੇ ਦੇ ਕੁੜੀ ਦੇ ਵਿਆਹ ਦੇ ਵਿੱਚ ਗਏ ਨੇ, ਭੇਜੇ ਨੇ ਸਿੰਘ, ਉਹ ਬੰਦਾ ਨਾਲ ਚੜ ਕੇ ਆਇਆ। ਪੌਂਡੇ ਸਾਹਿਬ ਵਿਆਹ 'ਚ ਸੱਦਿਆ। 1.25 ਲੱਖ ਦਾ ਇਹਨਾਂ ਨੇ ਉਹਦੀ ਲੜਕੀ ਨੂੰ ਉਹ ਭੇਜਿਆ, ਜ਼ੇਵਰ ਵਗੈਰਾ, ਤੰਬੋਲ ਕਹਿੰਦੇ ਸੀ ਉਸ ਵੇਲੇ 1.25 ਲੱਖ ਦਾ। ਉਹ ਸ੍ਰੀਨਗਰ ਵਾਲਾ ਰਾਜਾ ਸੀ ਨਾ, ਫਤਿਹ ਸ਼ਾਹ, ਉਹਦੀ ਕੁੜੀ ਦਾ ਵਿਆਹ ਸੀ ਭੀਮਚੰਦ ਦੇ ਮੁੰਡੇ ਨੂੰ। ਦਸਮ ਪਾਤਸ਼ਾਹ ਨੇ ਭੇਜਿਆ। ਉਹੀ ਫਤਿਹ ਸ਼ਾਹ ਨੂੰ ਕਹਿੰਦੇ ਤੇਰੀ ਕੁੜੀ ਤਾਂ ਲੈ ਕੇ ਜਾਵਾਂਗੇ, ਉਹ ਤੇ ਹਮਲਾ ਕਰੋ। ਉਹ ਫਤਿਹ ਸ਼ਾਹ ਨਾਲ ਆਇਆ ਹਮਲਾ ਕਰਨ। ਪੌਂਡੇ ਸਾਹਿਬ ਹੋਣਾ ਪਿਆ। ਫਿਰ ਧਰਮੀ ਰਹਿ ਗਿਆ ਧਰਮ। ਧਰਮੀ ਕੌਣ ਸੀ ਉਸ ਵੇਲੇ? ਕੋਈ ਵੀ ਨਹੀਂ ਸੀ। ਧਰਮੀ ਹੁੰਦਾ ਇੱਧਰ ਆ ਜਾਂਦਾ, ਅਨੰਦਪੁਰ ਸਾਹਿਬ ਵਾਲੇ ਪਾਸੇ ਆ ਜਾਂਦਾ, ਕਹਿੰਦਾ ਮੈਂ ਇੱਧਰ ਖੜਾ। ਧਰਮੀ ਸੀ ਜਿਹੜਾ ਉਹ ਆਇਆ। ਕੌਣ ਆਇਆ? ਨਰੇਸ਼ ਨਹੀਂ ਆਇਆ, ਬੁੱਧੂ ਸ਼ਾਹ ਆਇਆ। ਜਿਹੜੇ ਜਿਹਦਾ ਨਾਮ ਬੁੱਧੂ ਹੈ। ਬੁੱਧੂ ਪੁੱਠੇ ਆਦਮੀ ਨੂੰ ਕਹਿੰਦੇ ਨੇ। ਆਮ ਲੋਕ ਬੇਵਕੂਫ ਨੂੰ ਬੁੱਧੂ ਕਹਿੰਦੇ ਨੇ, ਵੀ ਪਾਗਲ ਹੈ। ਉਹ ਬੁੱਧੂ ਆਇਆ, ਇਹ ਲੋਕ ਬੁੱਧੂ ਕਹਿੰਦੇ ਸੀ। ਬੁੱਧੂ ਆਉਂਦਾ, ਨਰੇਸ਼ ਕਿਵੇਂ ਆ ਜਾਂਦਾ? ਅਸਲ ਦੇ ਵਿੱਚ ਬੁੱਧਵਾਨ ਸੀ ਉਹ, ਤਾਂ ਹੋ ਗਿਆ। ਇਹਨਾਂ ਦਾ ਬੁੱਧੂ ਸੀ, ਗੁਰੂ ਦਾ ਬੁੱਧਵਾਨ ਸੀ। ਗੁਰੂ ਦਾ ਬੁੱਧਵਾਨ ਸੀ, ਇਹਨਾਂ ਦਾ ਬੁੱਧੂ ਸੀ। ਸਾਧੂ ਸਾ ਤਰਾਸ ਜਹਿਤ ਹੈ ਉਦਾਸ। ਸਾਧੂ ਜੇ ਕੋਈ ਹੈ ਨਾ ਫਸਲ, ਜਿਵੇਂ ਨਦੀਨ ਦੇ ਵਿੱਚ ਜੇ ਖੇਤ ਭਰਿਆ ਹੋਇਆ ਘਾਹ ਫੂਸ ਦਾ, ਮੱਲ ਗਿਆ ਘਾਹ ਫੂਸ ਪੂਰਾ, ਤੇ ਜੇ ਕੋਈ ਸਾਧੂ ਹੈ ਨਾਰਾਜ਼ ਹੋਇਆ ਖੜਾ, ਉਦਾਸ, ਤਰਾਸ ਦੇ ਵਿੱਚ ਖੜਾ ਹੈ ਵੀ ਹੁਣ ਕੀ ਹੋਊਗਾ। ਇਹ ਤਾਂ ਉੱਤੇ ਦੀ ਨਿਕਲ ਗਿਆ ਮੇਰੇ। ਉਹ ਗਿੜ ਦੀ ਫਸਲ ਹੈ, ਲੱਗ ਹੋ ਗਿਆ ਤੇ ਆਲੇ ਦੁਆਲੇ ਨਦੀਨ। ਇਹ ਕੀ ਹੋਊਗਾ? ਸਾਧੂ ਸਤਰਾਸ। ਉਹ ਤਾਂ ਤਰਾਜ ਫਿਕਰ 'ਚ ਖੜੇ ਨੇ। ਜਹਿਤ ਹੈ ਉਦਾਸ। ਜਿੱਥੇ ਕਿਤੇ ਵੀ ਹੈ, ਕਿਤੇ ਟਾਮੇ ਹੁੰਦੇ ਨੇ ਸਾਧੂ, ਹੈਨ ਵੇਲੇ ਨਹੀਂ ਘੜੇ। ਫਸਲ ਤਾਂ ਵੇਲੇ ਹੁੰਦੀ ਹੈ, ਘੜੀ ਤਾਂ ਹੁੰਦੀ ਨਹੀਂ। ਉਹ ਤਰਾਸ ਖੜੇ ਨੇ, ਤਰਾਸ ਹੋਏ ਖੜੇ ਨੇ, ਭੈ ਭੀਤ ਨਹੀਂ ਹੋਏ ਖੜੇ। ਤਰਾਸ ਸ਼ੰਕਾ 'ਚ ਖੜੇ ਵੀ ਕੀ ਹੋਊਗਾ, ਕੀ ਕਰ ਰਿਹਾ ਤੂੰ? ਉਹ ਪਰਮੇਸ਼ਰ ਨਾਲ ਗੱਲ ਕਰਦੇ। ਨੈਗੇਟਿਵ ਡਰ ਨਹੀਂ ਹੈ। ਨਾ ਤਰਾਸ ਹੈ। ਤਰਸ ਹੋਏ ਖੜੇ ਨੇ ਬਈ, ਹੈਰਾਨ ਜੇ ਹੋਏ ਖੜੇ ਨੇ ਵੀ ਕੀ। ਉਹਨਾਂ ਨੂੰ ਪਤਾ ਕਰਤਾ ਉਹੀ ਰਿਹਾ ਵੀ ਕੀ ਕਰ ਰਿਹਾ ਤੂੰ, ਇਹ ਕੀ ਹੋ ਰਿਹਾ। ਪਾਪੀਨ ਰਾਜ ਗ੍ਰਹਿ ਸਰਬ ਸਾਜ। ਪਾਪੀਆਂ ਦਾ ਰਾਜ ਹੈ, ਰਾਜ ਪਾਪ ਦਾ ਫਸਲ, ਤਾਂ ਹੀ ਤਾਂ ਸਾਧੂ ਤਰਾਜ ਹੈ। ਪਾਪੀਨ ਰਾਜ, ਪਾਪੀਆਂ ਦਾ ਰਾਜ ਹੈ। ਪਾਪੀ ਵਾਲਾ ਫਸਲ, ਉਹਨਾਂ ਦੀ ਪਾਪਾਂ ਦੀ ਫਸਲ ਔਗਣਾਂ ਦੀ ਮੱਲੀ ਹੋਈ ਹੈ। ਫਸਲ ਔਗਣਾਂ ਦੀ ਫਸਲ ਮੱਲੀ ਹੋਈ ਹੈ।
ਗ੍ਰਹਿ ਸਰਬ ਸਾਜ ਗ੍ਰਹਿ ਸਰਬ ਸਾਜ, ਉਹਨਾਂ ਦੇ ਸਭ ਕੁਝ, ਸਾਰੇ ਸਾਜ ਉਹਨਾਂ ਦੇ ਘਰ ਨੇ। ਪਾਪੀਆਂ ਦੇ ਘਰ ਸਭ ਕੁਝ ਹੈ। ਸੰਸਾਰੀ ਜਿਹੜਾ ਦੌਲਤ ਸਾਰੇ ਰਾਜ ਸਾਜ ਹੈ, ਸਭ ਇਹਨਾਂ ਦੇ ਕਬਜ਼ੇ 'ਚ ਹੈ। ਸੰਸਾਰ ਦਾ ਰਾਜ ਸਾਜ ਸਾਰਾ ਪਾਪਾਂ ਦੇ ਕਬਜ਼ੇ 'ਚ ਆ ਗਿਆ। ਪਾਪੀ ਨਰੇਸ਼ ਜੋ ਪਾਪੀ ਨੇ। ਹਰੀ ਗੀਤਾ ਛੰਦ ਸਭ ਦਰੋਣ ਗਿਰਵਰ ਸਿਖਰ ਤਰ ਨਰ ਪਾਪ ਕਰਮ ਭਏ ਭਣੋ ਸਭ ਦਰੋਣ ਗਿਰਵਰ ਸਿਖਰ ਤਰ ਨਰ ਪਹਾੜਾਂ ਦੀ ਚੋਟੀ ਤੋਂ ਲੈ ਕੇ ਮੈਦਾਨਾਂ ਦੇ ਇਲਾਕੇ ਤੱਕ, ਸਮੁੰਦਰ ਤੱਕ ਸਾਰੇ ਹੀ ਲੋਕ ਨਰ ਪਾਪ ਕਰਮ ਭਏ ਭਣੋ, ਬਸ ਪਾਪ ਕਰਮ ਚ ਲੱਗੇ। ਛਿੱਦਾ ਕੋਈ ਕਿਤੇ ਜਿੱਥੇ ਵੀ ਹੈ ਸਾਧੂ ਸੁਭਾਅ ਵਾਲਾ, ਉਹ ਤਰਸਤ ਹੋਇਆ ਖੜਾ ਵੀ ਦੇਖੋ ਕੀ ਹੁੰਦਾ ਹੁਣ। ਵੀ ਬਿਲਕੁਲ ਹੀ ਏਦਾਂ ਤਾਂ ਹੁੰਦਾ ਨਹੀਂ ਹੁੰਦਾ ਵੀ ਧਰਮ ਬਿਲਕੁਲ ਹੀ ਮਿਟ ਜਾਵੇ। ਇਹ ਤਾਂ ਬਿਲਕੁਲ ਮਿਟਾਉਣ ਤੇ ਹੀ ਆਏ ਹਨ ਵੀ ਧਰਮ ਰਹਿਣੇ ਨਹੀਂ ਦੇਣਾ। ਮਿਟਾਉਣ ਤੇ ਹੀ ਆਏ ਹੈ। ਤੇ ਦੇਖੋ ਰਿਐਕਸ਼ਨ ਹੋ ਗਿਆ ਇੱਕਦਮ ਰਿਐਕਸ਼ਨ ਹੋ ਗਿਆ। ਵੱਡੇ ਰਾਜੇ ਚਾਹੁੰਦੇ ਨੇ ਵੀ ਜਿਹੜੇ ਪਤਾ ਲੱਗ ਗਿਆ ਦੁਨੀਆ ਨੂੰ ਵੀ ਇਹ ਧਰਮ ਨਹੀਂ ਹੁਣ। ਸਾਰੇ ਧਰਮਾਂ ਦਾ ਪਤਾ ਲੱਗ ਗਿਆ ਵੀ ਧਰਮ ਫਰੌਡ ਹੈ। ਇਹ ਦੁਨੀਆ ਨੂੰ ਪਤਾ ਲੱਗ ਗਿਆ। ਜਿਹੜੇ ਲੋਕ ਧਰਮ ਤੋਂ ਪਾਸੇ ਹੋਏ ਖੜੇ ਤੇ ਉਹਨਾਂ ਨੂੰ ਸਮਝ ਆ ਗਈ ਵੀ ਇਹ ਤਾਂ ਧਰਮ ਨਹੀਂ ਹੈ। ਜਿਹੜੇ ਧਰਮ ਚੋਂ ਅੱਤਵਾਦ ਪੈਦਾ ਹੋਇਆ ਧਰਮ ਨਹੀਂ ਹੁੰਦਾ, ਉਹ ਧਰਮ ਨਹੀਂ ਹੈ। ਬੜੇ ਚੁੱਪ ਕਰੇ ਹੋਏ ਤੇ ਅੱਤਵਾਦ ਦੇ ਡਰ ਤੋਂ, ਉਹ ਕਹਿੰਦੇ ਵੀ ਜਿਹੜਾ ਬੋਲਦਾ ਉਹਨੂੰ ਮਾਰ ਦਿਓ। ਜਾਂ ਸਰਕਾਰਾਂ ਪਲਟਾ ਦੇਣਗੀ ਉਹਨਾਂ ਦਾ ਸਾਥ ਦੇਣਗੇ, ਫੇਰ ਬੋਲਣਗੇ। ਉਹ ਪਹਿਲਾਂ ਤਾਂ ਬੋਲਣਗੇ ਕੋਈ ਸੂਰਮਈ, ਜਿਹੜੇ ਪਹਿਲਾਂ ਬੋਲਣਗੇ ਤਾਂ ਕੋਈ ਉਹ ਬੋਲੂਗਾ। ਸਰਕਾਰਾਂ ਫਿਰ ਪਲਟਾ ਦੇਣਗੀ ਬਿਨਾਂ ਸਰਕਾਰ ਦੀ ਤੋਂ। ਹਾਂ, ਉਹ ਤਾਂ ਫਿਰ ਉਹੀ ਬੋਲਣਗੇ ਜਿਹੜੇ ਤਰ੍ਹਾਂ ਸਰਕਾਰ ਦਾ ਡਰ ਹੈ ਨਾ ਕਿਸੇ ਹੋਰ ਦਾ ਡਰ ਹੈ, ਉਹ ਤਾਂ ਉਹੀ ਬੋਲਣਗੇ। ਦੂਏ ਬੋਲਣਗੇ ਸਰਕਾਰ ਦੇ ਬੁਲਾਏ ਹੋਏ, ਜਾਂ ਸਰਕਾਰ ਸ਼ਾਇਦ ਦਊ ਵੀ ਤੁਹਾਡੀ ਸੁਰੱਖਿਆ ਕਰਾਂਗੇ, ਅਸੀਂ ਇਹ ਕਰਾਂਗੇ। ਉਹਨਾਂ ਨੂੰ ਡਰ ਹੈ ਨਾ ਬਈ, ਉਹਨਾਂ ਨੂੰ ਅਜੇ ਮਰਨ ਮੁਰਨ ਦਾ ਡਰ ਹੁੰਦਾ। ਇੰਨੇ ਜ਼ਿਆਦਾ ਨਹੀਂ ਹੁੰਦੇ, ਉਹ ਇੰਨੇ ਨਿਰਭੈ ਨਹੀਂ ਹੁੰਦੇ ਵਿਚਾਰੇ। ਉਹ ਬੰਦੇ ਠੀਕ ਹੁੰਦੇ ਨੇ। ਸਭ ਦਰੋਣ ਗਿਰਵਰ ਸਿਖਰ ਤਰ ਨਰ ਪਾਪ ਕਰਮ ਭਏ ਭਣੋ, ਸਾਰੇ ਪਾਪ ਕਰਮ ਨੂੰ ਪਏ ਹੋਏ ਨੇ। ਪਾਪ ਕਰਮ ਭਏ ਭਣੋ, ਬੋਲਦੇ ਵੀ ਪਾਪ ਕਰਮ ਨੇ, ਉਪਦੇਸ਼ ਵੀ ਪਾਪ ਕਰਮ ਦਾ, ਕਰਦੇ ਵੀ ਪਾਪ ਕਰਮ ਨੇ। ਪਾਪ ਕਰਮ ਭਏ ਭਣੋ, ਭਣੋ ਬੋਲਣਾ, ਉਪਦੇਸ਼ ਵੀ ਇਸੇ ਦਾ। ਪਾਪ ਕਰਮਾਂ ਦੀ ਜੈ ਜੈਕਾਰ ਹੈ। ਹਾਂ, ਉਠ ਭਾਜ ਧਰਮ ਸੋ ਭਰਮ ਹੁਐ ਚਮਕੰਤ ਦਾਮਨ ਸੋ ਮਨੋ। ਬਸ ਉਹ ਜਿਹੜਾ ਸੀਗਾ ਧਰਮ ਦਾ ਭੱਜ ਗਿਆ, ਛੱਡ ਕੇ ਹੀ ਮੈਦਾਨ। ਬੋਲਦਾ ਨਹੀਂ ਕੋਈ, ਜਦ ਬੋਲਦਾ ਨਹੀਂ ਮੈਦਾਨ ਛੱਡ ਕੇ ਭੱਜਣ ਦਾ ਮਤਲਬ ਇਹ ਹੈ। ਜਦ ਧਰਮ ਵਾਲਾ ਕੋਈ ਬੋਲਦਾ ਹੀ ਨਹੀਂ, ਮੈਦਾਨ ਛੱਡ ਕੇ ਹੀ ਭੱਜੇ ਨੇ। ਹੁਣ ਬੋਲੂ ਕੌਣ? ਕੋਈ ਤਾਂ ਪਹਿਲਾਂ ਬੋਲੇ। ਚਮਕੰਤ ਦਾਮਨ ਸੋ ਮਨੋ, ਚਮਕੰਤ ਦਾਮਨ ਸੋ ਮਨੋ। ਚਮਕ ਕਿਹਦੀ ਪੈਂਦੀ ਹੈ? ਥੋੜੀ ਜਿਵੇਂ ਬਿਜਲੀ ਦੀ ਚਮਕ ਪੈਂਦੀ ਹੈ ਨਾ ਬੱਦਲਾਂ ਦੇ ਵਿੱਚ, ਬਿਜਲੀ ਚਮਕਦੀ ਹੈ। ਇਹ ਬਿਜਲੀ ਵੀ ਭਰਮ ਦੀ ਉਹਦੀ ਉਹ ਚਮਕਦੀ ਹੈ। ਭਰਮ ਦੇ ਬੱਦਲਾਂ 'ਚ ਜੇ ਕੋਈ ਚਮਕ ਪੈਂਦੀ ਹੈ, ਪਾਪ ਦੀ ਉਹ ਪੈਂਦੀ ਹੈ, ਧਰਮ ਦੀ ਨਹੀਂ ਪੈਂਦੀ। ਧਰਮ ਤਾਂ ਹੈ ਉਹ ਨਹੀਂ, ਧਰਮ ਤਾਂ ਉੱਡ ਗਿਆ। ਸੋ ਭਰਮ ਹੋਏ ਚਮਕੰਤ ਦਾਮਨ ਸੋ ਮਨੋ। ਪਰਮ ਗਿਆਨ ਦੀ ਉਹ ਚਮਕ, ਪਰਮ ਗਿਆਨ ਦਾ ਹੀ ਪ੍ਰਚਾਰ ਹੋ ਰਿਹਾ ਹੈ। ਹੋਰ ਜੇ ਕੋਈ ਗਿਆਨ ਵੀ ਪਰਮ ਗਿਆਨੀ ਨੇ, ਪਰਮ ਗਿਆਨੀ ਪ੍ਰਚਾਰ ਕਰ ਰਹੇ ਨੇ। ਇਹ ਕਹਿ ਰਹੇ ਨੇ दुनिया कहे सारे संसार कहे पत्थर में भगवान नहीं होता, लेकिन तुम मत मानना बिजली चमक भी परम ज्ञान दी। ये बिजली है परम ज्ञान दी। आसाराम ने जी चमकाई सी। बड़ा परम ज्ञानी जिहड़ा हुंदा वो चमकदा, फिर उदों वो बोलदा तुम मत मानना कण कण में भगवान है। ਉਹਨੂੰ ਪੁੱਛੇ ਫਿਰ ਤਾਂ ਭਗਵਾਨ ਤੁਹਾਡਾ ਜੜ ਹੈ, ਚੇਤਨ ਤਾਂ ਹੈ ਨਹੀਂ। ਜੇ ਕਣ ਕਣ ਚ ਫਿਰ ਜੜ ਹੈ ਉਹ ਭਗਵਾਨ, ਚੇਤਨ ਨਹੀਂ ਹੈ ਉਹ ਭਗਵਾਨ।
ਫਿਰ ਤਾਂ ਜਨਮ ਲੈਂਦਾ, ਫਿਰ ਤਾਂ ਮਾਇਆਦਾਰੀ ਆ ਉਹ। ਉਹਦਾ ਜਵਾਬ ਦੇਣ। ਕਣ ਕਣ ਚ ਕਹਿਣਾ ਮੂਰਤੀ ਚ ਸਾਬਤ ਕਰਨਾ ਸੀ ਉਹਨਾਂ ਨੇ, ਮੂਰਤੀ ਚ ਹੁੰਦਾ ਸਾਬਤ। ਸਾਇੰਸ ਮੰਨ ਲੂ ਤੁਹਾਡੀ ਗੱਲ ਨੂੰ, ਕੌਣ ਮੰਨ ਲੂ ਤੁਹਾਡੀ ਗੱਲ ਨੂੰ? ਕਿੱਥੇ ਕਹਿੰਦਾ ਵੇਦ ਕਣ ਕਣ ਚ ਹੁੰਦਾ? ਕਿਹੜੀ ਸਮਿਤੀ ਕਹਿੰਦੀ ਹੈ? ਕਿਹੜਾ ਸ਼ਾਸਤਰ ਕਹਿੰਦਾ? ਕੋਈ ਗ੍ਰੰਥ ਦੱਸੋ ਕਹਿੰਦਾ? ਬਸ ਕੋਲੋਂ ਬਣਾ ਲਈ ਗੱਲ, ਕੋਲੋਂ ਬਣਾ ਲਈ ਗੱਲ। ਇਹ ਦੱਸੋ ਕਿੱਥੇ ਲਿਖਿਆ ਹੋਇਆ? ਕੌਣ ਸਾਬਤ ਕਰੋ ਕਿਸੇ ਗ੍ਰੰਥ ਚੋਂ? ਕੋਈ ਗ੍ਰੰਥ ਦੁਨੀਆ ਦਾ ਕੋਈ ਧਰਮ ਨਹੀਂ ਮੰਨਦਾ। ਤਾਂ ਇਹੀ ਪ੍ਰਚਾਰਿਆ, ਇਸਲਾਮ ਵੀ ਨਹੀਂ ਮੰਨਦਾ ਇਹ ਗੱਲ, ਈਸਾਈ ਵੀ ਨਹੀਂ ਮੰਨਦੇ ਇਹ ਗੱਲ। ਤਾਂ ਇਹ ਤਾਂ ਬੁੱਧ ਵੀ ਨਹੀਂ ਮੰਨਦਾ, ਕੋਈ ਵੀ ਨਹੀਂ ਮੰਨਦਾ ਇਹ ਗੱਲ। ਤਾਂ ਤੁਸੀਂ ਕਿੱਥੋਂ ਪ੍ਰਚਾਰਤਾ? ਇਹ ਬਿਜਲੀ ਹੈ ਪਰਮ ਗਿਆਨ ਦੀ ਲਸ਼ਕ। ਖੜੇ ਜੋ ਰੱਖਣਾ ਐਸ ਯੁੱਗ ਦੇ ਵਿੱਚ, ਸਾਇੰਸ ਦੇ ਵਿੱਚ, ਦੁਨੀਆ ਨੂੰ ਮੂਰਤੀ ਨਾਲ ਜੋੜ ਕੇ ਖੜੇ ਰੱਖਣਾ ਬਹੁਤ ਔਖਾ ਹੈ। ਮਾਰੀ ਲਾਈਟ ਉਹਨੇ ਕਿ ਤੁਮ ਮਤ, ਇਹਦਾ ਮਤਲਬ ਹੈ ਦੁਨੀਆ ਮੰਨਣ ਨੂੰ ਤਿੜਕੀ ਹੋਈ ਹੈ। ਇਹਦਾ ਉਹਨੇ ਤਾਂ ਗੱਲ ਕਹੀ ਦੁਨੀਆ ਥੜਕ ਗਈ, ਛੱਡਣ ਨੂੰ ਤਿਆਰ ਹੈ ਮੂਰਤੀ ਨੂੰ। ਉਹਨੇ ਕਹਿਤਾ ਤੁਮ ਮਤ ਮਾਨੋ, ਤਾਂ ਬਿਜਲੀ ਚਮਕਾਈ ਸੀ। ਪਤਾ ਹੈ ਉਹਨਾਂ ਨੂੰ ਵੀ ਹੁਣ ਨਹੀਂ ਰਹਿਣਾ, ਇਹ ਢਹਿ ਢੇਰੀ ਹੋ ਜਾਣਾ ਸਭ ਕੁਛ। ਪੜ੍ਹੇ ਲਿਖੇ ਆਦਮੀ ਨੇ ਸਾਰੇ। ਉਹ ਦੁੱਧ ਪਿਲਾਉਂਦੇ ਤੇ ਪਤਾ ਨਹੀਂ ਸੀ ਲੋਕਾਂ ਨੂੰ। ਜਿੰਨਾ ਪਖੰਡ ਕਰਦੇ ਨੇ ਉਨੀ ਪੋਲ ਖੁੱਲੀ ਜਾਂਦੀ ਹੈ ਸਮਾਂ ਰੋਜ਼ ਪਖੰਡਵਾਦ ਦੀ। ਹਾਂਜੀ। ਕਿਦੋਂ ਸ਼ੂਦਰ ਸੁਭੱਟ ਸਮਾਜ ਸੰਯੁੱਤ, ਜੀਤ ਹੈ ਬਸਦਾ ਥਲੀ। ਆਦਾ ਸ਼ੂਦਰ ਨੇ ਸਾਰੇ ਪ੍ਰਚਾਰ ਵਾਲੇ। ਕਿਦੋਂ ਸ਼ੂਦਰ ਸੁਭੱਟ ਸਮਾਜ ਇਹ ਸੰਯੁੱਤ, ਸ਼ੂਦਰ ਹੈ ਜਿਹੜਾ ਇਹ ਗੱਲ ਕਹਿੰਦਾ ਮੂਰਤੀ ਵਿੱਚ ਭਗਵਾਨ ਹੁੰਦਾ ਹੈ। ਸ਼ੂਦਰ ਹੈ ਇਹਨੂੰ ਲਿਖਿਆ ਦਸਮ ਪਾਤਸ਼ਾਹ ਨੇ। ਉਹ ਇਹ ਗ੍ਰੰਥ ਨੂੰ ਮੰਨਦੇ ਨੇ, ਇਹ ਗ੍ਰੰਥ ਅਧਿਆਤਮਵਾਦ ਦਾ ਬਹੁਤ ਅੱਛਾ ਗ੍ਰੰਥ ਹੈ। ਫਿਰ ਤਾਂ ਸ਼ੂਦਰ ਮੰਨਦਾ ਇਹਨਾਂ ਨੂੰ। ਮੰਨੋਗੇ ਤੁਸੀਂ ਸ਼ੂਦਰਾਂ ਸੀ? ਇਹ ਤਾਂ ਖਿਲਾਫ ਹੋ ਜਾਏ। ਸ਼ੂਦਰ ਮੰਨ ਲਓ ਆਪਣੇ ਆਪ ਨੂੰ। ਸ਼ੂਦਰ ਸੁਭੱਟ ਸੀ ਜਿਹੜੇ ਇਹ ਪ੍ਰਚਾਰ ਸ਼ੂਦਰਾਂ ਨੀਚ ਪ੍ਰਚਾਰ ਹੈ। ਸ਼ੂਦਰ ਕਿਹਨੂੰ ਕਹਿੰਦੇ ਨੇ? ਨਾਨਕ ਨਾਵੈ ਬਾਝ ਸਨਾਤ। ਨਾਮ ਨਹੀਂ ਜਿਹਦੇ ਕੋਲ ਹੈ, ਸੱਚ ਦਾ ਗਿਆਨ ਨਹੀਂ ਆ, ਸ਼ੂਦਰ ਹੈ, ਨੀਚ ਹੈ। ਸਨਾਤ ਨੀਚ ਨੂੰ ਕਹਿੰਦੇ ਨੇ। ਸਨਾਤ ਦਾ ਮਤਲਬ ਨੀਚ। ਨਾਮ ਤੋਂ ਸਖਣੇ ਸਾਰੇ ਨੀਚ ਨੇ। ਜਿਹੜੇ ਨਾਮ ਤੋਂ ਸਖਣੇ ਹੋਣ ਦਾ ਪ੍ਰਚਾਰ ਕਰਦਾ ਖੁਦ ਸ਼ੂਦਰ ਹੈ। ਇਹ ਸ਼ੂਦਰ ਸੁਭੱਟ ਨੇ। ਸੁਭੱਟ ਹੁੰਦਾ ਯੋਧਾ, ਜਿਹੜਾ ਮੈਦਾਨ ਚ ਆ ਕੇ ਲੱਖ 2 ਲੱਖ ਆਦਮੀ ਚ ਗੱਲ ਕਰਦਾ, ਉਹ ਸੁਭੱਟ ਹੁੰਦਾ, ਯੋਧਾ ਹੁੰਦਾ। ਮੂਹਰੇ ਹੁੰਦਾ ਨਾ ਸਟੇਜ ਤੇ ਬਹਿ ਕੇ ਝੂਠ ਦੀ ਗੱਲ ਕਰ ਰਿਹਾ ਮੂਰਤੀ ਨੂੰ ਜੋੜਦੀ, ਉਹ ਸੁਭੱਟ ਹੈ, ਸ਼ੂਦਰ। ਜੀਤ ਹੈ ਬਸਦਾ ਥਲੀ। ਬਸਦਾ ਥਲੀ ਸਾਰੇ ਸੰਸਾਰ ਦੇ ਉੱਤੇ, ਥਲ ਦੇ ਉੱਤੇ। ਥਲ ਕਹਿੰਦੇ ਨੇ ਜਿੱਥੇ ਖੁਸ਼ਕੀ ਹੈ। ਪਾਣੀ ਦੇ ਵਿੱਚ ਵੀ ਹੈ ਬਸਦਾ। ਧਰਤੀ ਪਾਣੀ ਦੇ ਵਿੱਚ ਵੀ ਹੁੰਦੀ ਹੈ, ਪਹਾੜ ਵੀ ਨੇ, ਪਰ ਥਲੀ ਨਹੀਂ ਹੈ, ਉਹ ਜਲ ਹੈ। ਜਲ ਵਿੱਚ ਜਿਹੜੀ ਹੈ ਉਹ ਜਲ ਇਹ ਥਲ ਹੈ। ਕਿਦੋਂ ਅਤਰ ਛਤਰ ਤਜੇ ਭਜੇ ਔਰ ਕਿਰਿਆ ਚੱਲੀ। ਕਿਤੇ ਛਤਰ ਤਜੇ ਭਜੇ, ਛਤਰੀਆਂ ਨੇ ਜਿਹੜੇ ਛਤਰੀ ਸੀ ਨਾ, ਅਤਰ ਛਤਰ ਤਜੇ ਭਜੇ, ਉਹਨਾਂ ਨੇ ਜਿਹੜੇ ਅਸਤਰ ਔਰ ਸ਼ਸਤਰ, ਛਤਰ, ਅਸਤਰ ਔਰ ਛਤਰ ਤਜੇ ਛੱਡ ਲਾਤੇ, ਛੱਡ ਦਿੱਤੇ। ਜਿਹੜੇ ਛਤਰੀ ਸੀ, ਸੱਚ ਦੀ ਗੱਲ ਕਰਦੇ ਸੀ। ਸੱਚ ਦੀ ਗੱਲ ਕਰਨਾ ਜਿਨ੍ਹਾਂ ਦਾ ਕੰਮ ਸੀ, ਜਿਵੇਂ ਸਿੱਖਾਂ ਦਾ ਕੰਮ ਹੈ ਸੱਚ ਦੀ ਗੱਲ ਕਰਨਾ, ਇਹਨਾਂ ਨੇ ਵੀ ਹਥਿਆਰ ਲਾਤੇ ਆਪਣੇ। ਤਜੇ ਭਜੇ, ਤਜ ਕੇ ਭੱਜ ਗਏ, ਨਹੀਂ ਪ੍ਰਚਾਰ ਕਰਦੇ। ਔਰ ਕਿਰਿਆ ਚੱਲੀ। ਔਰ ਕਰਿਆ ਚਲਾ ਲਈ। ਅੱਜ ਨੇ ਸਾਧ ਨੇ, ਸੰਤ ਨੇ ਕਿਰਪਾਨਾਂ ਪਾਈ ਫਿਰਦੇ ਨੇ। ਕਿਰਪਾਨ ਕਾਹਨੂੰ ਪਾਈ ਹੈ? ਫਿਰ ਇਹੀ ਸ਼ਸਤਰ ਹੈ ਨਾ। ਛਤਰ ਇਹ ਕਹਿਤਾ, ਛਤਰ ਹੁੰਦਾ ਜਿਹੜਾ ਨਿਸ਼ਾਨ ਝੰਡਾ ਲੈ ਕੇ ਚੱਲਦੇ ਧਰਮ ਦਾ, ਉਹੀ ਛਤ ਉਹਨਾਂ ਦਾ ਛਤਰ ਹੁੰਦਾ। ਇੱਕ ਆਪਣੀ ਜਿਹੜੇ ਰਾਜ ਹੁੰਦਾ, ਰਾਜ ਸਿੰਘਾਸਣ ਪ੍ਰਥਮੀ ਗੁਰੂ ਅਰਜਨ ਕੋ ਦੇ ਆਇਓ। ਰਾਜ ਨਹੀਂ ਸੀ ਕੋਈ, ਸਿੰਘਾਸਣ ਨਹੀਂ ਸੀ ਕੋਈ। ਇਹ ਛਤਰ ਹੁੰਦਾ ਜਿਹੜੇ ਧਰਮ ਪ੍ਰਚਾਰ ਵਾਲਿਆਂ ਦਾ ਛਤਰ ਹੁੰਦਾ। ਆਪਣੇ ਧਰਮ ਦਾ ਪ੍ਰਚਾਰ ਕਰਨਾ,
ਕੌਣ ਜਿਹੜਾ ਸਭ ਤੋਂ ਉੱਚਾ ਪ੍ਰਚਾਰ ਉਹਦਾ ਸ਼ਬਦ ਛਤਰਪਤੀ ਰਾਜਾ ਛੱਛਾ ਇਹ ਹੈ ਛਤਰਪਤੀ ਪਾਸਾ ਕਿਹੜਾ ਛੱਡ ਕੀ ਨਾ ਆਸ ਛੱਕ ਕੀ ਨਾ ਰਹੇ ਛਾੜ ਕੀ ਨਾ ਆਸਾ ਮਾਇਆ ਤੋਂ ਆਨੰਦ ਰਹਿਣਾ ਮਾਇਆ ਦਾ ਲਾਲਚ ਨਹੀਂ ਕਰਨਾ ਮਾਇਆ ਦੇ ਪਿੱਛੇ ਨਹੀਂ ਭੱਜਣਾ ਮਾਇਆ ਦੀ ਆਸ ਤਿਆਗ ਕੇ ਰਹਿਣੀ ਹੈ ਮਾਇਆ ਦੀ ਆਸ ਤਿਆਗ ਕੇ ਰਹਿਣਾ ਸੱਚ ਦਾ ਪ੍ਰਚਾਰ ਕਰਨਾ ਇਹ ਛਤਰਪਤੀ ਪਾਸਾ ਇਹ ਛਤਰ ਸਿੰਘਾਸਣ ਪ੍ਰਿਥਵੀ ਦਾ ਇਹ ਛੱਡ ਦਿੱਤਾ ਔਰ ਜਿਹੜੇ ਤੀਰ ਸੀ ਸੱਚ ਦਾ ਤਨਕ ਚੜਾਇਓ ਸੱਤ ਕਾ ਜਾਂ ਸਦਾ ਬਾਣ ਉਹ ਤਿਆਗਤਾ ਗਿਆਨ ਖੜਗ ਲੈ ਮਨਸੋਂ ਲੁਝੈ ਇਹ ਲਾ ਕੇ ਪਰੇ ਰੱਖਤੀ ਲੋਹੇ ਦੀ ਪਾਲੀ ਛੇਵੇਂ ਪਾਸ਼ਾ ਦੇ ਵੀ ਦੋ ਲੋਹੇ ਦੀਆਂ ਪੌਤੀਆਂ ਗਿਆਨ ਖੜਗ ਦਿੱਤਾ ਬੜੀਆ ਹੀ ਮੇਟ ਕਰਤਾ ਨੌਂ ਖਤਮ ਕਰਤਾ ਕਿਹਨੇ ਕੀਤਾ ਅੰਮ੍ਰਿਤਸਰ ਨੇ ਕੀਤਾ ਦੋ ਤਲਵਾਰਾਂ ਉੱਥੇ ਪਹੁੰਚੀਆਂ ਨੇ ਕਿਹੜੀ ਜਗ੍ਹਾ ਗੁਰਿਆਈ ਦਿੱਤੀ ਛੇਵੇਂ ਪਾਤਸ਼ਾਹ ਨੂੰ ਦੱਸੋ ਉਹ ਜਿਹੜੀ ਜਗ੍ਹਾ ਗੁਰਿਆਈ ਦਿੱਤੀ ਉਹ ਡਾਇਗਨੋਸ ਕਰ ਲੈਣ ਹਿਸਟਰੀ 'ਚ ਕਿੱਥੇ ਸੀ ਉਸ ਵੇਲੇ ਜਾਂ ਗੁਰਿਆਈ ਦਿੱਤੀ ਹੈ ਦੇਖ ਲੈਣ ਕਿੱਥੇ ਦਿੱਤੀ ਹੈ ਉਹ ਜਗ੍ਹਾ ਦੇਖਣ ਕਿੱਥੇ ਸੀ ਜਿੱਥੇ ਗੁਰਿਆਈ ਦਿੱਤੀ ਸੀ ਉਹ ਜਗ੍ਹਾ ਕਿਹੜੀ ਸੀ ਪਤਾ ਲੱਗ ਜੂ ਉਹਨੂੰ ਆਪੇ ਇਹ ਅੰਮ੍ਰਿਤਸਰ ਸੀ ਕਿੱਥੇ ਸੀ ਉਹਦਾ ਪਿਰਥੀ ਦਾ ਘਰ ਸੀ ਇਹ ਅਤਰ ਛਤਰ ਛੱਡਤੇ ਦੋਏ ਸੱਚ ਦਾ ਪ੍ਰਚਾਰ ਛੱਡਤਾ ਕੋਈ ਹਰ ਸਮਾਨ ਨਹੀਂ ਰਾਜਾ ਛਤਰ ਰਾਜੇ ਕੋਲੇ ਹੁੰਦਾ ਉਹ ਛੱਡ ਦਿੱਤਾ ਗਿਆਨ ਖੜਕ ਛੱਡਤੀ ਤ੍ਰਿਸ਼ਨਾ ਦੇ ਤੀਰਾਂ ਨਾ ਬੰਨੇ ਗਏ ਤਾਂ ਹੀ ਬੰਨੇ ਗਏ ਜੇ ਕਵਚ ਹੁੰਦੀ ਸਤ ਸੰਤੋਖ ਦੀ ਢਾਲ ਹੁੰਦੀ ਸਤ ਸੰਤੋਖ ਲਾ ਲੜਨੇ ਲੱਗਾ ਦੇਖਾਂ ਭਲਾ ਤ੍ਰਿਸ਼ਨਾ ਦੇ ਤੀਰ ਬੰਨੇ ਦਿੰਦੇ ਇਹਨਾਂ ਨੂੰ ਸਾਰੇ ਬੰਨੇ ਪਏ ਨੇ ਤ੍ਰਿਸ਼ਨਾ ਦੇ ਤੀਰਾਂ ਨੂੰ ਤ੍ਰਿਸ਼ਨਾ ਦੇ ਤੀਰ ਤਾਂ ਘੁਸ ਗਏ ਜਾ ਕੇ ਆਰ ਪਾਰ ਹੋ ਗਏ ਸਾਰਿਆਂ ਦੇ ਸੰਤੋਖ ਵਾਲੀ ਢਾਲ ਹੈ ਨਹੀਂ ਕਿਸੇ ਕੋ ਸੱਤ ਵਾਲੀ ਤਲਵਾਰ ਹੈ ਨਹੀਂ ਬਜਦੇ ਕਾਹਦੇ ਨਾ ਛਤਰੀਆਂ ਨੇ ਲਾਤੀ ਸਜੋ ਛਤਰੀਆਂ ਨੇ ਲਾ ਪਰੇ ਸੁੱਟ ਦਿੱਤੀ ਢਾਲ ਪਰੇ ਸੁੱਟਤੀ ਗਿਆਨ ਖੜਗ ਪਰੇ ਸੁੱਟਤਾ ਨਾਮ ਦਾ ਨੇਜਾ ਨਾਮ ਗਰੀਬੀ ਦੀ ਗਦਾ ਵੀ ਚੱਕਤੀ ਗਰੀਬੀ ਦੀ ਗਦਾ ਵੀ ਲਾ ਕੇ ਪਰੇ ਸੁੱਟ ਦਿੱਤੀ ਤੇ ਰਹਿਣਾ ਕੀ ਸੀ ਕੱਖ ਨਹੀਂ ਰਿਹਾ ਇਹਨਾਂ ਦੇ ਪੱਲੇ ਰਹਿਣਾ ਕੀ ਸੀ ਇਹਨਾਂ ਦੇ ਪੱਲੇ 600 ਕਰੋੜ ਰਹਿ ਗਈ ਘੋੜਿਆਂ ਦੀ ਲੱਦ ਚੱਕੀ ਜਾਓ ਹੋਰ ਕੁਝ ਨਹੀਂ ਰਿਹਾ ਬੱਲੇ ਇਹ ਹਥਿਆਰ ਨਹੀਂ ਜਿੰਨਾ ਚਿਰ ਬਾਹਰਲੇ ਵਰਸ਼ਾਂ ਨੇ ਕੁਝ ਨਹੀਂ ਕਰਨਾ ਹੈ ਇਹਨਾਂ ਨੇ ਕੁਝ ਨਹੀਂ ਕਰਨਾ ਇਹ ਕੁਝ ਨਹੀਂ ਸੰਭਾਲ ਸਕਦੇ ਉਹ ਤਾਂ ਮਜ਼ਾਇਲਾਂ ਨੇ ਲੋਕਾਂ ਕੋ ਉਹ ਹਥਿਆਰ ਲਓ ਜਿਹਦੇ ਖਾਤਰ ਕੋਈ ਬਣਿਆ ਹੀ ਨਹੀਂ ਰੁਕਾਵਟੇ ਨਹੀਂ ਤਨਕ ਚੜਾਇਓ ਸੱਤ ਕਾ ਜਾਂ ਸਦਾ ਬਾਣ ਕਰਨਾ ਕੀ ਸੀ ਕੱਲ ਮੈਂ ਤੂੰ ਉਧਾਰ ਚੜਿਆ ਰਹਿ ਪਾਣ ਉਹ ਜਿਹੜਾ ਉਹਨੇ ਕਿਹਾ ਨਾ ਲੱਖ ਆਦਮੀ ਚ ਨਾ ਮੰਨਿਓ ਉਹਦੇ ਮਾਰੋ ਤੀਰ ਉਡਾ ਕੇ ਰੱਖ ਦੋ ਉਹਨੂੰ ਗਿਆਨ ਗਿਆਨ ਦੀ ਚੱਲੂਗੀ ਫਿਰ ਦੁਨੀਆ ਮੰਨੂਗੀ ਹਾਂ ਵੀ ਪੱਥਰ ਚ ਹੁੰਦਾ ਨਹੀਂ ਸਾਬਤ ਕਰ ਦੋ ਤੁਸੀਂ ਪੱਥਰ ਚ ਨਹੀਂ ਹੁੰਦਾ ਉਹਨੂੰ ਸੱਦੋ ਸਟੇਜ ਤੇ ਵੀ ਆ ਸਾਬਤ ਕਰ ਟੀਵੀ ਤੇ ਆ ਕੇ ਤੂੰ ਜੇ ਆ ਜਾਵੇ ਤਾਂ ਕਹਿ ਦਿਓ ਘੰਟੇ ਬਾਅਦ ਧੋਤੀ ਬਦਲੂਗਾ ਜਦ ਪਤਾ ਲੱਗ ਗਿਆ ਵੀ ਟੀਵੀ ਤੇ ਸੱਦਿਆ ਘੰਟੇ ਬਾਅਦ ਧੋਤੀ ਲਿਬੜ ਜਾ ਕਰੂਗੀ ਨਹੀਂ ਕੱਖ ਨਹੀਂ ਰਹਿਣਾ ਪੱਲੇ ਜਾਂ ਆ ਜਾਵੇ ਮਰਜੀ ਜੇ ਮਰਜੀ ਆ ਜਾਵੇ ਜਿਹੜਾ ਭਰਮ ਚੱਕਿਆ ਜਾਊਗਾ ਵੀ ਹੈ ਕੁਛ ਪੱਲੇ ਭਰਮ ਤਾਂ ਕਰਕੇ ਸਾਨੂੰ ਹੈ ਨਹੀਂ ਉਹਨੂੰ ਆਪਣੇ ਨੂੰ ਉਹਨੂੰ ਇਹ ਭਰਮ ਹੈ ਗਿਆਨਵਾਨ ਲੋਕਾਂ ਨੂੰ ਨਹੀਂ ਭਰਮ ਹੈ ਲੋਕਾਂ ਨੂੰ ਸਭ ਪਤਾ ਕਿੰਨੇ ਕੁ ਯੋਗ ਹੈ ਨਿਰਪ ਦੇਸ ਦੇਸ ਵਿਦੇਸ ਜਹ ਤਹਿ ਪਾਪ ਕਰਮ ਸਭੈ ਲੱਗੇ ਨਿਰਪ ਦੇਸ ਵਿਦੇਸ ਜਹ ਤਹਿ ਪਾਪ ਕਰਮ ਸਭੈ ਲੱਗੇ ਸਾਰੇ ਹੀ ਪਾਪ ਕਰਮ ਨੂੰ ਲੱਗੇ ਦੇਸ ਵਿਦੇਸ਼ ਜਿੰਨੇ ਰਾਜੇ ਸੀ ਇਹਨਾਂ ਨੇ ਲਾਤ ਤੇ ਬੜਬੜੇ ਆ ਜਿੰਨੇ ਚਲੋ ਰਾਜੇ ਤਾਂ ਹੁਣ ਆਏ ਨਹੀਂ ਮਿਨਿਸਟਰ ਤਾਂ ਹੈਗਾ ਹੀ ਨੇ ਚੀਫ ਮਿਨਿਸਟਰ ਵੀ ਨੇ ਹੋਰ ਅਧਿਕਾਰੀ ਵੀ ਨੇ ਸਾਰੇ ਪਾਪ ਕਰਮ ਨੂੰ ਲੱਗੇ ਹੋਏ ਨੇ ਸਾਰੇ ਹੀ ਪਾਪ ਕਰਮ 'ਚ ਲੱਗੇ ਹੋਏ ਨੇ ਪਾਪ ਕਰਮ ਹੀ ਆਪਣੀ ਮਰਜ਼ੀ ਲੱਗੇ ਹੋਏ ਨੇ ਕਰਨ ਮਰਜ਼ੀ ਕਰਨਾ ਹੀ ਪਾਪ ਕਰਮ
ਆਪਣੀ ਮਰਜ਼ੀ ਅਨੁਸਾਰ ਚੱਲਦੇ ਨੇ। ਵਿਵੇਕ ਬੁੱਧੀ ਤੇ ਕੋਈ ਨਹੀਂ ਕੰਮ ਲੈਂਦਾ। ਨਰ ਲਾਜ ਛਾੜ ਨਿਲਾਜ ਹੋਏ ਫਿਰੈ, ਧਰਮ ਕਰਮ ਸਭੈ ਭੱਗੇ। ਹਾਂ, ਜਿਹੜੇ ਨਾਰਾ ਸੀਗੇ, ਗੱਲ ਨਾਰੀ ਦੀ ਨਹੀਂ ਆ ਰਹੀ, ਗੱਲ ਨਰ ਦੀ ਆ ਰਹੀ ਹੈ। ਨਰ ਲਾਜ ਛਾੜ, ਕਿਉਂਕਿ ਨਰਾਂ ਦਾ ਪ੍ਰਚਾਰ ਹੈ, ਧਰਮ ਦਾ ਪ੍ਰਚਾਰ ਕਰਨਾ ਨਰਾਂ ਦੀ ਡਿਊਟੀ ਹੈ, ਨਾਰੀਆਂ ਦੀ ਡਿਊਟੀ ਨਹੀਂ ਹੈ। ਨਾਰੀਆਂ ਦੀ ਡਿਊਟੀ ਹੈ ਨਰ ਨੂੰ ਜਨਮ ਦੇਣਾ, ਧਰਮ ਦੇ ਪ੍ਰਚਾਰ ਵਾਲੇ ਵਾਸਤੇ ਨੂੰ ਜਨਮ ਦੇ ਕੇ ਪਾਲ ਦੇਣਾ, ਵੱਡਾ ਕਰ ਦੇਣਾ, ਗਾਂ ਉਹਨੇ ਕੰਮ ਕਰਨਾ। ਕਾਰੀਗਰ ਦਾ ਮਤਲਬ ਹੈ ਤਲਵਾਰ ਬਣਾ ਦੇਣੀ। ਕਾਰੀਗਰ ਲੜ ਨਹੀਂ ਜਾਂਦਾ ਮੈਦਾਨ 'ਚ, ਤਲਵਾਰ ਬਣਾਉਣ ਨਾਲ ਨਹੀਂ ਲੜਦਾ ਹੁੰਦਾ। ਜਾ ਕੇ ਬੰਦੂਕਾਂ ਜਿਹੜੀਆਂ ਫੈਕਟਰੀਆਂ ਬਣਾਉਂਦੀਆਂ ਨੇ ਉਹ ਨਹੀਂ ਜਾ ਕੇ ਮੋਰਚਿਆਂ ਤੇ ਜਾਂਦੀਆਂ। ਮੋਰਚਿਆਂ ਤੇ ਜਾਣ ਵਾਲੇ ਹੋਰ ਹੁੰਦੇ ਨੇ, ਫੈਕਟਰੀਆਂ ਵਾਲੇ ਹੋਰ ਹੁੰਦੇ ਨੇ। ਉਹਨਾਂ ਨੇ ਹਥਿਆਰ ਬਣਾ ਕੇ ਦੇਣੇ ਨੇ, ਤੁਹਾਨੂੰ ਵਰਤਣਾ ਤੁਸੀਂ ਨੇ। ਵਰਤਣ ਵਾਲੇ ਹੋਰ ਨੇ, ਬਣਾਉਣ ਵਾਲੇ ਹੋਰ ਨੇ। ਜਿਹੜਾ ਨਰ ਦਾ ਸਰੀਰ ਹੈ ਜਿੱਥੇ ਬਣਦਾ ਹੈ ਉਹ ਲੜਦੇ ਨਹੀਂ ਹੁੰਦੇ। ਜਿਹੜਾ ਇਹਦੇ ਵਿੱਚ ਬਹਿੰਦਾ ਇਹਨੂੰ ਵਰਤਦਾ, ਜਿਹਦੇ ਕੋਲ ਇਹ ਸਰੀਰ ਨਰ ਵਾਲਾ ਆਤਮਾ ਕੋਲ, ਉਹਨੇ ਲੜਨੀ ਹੈ ਗਾਂ ਲੜਾਈ। ਗਾਂ ਵਾਲੀ ਲੜਾਈ ਉਹਨੇ ਲੜਨੀ। ਉਹਨਾਂ ਨੇ ਬਣਾ ਕੇ ਦੇਣੇ ਨੇ, ਅੱਡ ਅੱਡ ਨੇ ਡਿਊਟੀ। ਉਹ ਆਪਣਾ ਕੰਮ ਕਰਤਾ ਉਹਨਾਂ ਨੇ, ਤੁਸੀਂ ਆਪਣਾ ਕੰਮ ਕਰੋ। ਇਸ ਕਰਕੇ ਨਾਰੀ ਦੇ ਉੱਤੇ ਹੀ ਸੂਈ ਹੈ, ਨਰ ਦੋਸ਼ੀ ਹੈ, ਨਾਰ ਦੋਸ਼ੀ ਨਹੀਂ ਹੈ। ਔਰ ਦਾ ਪੂਰਾ ਕਰਤਾ ਜਨਮ ਦੇ ਕੇ, ਉਹ ਜਨਮ ਦੇਤਾ, ਉਹ ਤਾਂ ਇਹੀ ਕਰ ਸਕਦੀ। ਉਹਦੀ ਡਿਊਟੀ ਸੀ, ਉਹਨੇ ਆਪਣੀ ਪੂਰੀ ਕਰਤੀ। ਤੁਸੀਂ ਕਰੋ ਹੁਣ ਇਹਨਾਂ ਦੀ ਡਿਊਟੀ ਹੈ। ਨਰ ਲਾਜ ਛਾੜ, ਆਦੇ ਲਾਜ ਨਾਰ ਦੀ ਛੱਡਣ ਨੂੰ ਕਿਹਾ, ਨਾਰੀ ਦੇ ਲਾਜ ਛੱਡਣ ਨੂੰ ਨਹੀਂ ਕਿਹਾ ਹੋਇਆ। ਨਿਰਲਾਜ ਤਾਂ ਇਹ ਹੋਏ ਨੇ, ਨਿਲਾਜ ਹੋਏ ਫਿਰ। ਨਿਰਲਾਜ ਹੋ ਕੇ ਜਿਹੜਾ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਤਾਂ ਉਹ ਇਹ ਨਹੀਂ ਕਰ ਰਹੇ। ਉਹਨਾਂ ਨੇ ਆਪਣਾ ਕੰਮ ਕਰਤਾ। ਸੋ ਕਿਉਂ ਬੰਦਾ ਆਖੀਆ ਜਿੱਦ ਜੰਮਿਆ ਰਾਜਾ, ਉਹਨਾਂ ਦਾ ਜਨਮ ਦੇਤਾ ਰਾਜ ਨੂੰ। ਬੰਦਾ ਕਾਹਤੇ ਕਹੀਏ, ਨਹੀਂ ਬੰਦਾ ਕਹਿ ਰਹੀ ਗੁਰਬਾਣੀ ਉਹਨਾਂ ਨੂੰ ਬਿਲਕੁਲ ਵੀ। ਬੰਦਾ ਨਹੀਂ ਕਹਿ ਰਹੀ, ਬੰਦਾ ਨਾਲ ਨੂੰ ਕਹਿ ਰਹੀ ਹੈ ਗੁਰਬਾਣੀ। ਉਹਨੂੰ ਜਦ ਕਹੂ ਬੰਦਾ, ਜੇ ਉਹਨਾਂ ਚੋਂ ਵੀ ਨਿਰਲੱਜ ਹੋ ਜਾਣ ਨਾ, ਮਰਿਆਦਾ ਤੋੜ ਕੇ ਉਲਟੇ ਪਾਸੇ, ਉਨੀ ਗੱਲ ਉਹਨਾਂ ਨੂੰ ਕਹੀ ਹੋਈ ਹੈ ਕਿਤੇ ਕਿਤੇ। ਬੇਸਵਾ ਕੇ ਘਰ ਪੂਤ ਜਨਮਿਆ, ਉਹੀ ਜੀ ਗੱਲ ਕਿਤੇ ਕਿਤੇ ਕਹੀ ਹੋਈ ਹੈ। ਉਹ ਆਪਣੀ ਮਰਿਆਦਾ ਦੇ ਵਿੱਚ ਤੋਂ ਬਾਹਰ ਜਾਣ ਜੀ। ਉਹਨਾਂ ਦਾ ਦਾਇਰਾ ਹੋਰ ਹੈ, ਆਦਮੀ ਦਾ ਦਾਇਰਾ ਹੋਰ ਹੈ, ਅੱਡੋ ਅੱਡੀ। ਨਿਲਾਜ ਹੋਏ ਫਿਰ, ਨਿਲਾਜ ਹੋਏ ਫਿਰ, ਨਿਰਲੱਜ ਹੋਏ ਫਿਰਦੇ ਨੇ। ਧਰਮ ਕਰਮ ਸਭੈ ਭੱਗੇ। ਧਰਮ ਕਰਮ ਦੀ ਡਿਊਟੀ ਇਹਨਾਂ ਦੀ ਸੀ ਨਾ, ਸਭੈ ਭੱਗੇ। ਸਾਰੇ ਧਰਮ ਕਰਮ ਤਿਆਗ ਦਿੱਤੇ ਇਹਨਾਂ ਨੇ। ਕਿਦੋਂ ਸ਼ੂਦਰ ਜਹ ਤਹ ਸਰਬ ਮੈਂ, ਮਹਾਰਾਜਿਆ ਪਾਏ ਪਰ ਹਰਖ ਹੈ। ਦੇਖੋ, ਜਨਮ ਤੋਂ ਸ਼ੂਦਰ ਕੋਈ ਨਹੀਂ ਬਣਿਆ ਹੋਇਆ। ਇਹਦਾ ਮਤਲਬ ਔਰਤ ਸ਼ੂਦਰ ਹੁੰਦੀ, ਉਹਦੀ ਔਰਤ ਨਹੀਂ ਸ਼ੂਦਰ ਹੁੰਦੀ। ਔਰਤ ਸ਼ੂਦਰ ਹੋਵੇ ਤਾਂ ਜਨਮ ਤੋਂ ਸ਼ੂਦਰ ਹੋ ਜਾਣ ਸਾਰੇ। ਸ਼ੂਦਰ ਆ ਕੇ ਕਹਾਂ ਹੁਣ, ਸ਼ੂਦਰ ਹੋਣਾ ਆ ਕੇ ਕਰਮ ਤੋਂ। ਕਰਦਾ ਕੀ ਹੈ, ਸੋਚ ਕੀ ਹੈ। ਸੋਚ ਤੋਂ ਆ ਕੇ ਸ਼ੂਦਰ ਬਣਨਾ। ਸਾਡਾ ਕਰਮ ਸੋਚ ਨਾਲ ਖੜਾ। ਜਿਹਦਾ ਮਨਮੁਖ ਹੈ ਤਾਂ ਸ਼ੂਦਰ ਹੈ। ਜੇ ਗੁਰਮੁਖ ਹੈ ਤਾਂ ਛਤਰੀ ਔਰ ਬ੍ਰਾਹਮਣ ਦੋ ਇਕੱਠੇ ਨੇ। ਸਾਡੇ ਇੱਕ ਨਹੀਂ ਹੁੰਦਾ, ਛਤਰੀ ਬ੍ਰਾਹਮਣ ਦੋ ਇਕੱਠੇ ਹੁੰਦੇ ਨੇ। ਇੱਕ ਇਕੱਲਾ ਨਹੀਂ ਬ੍ਰਾਹਮਣ ਹੁੰਦਾ ਕਦੇ ਵੀ। ਉਹ ਬ੍ਰਹਮਾ ਦੇ ਜਿਹੜੇ ਅਵਤਾਰ ਹੋਏ ਨੇ, ਕਬੀਰ ਸੀ ਫਸ ਕੀਤਾ। ਉਹਨਾਂ ਨੇ ਕਿਹਾ ਗਗਨ ਦਾ ਮਾਮਾ ਬਾਜਿਆ ਪਰੇ ਨਿਸ਼ਾਨੇ ਕਹੋ, ਖੇਤ ਜੋ ਮੰਡੇ ਸੂਰਮ ਅਬ ਜੂਝਣ ਕੋ ਦੋ। ਕਿਹਾ ਨਹੀਂ, ਤਲਵਾਰ ਚਾਹੇ ਨਹੀਂ ਚਲਾਈ, ਹਾਥੀ ਦਾ ਸਾਹਮਣਾ ਕੀਤਾ ਨਾ, ਬਣਿਆ ਤਾਂ ਹੈ ਨਹੀਂ। ਜੋ ਮੌਤ ਤੋਂ ਨਹੀਂ ਡਰਦਾ ਉਹ ਸੂਰਮਾ ਹੀ ਹੁੰਦਾ। ਲੜਨਾ ਕੋਈ ਉਹ ਨਹੀਂ ਗੱਲ ਜ਼ਰੂਰੀ। ਕਿਦੋਂ ਸ਼ੂਦਰ ਜਹ ਤਹ ਸਰਬ ਮੈਂ, ਮਹਾਰਾਜਾ ਪਾਏ ਪਰ ਹਰਖ ਹੈ। ਸ਼ੂਦਰਾਂ ਨੂੰ ਮਹਾਰਾਜੇ ਬਣ ਗਏ। ਸ਼ੂਦਰ ਜਿਹੜੇ ਰਾਜ ਹੈ, ਸ਼ੂਦਰਾਂ ਕੋ ਰਾਜ ਹੈ। ਪਰ ਹਰਖਾਂ ਬੜੇ ਖੁਸ਼ੀ ਨੇ ਉਹ ਰਾਜ ਪਾ ਕੇ। ਪਾਏ ਪਰ ਹਰਖ ਹੈ, ਰਾਜ ਪ੍ਰਾਪਤ ਕਰ ਲਿਆ।
ਉਹ ਖੁਸ਼ ਨੇ। ਇੱਥੇ ਸ਼ੂਦਰ ਲਿਖਿਆ ਹੋਇਆ, ਕਿਉਂ ਲਿਖਿਆ ਸ਼ੂਦਰ? ਉਹਨਾਂ ਨੇ ਰਾਖਸ਼ ਲਿਖਿਆ, ਇਹਨਾਂ ਨੇ ਸ਼ੂਦਰ ਲਿਖਿਆ। ਸਾਡੇ ਖਾਤਰ ਰਾਖਸ਼ ਕੋਈ ਹੁੰਦਾ ਹੀ ਨਹੀਂ। ਅਸੀਂ ਦੇਵਤੇ ਆ, ਰਾਖਸ਼ ਉਹਨਾਂ ਦੀ ਬੋਲੀ ਚ ਕਹਿੰਦੇ ਆ। ਉੱਥੇ ਉਹ ਜਿਹੜੇ ਚੰਡੀ ਚਰਿੱਤਰ ਆਏ ਨੇ ਨਾ, ਉੱਥੇ ਕਹਿੰਦੇ ਆ ਇਹ ਬੋਲੀ ਸਾਡੀ ਆਪਣੀ ਹੈ। ਸਾਡੇ ਖਾਤਰ ਕੋਈ ਰਾਖਸ਼ ਨਹੀਂ, ਕੋਈ ਦੇਵਤਾ ਨਹੀਂ। ਦੇਵਤੇ ਵੀ ਸ਼ੂਦਰ ਨੇ, ਰਾਖਸ਼ ਵੀ ਸ਼ੂਦਰ ਨੇ, ਦੋ ਹੀ ਸ਼ੂਦਰ ਨੇ। ਜਿਹੜੇ ਤਾਂ ਨੇ ਸਚਿਆਰੇ, ਉਹ ਤਾਂ ਨੇ ਅਸਲ ਸਾਡੀ ਨਿਗਾਹ ਚ ਗੁਰਮੁਖ। ਸਾਡੇ ਕੋਲ ਦੋ ਕੈਟਾਗਰੀਆਂ, ਗੁਰਮੁਖ ਨੇ ਜਾਂ ਸ਼ੂਦਰ ਨੇ। ਨੀਚ ਨੇ ਜਾਂ ਊਚ ਨੇ। ਨੀਚ ਨੇ ਸ਼ੂਦਰ ਨੇ, ਕੂੜਿਆਰੇ ਨੇ ਜਾਂ ਸਚਿਆਰੇ ਨੇ। ਜਿਹੜੇ ਕੂੜਿਆਰੇ ਨੇ ਸ਼ੂਦਰ ਨੇ, ਜਿਹੜੇ ਸਚਿਆਰੇ ਨੇ ਉਹ ਸਿੱਖ ਨੇ, ਗੁਰਮੁਖ ਨੇ। ਛਤਰੀ ਨੇ, ਬ੍ਰਾਹਮਣ ਨੇ। ਛਤਰੀ ਬ੍ਰਾਹਮਣ ਇਕੱਠਾ ਹੀ ਆ ਸਾਡੇ ਕੋਲ। ਉਹ ਜਿਹੜਾ ਛਤਰੀਆਂ ਨੇ ਤਾਜ ਦਿੱਤੇ ਸ਼ਾਸਤਰ, ਉਹ ਛਤਰੀ ਲੱਭਦਾ ਹੈ। ਛਤਰੀ ਗਿਆਨਵਾਨ, ਛਤਰੀ ਦੇ ਵਿੱਚ ਬ੍ਰਹਮ ਵਿਦਿਆ ਛਤਰੀ ਕੋਲ ਵੀ ਹੁੰਦੀ ਹੋਵੇ ਜੇ ਤਾਂ ਛਤਰੀ ਕੋ, ਤਾਂ ਬ੍ਰਾਹਮਣ ਕੋ ਸ਼ਾਸਤਰ ਵਿਦਿਆ ਨਹੀਂ ਹੋ ਸਕਦੀ, ਪੋਸੀਬਲ ਹੈ। ਬ੍ਰਾਹਮਣ ਸੂਰਮਾ ਹੋਵੇ, ਕੱਲਾ ਨਹੀਂ ਹੋ ਸਕਦਾ, ਕੋਈ ਜ਼ਰੂਰੀ ਨਹੀਂ ਹੈ। ਲੇਕਿਨ ਛਤਰੀ ਕੋ ਦੋਨੋਂ ਗੁਣ ਹੋ ਸਕਦੇ ਨੇ, ਲੜਾਈ ਦਾ ਵੀ, ਗਿਆਨ ਦਾ ਵੀ। ਉਹਦੇ ਕੋਲ ਦੋ ਹੀ ਹੋ ਸਕਦਾ। ਇਸ ਕਰਕੇ ਛਤਰੀ ਪ੍ਰਧਾਨ ਹੈ, ਬ੍ਰਾਹਮਣ ਪ੍ਰਧਾਨ ਨਹੀਂ। ਬ੍ਰਾਹਮਣ ਡਿਪੈਂਡੈਂਟ ਹੈ। ਬ੍ਰਾਹਮਣ ਤਾਂ ਚਾਹੁੰਦਾ ਵੀ ਛਤਰੀ ਆਵੇ, ਮੇਰੀ ਸੇਵਾ, ਮੈਨੂੰ ਬਚਾਵੇ। ਉਹਦਾ ਡਿਪੈਂਡੈਂਟ ਹੈ। ਰਾਜਾ ਨਹੀਂ ਡਿਪੈਂਡੈਂਟ ਹੈ। ਰਾਜਾ ਡਿਪੈਂਡੈਂਟ ਹੋ ਕੇ ਕਿੱਥੇ ਜਾਊਗਾ? ਬ੍ਰਾਹਮਣ ਹੀ ਹੈਗਾ ਉੱਚਾ ਉੱਚਾ, ਛਤਰੀ। ਇਸੇ ਕਰਕੇ ਛਤਰੀਆਂ ਦੇ ਜਿਹੜੇ ਹੋਏ ਨੇ, ਰਾਮਚੰਦਰ ਛਤਰੀ ਹੈ, ਸ਼ਿਵਜੀ ਛਤਰੀ ਹੈ, ਵਿਸ਼ਨੂੰ ਛਤਰੀ ਹੈ ਤੇ ਕ੍ਰਿਸ਼ਨ ਛਤਰੀ ਹੈ। ਇਹਨਾਂ ਦੀ ਪੂਜਾ ਬ੍ਰਾਹਮਣ ਕਰਦੇ ਨੇ, ਉੱਥੇ ਪੂਜਾ ਖਾਂਦੇ ਨੇ ਸਿਰ ਤੇ। ਇਹ ਤਾਂ ਬ੍ਰਾਹਮਣ ਦੀ 420 ਹੈ ਜਿਹੜੀ ਇਹਨੇ ਆਪਣੇ ਆਪ ਨੂੰ ਵੱਡਾ ਲਿਖ ਲਿਆ। ਪ੍ਰੈਕਟੀਕਲੀ ਦੇਖ ਲਓ ਜਾ ਕੇ, ਪੂਜਾ ਇਹਨਾਂ ਦੀ ਹੋ ਰਹੀ, ਛਤਰੀ ਪੂਜਾ ਇਹਨਾਂ ਦੀ ਹੋ ਰਹੀ ਹੈ। ਬ੍ਰਾਹਮਣ ਦਾ ਤਾਂ ਕੋਈ ਬੰਦਾ ਨਹੀਂ ਜਿੱਥੇ ਬ੍ਰਾਹਮਣ ਨੂੰ ਪੂਜਾ ਜਾਂਦਾ ਹੋਵੇ। ਛਤਰੀਆਂ ਦੇ ਮੰਦਰ ਨੇ, ਛਤਰੀਆਂ ਦੀ ਪੂਜਾ ਹੋ ਰਹੀ ਹੈ, ਵੱਡੇ ਹੀ ਨੇ। ਕਿਦੋਂ ਚੋਰ ਛਾੜ ਅਚੋਰ ਕੋ ਗਹਿ, ਸਰਬ ਦਰਬ ਆਕਰਖ ਹੈ। ਕਿਤੇ ਕੀ ਹੋ ਰਿਹਾ ਹੈ? ਚੋਰ ਨੂੰ ਛੱਡ ਦਿੱਤਾ ਜਾਂਦਾ ਹੈ। ਅਚੋਰ ਕੋ ਗਹਿ, ਜਿਹੜਾ ਚੋਰੀ ਨਹੀਂ ਕਰਦਾ ਉਹਨੂੰ ਫੜ ਲਿਆ ਜਾਂਦਾ ਹੈ। ਚੋਰ ਦੀ ਜਗ੍ਹਾ ਹੋਰ ਡੁਪਲੀਕੇਟ ਆਦਮੀ ਨੂੰ ਫੜ ਲੈਣਾ ਔਰ ਉਹ ਤੋਂ ਪੈਸੇ ਲੈ ਲੈਣੇ। ਸਰਬ ਦਰਬ ਆਕਰਖ, ਜਿਵੇਂ ਪਿੱਛੇ ਕਰਿਆ ਆਪਣੇ ਇਹਦੇ ਚ ਅੱਤਵਾਦ ਦੇ ਜ਼ਮਾਨੇ ਚ, ਨਕਲੀ ਆਦਮੀ ਫੜ ਲੈਣਾ, ਸਾਰਾ ਉਹ ਤੋਂ ਦਰਬ ਜਿਹੜਾ ਪੈਸਾ ਲੈ ਕੇ ਫਿਰ ਉਹਨੂੰ ਛੱਡ ਦੇਣਾ। ਚੋਰ ਦੀ ਜਗ੍ਹਾ ਦੂਆ ਆਦਮੀ ਫੜ ਕੇ ਉਹਦੇ ਪੈਸੇ ਲੁੱਟ ਲੈਣੇ। ਇਹੋ ਜਿਹਾ ਕੁਛ ਹੋ ਹੀ ਰਿਹਾ, ਇਹੋ ਜਿਹਾ ਕੁਛ ਹੋਊਗਾ। ਤਿਰਭੰਗੀ ਛੰਦ ਸਭ ਜਗ ਪਾਪੀ, ਕਹੂੰ ਨ ਜਾਪੀ, ਅਥੱਪਣ ਥਾਪੀ ਦੇਸ ਦਿਸੰ। ਸਭ ਜਗ ਪਾਪੀ, ਕਹੂੰ ਨ ਜਾਪੀ। ਜਪ ਕਰਨ ਵਾਲਾ ਕੋਈ ਨਹੀਂ, ਸਮਝ ਵਾਲਾ ਕਹੂੰ ਨ ਜਾਪੀ, ਹਾਂ ਕਿਤੇ ਨਹੀਂ ਹੈਗਾ। ਸਮਝਾ। ਜਪ ਤਪ ਕਰਨ ਵਾਲਾ ਕੋਈ ਨਹੀਂ ਹੈ, ਧਰਮੀ ਕੋਈ ਨਹੀਂ ਹੈ। ਜਾਪੀ ਦਾ ਧਰਮੀ। ਅਥੱਪਣ ਥਾਪੀ ਦੇਸ ਦਿਸੰ। ਅਥੱਪਣ ਥਾਪੀ ਜਿਹੜੀ ਮਰਿਆਦਾ ਕਹੇ ਜੀ ਥਾਪਤੀ, ਗਲਤ ਮਰਿਆਦਾ ਥਾਪਤੀ। ਅਥੱਪਣ ਗਲਤ ਕੰਮ, ਧਾਰਨਾਵਾਂ ਥਾਪਤੀਆਂ ਲੋਕਾਂ ਦੀਆਂ, ਗਲਤ ਮਾਨਤਾਵਾਂ ਥਾਪਤੀਆਂ ਲੋਕਾਂ ਦੇ ਅੰਦਰ। ਜੈ ਤੈ ਮਤਵਾਰੇ ਭਰਵਤ ਭਰਮਾਰੇ, ਮਤ ਨ ਉਜਿਆਰੇ ਬਾਦ ਰਸੰ। ਮਤ ਨਾ ਉਜਾਰੇ, ਸਾਰਿਆਂ ਦੇ ਅੰਦਰ ਹਨੇਰਾ ਚਾਨਣ ਕਿਸੇ ਦੇ ਅੰਦਰ ਨਹੀਂ ਹੈ। ਜਹਾਂ ਤੇ ਭਰਮ ਗਿਆ, ਸਾਰੇ ਭਰਮ ਚ ਭੁੱਲੇ ਹੋਏ ਨੇ। ਮਤ ਨ ਉਜਿਆਰੇ ਬਾਦ ਰਸੰ। ਬਾਦ ਰਿਸਮ, ਬਾਦ ਵਿਵਾਦ ਕਰਦੇ ਨੇ, ਬਾਦ ਵਿਵਾਦ ਦੇ ਵਿੱਚ ਗਲ ਪੈਣ ਨੂੰ ਤਿਆਰ ਨੇ, ਗੁੱਸੇ ਚ ਨੇ, ਮਰਨ ਮਾਰਨ ਨੂੰ ਤਿਆਰ ਹੋ ਜਾਂਦੇ ਨੇ। ਝਗੜੇ ਥੋਂ ਨੇ, ਬਾਦ ਵਿਵਾਦ ਥੋਂ ਨੇ। ਇੱਕ ਮਤ ਕਿਤੇ ਵੀ ਨਹੀਂ,
ਆਪਣੀ ਆਪਣੀ ਮਰਿਆਦਾ ਹੈ, ਆਪਣੀ ਆਪਣੀ ਮੱਤ ਹੈ ਜਗ੍ਹਾ ਜਗ੍ਹਾ। ਕੋਈ ਕਿਸੇ ਦੀ ਮੰਨਦਾ ਨਹੀਂ, ਕੋਈ ਕਿਸੇ ਦੀ ਸੁਣਦਾ ਨਹੀਂ। ਆਪਣੀ ਮੱਤ ਨੂੰ ਹਰੇਕ ਬੜੀ ਪ੍ਰਚਾਰ ਕਰਦਾ ਹੈ, ਔਰ ਝਗੜੇ ਨੂੰ ਤਿਆਰ ਨੇ। ਜੋ ਕਿ ਕਹਿ ਦੇਵੇ ਸਾਡੇ ਐਂ ਕਹਿਤਾ ਹਮਾਰਾ ਜੀ ਇਹ ਆਸथा है, जितने झूठ साबित होता आस्था है। 1 100 करोड़ लोगों की आस्था है, आस्था से जुड़ी हुई बात है। बस इतना बड़ा पखंड की होगा? आस्था च लोग फसाए हुए ने। आस्था ही नास्ता है। गुरबाणी कहती आस्ति नास्ती, आस्ति नास्ती है, नाश करने वाला है। निराश एक पासे निराश कहने हो, सुन समाध कहने दूए पासे आस्ती बनाए हुए ने थोड़े। एक ही पखंड है, आस्ती नास्ती है। आस्था की होती है? आस्था झूठी है, झूठी आस्था चंगी होती है। आस्था भी सच ते चाहिदी है। वो आस्था ही सी जिन्हें गुलाम कराए हो तुसी मुसलमानों दे। वो आस्था नहीं कराए सी गुलाम, वो आस्था गुलाम कराने वाली है जिहड़े लई फिरदे हो। भी देवी आऊगी, देवता आऊगा, प्रगट होऊगा, आपे इहदा नाश कर दूं मुल्कां दा। चंडी आउंदी है, कली वो तलवार लैके पिट जांदी है। कोई चंडी नहीं आउंदी हुंदी तलवार लैके पिटदी हुंदी। अर्थ जो अनर्थ करते, अनर्थ करके देते। बुला लियो फिर बुलाई का देना उनसे चंडी कदे। आस्था है जी सर हमारी। पापन रस राते दुर्मत माते, कुमत्तन दाते मत नेकं। पापन रत राते, पापन रस राते, पापन रस राते, पापां दे रस विच रते हुए ने। दुर्मत माते, दुर्मत, दुर्मत ने सिखाया है गल। दुर्मत, दुर्मत यही गल सिखाती है। आस्था दुर्मत ही है, और की है? पुठी मत कर देनी, गुलाम कराते मुसलमानों दे इन्हां च। वो तो अंग्रेजां ने छड़ाते, तुसीं उत्थों छड़ाए भी अंग्रेजां ने। कुमत्तन दाते मत नेकं। कुमत्तन दाते दिंदे की ने लोकां नूं पुठी मत। दात की दे रहे ने? पुठी मत। मत नेकं, ਉਹਨੂੰ ਨੇਕ ਮਤ ਕਹਿੰਦੇ। पुठी मत की है? कण कण में भगवान है, पुठी मत है। दुनिया कहे के मूर्ति में भगवान नहीं, तो मत मानना ही कुमत है। ये दात है, ये दात है ने इस गल ते। कुमत्तन दाते मत नेकं। मत अनेका मतां ने अड अड। प्रगट गुरां दी देह भी है, वही है मत नेकं। प्रगट गुरां दी देह भी वही है। प्रगट गुरां दी देह है कि ना जोत है दसां दी। जोत और देह कोई बनाती है। जोत और देह कोई फर्क नहीं। कहते जी बहुत देर च असीं मर्यादा बनाई है। की बना के की दिता है? इन्ने साल की मेहनत बनाया की? तुसीं तां शहीद बिलाल पातशाही छेवीं भी कहा सी भी ठीक है पढ़िया करो। उन्होंने तो यह भी कहा सी, उन्होंने तो भाई गुरदास दी 12 नूं कहा सी। अज विचार के देखो भी ठीक ने। कौन सी जिन्होंने रहत मर्यादा बनाई? कख नहीं सी पता गुरबाणी का उन्होंने। थोनू होने वालिਆਂ ਨੂੰ नहीं पता, उन्होंने तो बेचारिਆਂ ਨੂੰ की पता हुंदा। तुसीं दस दो तुहाडे पल्ले की है? बहुत दूर लै गए चक के। वो तो सारे फरौडी सी इकट्ठे होए। फरौडी तुसीं हो। फरौडी दे गोलक चाहिदी सी, उन्होंने गोलक ते कब्जा कर लिया सी उन्होंने, और कुछ नहीं चाहिए। जह तह उठता हवै चित ललचावे, कछु न पावे बिन एकं। जय तय उठता मैं, इधर उधर भजे फिरदे ने। जय तय उठता मैं, कछु ना पावे चित ललचावे। चित ललचा, चित विच लालचा। सारे संत फिरदे नहीं भजे। अकारा कास रखी ने कदे कोई बाहर जाता, किसी मुल्क जाता, चित विच लालच है, भजे फिरदे ने। माया वास्ते भजे फिरदे ने। चित ललचावे कछु ना पावे। धर्म दे विच कुछ भी प्राप्ति नहीं हो रही। कछु न पावे बिन एकं। बिन एकम, जो एक ते बिना, सच ते बिना जो बाकी प्राप्ति है, वो प्राप्ति कोई नहीं। तो साह निकलती सारे वो नाल जाड़ियों दी
ਉਹ ਪ੍ਰਾਪਤੀ ਨਹੀਂ ਹੈ। ਪ੍ਰਾਪਤੀ ਉਹ ਹੈ ਜਿਹੜੀ ਤੁਹਾਡੇ ਕੋਲ ਰਹਿ ਜਾਣੀ ਹੈ, ਪ੍ਰਾਪਤੀ ਉਹ ਹੈ ਜਿਹੜੀ ਨਾਲ ਜਾਣੀ ਹੈ। ਬਾਕੀ ਕੀ ਪ੍ਰਾਪਤੀ ਹੈ? ਬਾਕੀ ਤਾਂ ਕੋਈ ਪ੍ਰਾਪਤੀ ਨਹੀਂ। ਤਜ ਹਰ ਧਰਮੰ ਗਹਿਤ ਕੁਕਰਮੰ ਬਿਨ ਪ੍ਰਭ ਕਰਮੰ ਸਭ ਭਰਮੰ। ਤਜ ਹਰ ਧਰਮ, ਹਰ ਦਾ ਗਹਿਤ ਕੁਕਰਮੰ ਅਸਲੀ ਸੱਚ ਧਰਮ ਛੱਡ ਦਿੱਤਾ, ਹਰੀ ਦਾ ਧਰਮ ਛੱਡਤਾ, ਬ੍ਰਹਮ ਗਿਆਨ ਛੱਡ ਦਿੱਤਾ, ਸੱਚ ਲੈਣਾ ਛੱਡਤਾ, ਸੱਚ ਦੀ ਖੋਜ ਬੰਦ ਕਰਤੀ। ਬਿਨ ਪ੍ਰਭ ਕਰਮੰ ਸਭ ਭਰਮੰ। ਆਦੇ ਪ੍ਰਭ ਕਰਮ ਬਿਨ ਆ ਗਿਆ ਨਾ ਕਰਮ, ਬਿਨ ਪ੍ਰਭ ਕਰਮੰ ਸਭ ਭਰਮੰ। ਕਰਮ ਪ੍ਰਭ ਕਰਦਾ। ਪ੍ਰਭ ਦੀ ਕਿਰਪਾ ਜੇ ਨਹੀਂ ਰਹੀ ਸਾਰਾ ਹੀ ਭਰਮ ਹੈ ਤੁਹਾਡਾ। ਬਿਨ ਪ੍ਰਭ ਕਰਮ ਸਭ ਭਰਮੰ। ਸਭ ਭਰਮ। ਜੇ ਪ੍ਰਭ ਪਰਮੇਸ਼ਰ ਦੀ ਕਿਰਪਾ ਤੁਸੀਂ ਹਾਸਲ ਨਹੀਂ ਕੀਤੀ, ਸਾਰਾ ਹੀ ਤੁਹਾਡਾ ਭਰਮ ਹੈ। ਕੋਈ ਪ੍ਰਾਪਤੀ ਨਹੀਂ ਤੁਹਾਨੂੰ। ਜੋ ਪ੍ਰਾਪਤੀਆਂ ਨੇ ਭਰਮ ਹੈ, ਤੁਹਾਨੂੰ ਪ੍ਰਾਪਤੀ ਹੈ। ਕੋਈ ਪ੍ਰਾਪਤੀ ਨਹੀਂ ਹੈ। दूर हो गए, दुर्मत तो ग्रसे गए, नरकां चले गए बहुत। बुद्ध मारी गई, बिल्कुल बुद्ध खत्म होगी। लागत नहीं तंत्रं फुर्त न मंत्रं चलत न जंत्रं बिन मरमं। ਲਾਗ ਨਾ ਤੰਤਰੰ, ਜਿਹੜੇ ਤਤ ਗਿਆਨ ਨੂੰ ਨਹੀਂ ਲੱਗਦੇ ਨਾ, ਜਿਹੜੇ ਤਤ ਦੀ ਖੋਜ ਨਹੀਂ ਕਰਦੇ, ਤਤ ਨਾਲ ਨਹੀਂ ਜੁੜਦੇ, फुर्त न मंत्रं ਉਹਨਾਂ ਨੂੰ ਗੁਰਬਾਣੀ ਨਹੀਂ ਕਦੇ ਫੁਰੀ, ਮੰਤਰ ਨਹੀਂ ਫੁਰਿਆ। ਉਹਨਾਂ ਦੇ ਅੰਦਰੋਂ ਫੁਰਨਾ ਨਹੀਂ ਉੱਠਿਆ ਗੁਰਮਤ ਦਾ। चलत न ਇਹ ਗੁਰੂ ਅਮਰਦਾਸ ਨੂੰ ਫੁਰਿਆ। ਅਮਰਦਾਸ ਗੁਰ ਕੋ ਫੁਰਿਆ। ਸੋਈ ਨਾਮ ਅਛਲ ਭਗਤਾ ਪਵ ਤਾਰਨ, ਅਮਰਦਾਸ ਗੁਰ ਕੋ ਫੁਰਿਆ। ਇਹ ਮੰਤਰ ਨਹੀਂ ਫੁਰਦਾ ਬਿਨਾਂ ਤਤ ਨਾਲ ਲੱਗੇ ਤੇ ਤਤ ਗਿਆਨ ਹਾਸਲ ਕਰੇ ਤੇ ਤਤ ਨਾਲ ਜੁੜੇ ਤੇ ਬਿਨਾਂ ਕਿਸੇ ਨੂੰ ਅੱਜ ਤੱਕ ਮੰਤਰ ਬਾਣੀ ਨਹੀਂ ਫੁਰੀ। ਗੁਰਬਾਣੀ ਬਾਣੀ ਮੰਤਰ ਮਹਾਂਪੁਰਖਨ ਕੀ, ਇਹ ਮੰਤਰ ਨਹੀਂ ਫੁਰਿਆ ਕਿਸੇ ਨੂੰ। ਭਗਤਾਂ ਨੂੰ ਫੁਰਿਆ। ਅੱਜ ਗੁਰੂਆਂ ਦੇ ਬਾਅਦ ਭੱਟਾਂ ਨੂੰ ਵੀ ਫੁਰਿਆ। ना जंत्रं बिन मरमं। ਜੰਤਰੰ ਬਿਨ ਮਰਮੰ, ਨਾ ਕੋਈ ਜਤਨ ਹੈ। ਮਰਮ ਕੀ ਹੈ? ਜਿਹਨੇ ਭੇਦ ਨਹੀਂ ਜਾਣਿਆ, ਜਿਹਨੇ ਖੋਜਿਆ ਨਹੀਂ, ਜਿਹਨੇ ਆਤਮ ਨਹੀਂ, ਜਿਹਨੇ ਤਨ ਚੋਂ ਮਨ ਨਹੀਂ ਖੋਜਿਆ, ਮਰਮ ਨਹੀਂ ਜਾਣਿਆ, ਉਹਨੂੰ ਮੰਤਰ ਕਿਵੇਂ ਫੁਰੂਗਾ? ਉਹ ਜਤਨ ਦੇ ਬਿਨਾ ਮਰਮ ਨਹੀਂ ਹੈ। ਕੋਈ ਜਤਨ ਵੀ ਕਰ ਰਿਹਾ ਹੋਵੇ, ਪਹਿਲਾਂ ਗੁਰਮਤਿ ਲਵੇ, ਸਮਝੇ, ਤਤ ਨੂੰ ਪਛਾਣੇ, ਮੰਨੇ, ਤੁਰੇ, ਮਨ ਮੰਨ ਜਵੇ। ਜੇ ਮਨ ਮਾਇਆ ਨੂੰ ਮੰਨ ਜਵੇ, ਛੱਡਣ ਨੂੰ ਤੁਰਕੁਟੀ ਛੁੱਟ ਜਵੇ, 10 ਦੁਆਰ ਖੁੱਲ ਜਵੇ, ਫਿਰ ਉੱਥੇ ਜਾ ਕੇ ਟਿਕੇ ਬੈਠੇ ਤਾਂ ਮੰਤਰ ਫੁਰੇ। ਇਹ ਤਾਂ ਜਤਨ ਨਹੀਂ ਹੋ ਰਿਹਾ, ਕੋਈ ਕਰੇ ਨਹੀਂ ਰਿਹਾ। ਜੋ ਇਸ ਤਰ੍ਹਾਂ ਕੋਈ ਤੁਰੇ ਨਹੀਂ ਰਿਹਾ ਤੇ ਬਾਣੀ ਕਿਹਨੂੰ ਫੁਰਨੀ ਸੀ? ਫੁਰਨੀ ਕਿਹਨੂੰ ਸੀ? ਜਿਨ੍ਹਾਂ ਨੇ ਕੁਝ ਕੀਤਾ, ਯਤਨ ਕੀਤਾ, ਉਹਨਾਂ ਨੂੰ ਗੁਰਬਾਣੀ ਫੁਰੀ ਹੈ। ਹੁਣ ਵੀ ਫੁਰੂਗੀ, ਹੁਣ ਵੀ ਫੁਰ ਸਕਦੀ ਹੈ। ਕੋਈ ਐਸੀ ਗੱਲ ਨਹੀਂ ਹੋ ਸਕਦੀ। ਹਰ ਯੁੱਗ ਯੁੱਗ ਭਗਤਾ ਪਾਇਆ, ਭਗਤ ਪੈਦਾ ਹੁੰਦੇ ਰਹੇ ਨੇ, ਹੁੰਦੇ ਰਹਿਣਗੇ, ਕੋਈ ਨਹੀਂ ਰੋਕ ਸਕਦਾ। ਜਪ ਹੈ ਨਾ ਦੇਵੀ ਅਲਖ ਅਭੇਵੀ ਆਦ ਅਜੇਵੀ ਪਰਮ ਜੁਧੀ। ਜਪ ਹੈ ਨਾ ਦੇਵੀ, ਉਹ ਦੇਵੀ ਨੂੰ ਨਹੀਂ ਜਪਦੇ। ਕਿਹੜੀ? ਅਲਖ ਅਭੇਵੀ, ਜਿਹੜੀ ਅੱਖਾਂ ਨੂੰ ਨਹੀਂ ਦਿੰਦੀ। ਇਹ ਤਾਂ ਅੱਖਾਂ ਨੂੰ ਦੇਖਣ ਵਾਲੀ ਦੇਵੀ ਤੇ ਜੁੜੇ ਬੈਠੇ। ਉਹ ਤਾਂ ਅਲਖ ਹੈ, ਅਭੇਵੀ ਹੈ। ਅਭੇਵੀ ਹੈ, ਉਹ ਭੇਦ ਭਾਵ ਨਹੀਂ ਹੈ, ਉਹ ਸਾਰਿਆਂ ਦੀ ਕੋਈ ਹੈ, ਸਾਰੀ ਸ੍ਰਿਸ਼ਟੀ ਨੂੰ ਦੇਣ ਵਾਲੀ ਹੈ ਉਹ ਦੇਵੀ। ਉਹ ਕੀ ਹੈ? ਅਜੇਵੀ ਪਰਮ ਜੁਧੀ। ਉਹ ਕੀ ਹੈ? ਉਹ ਵਿਵੇਕ ਬੁੱਧੀ ਹੈ, ਪਰਮੇਸ਼ਰ ਦੀ ਸ਼ਕਤੀ, ਆਦਿ ਸ਼ਕਤੀ ਹੈ। ਆਦਿ ਸ਼ਕਤੀ, ਆਦ ਅਜੇਵੀ। ਆਦ ਅਜੇਵੀ, ਆਦ ਹੈ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਅਜੇਵੀ, ਅਜੇਵੀ ਉਹਨੂੰ ਕੋਈ ਇਹਨੇ ਜਿੱਤਿਆ ਨਹੀਂ ਹੈ। ਪਰਮ ਜੁਧੀ, ਪਰਮ ਯੁੱਧੀ। ਯੁੱਧ ਕਿਹੜਾ ਕਰਦੀ ਹੈ? ਪਰ ਮਨ ਨੂੰ ਜਿੱਤ ਲੈਂਦੀ ਹੈ। ਮਨ ਦੇ ਜਿੱਤਣ ਵਾਸਤੇ ਉਹੀ ਜਿੱਤ ਸਕਦੀ ਹੈ ਮਨ ਨੂੰ। ਜੇ ਮਨ ਨੂੰ ਜਿੱਤਦੀ ਹੈ, ਸੰਸਾਰ ਨੂੰ ਵੀ ਜਿੱਤ ਲੈਂਦੀ ਹੈ। ਮਨ ਜੀਤੇ ਜਗ ਜੀਤ। ਉਸ ਵੇਲੇ ਜਦੋਂ ਇਹੋ ਜਿਹਾ ਹਾਲਤ ਹੋ ਗਈ, ਸਾਰੇ ਰਾਜੇ ਜਿੰਨੇ ਨੇ ਉਹ ਮਨਮੁਖ ਨੇ, ਤੇ ਉਹਦੇ ਵੀ ਪ੍ਰਗਟ ਹੋ ਕੇ ਜਿੱਤ ਸਕਦੀ ਹੈ ਸਾਰਿਆਂ ਨੂੰ। ਉਹੀ ਹੱਥ ਖੜੇ ਕਰਾ ਸਕਦੀ ਹੈ। ਉਹਦੀ ਕੋਈ ਕਰ ਨਹੀਂ ਰਿਹਾ। ਜਪ ਹੈ ਨਾ ਦੇਵੀ, ਉਹਨੂੰ ਕੋਈ ਜਪ ਨਹੀਂ ਰਿਹਾ। ਅਲਖ ਅਭੇਵੀ, ਉਹਨੂੰ ਜਪਣ ਨਾਲ ਹੀ ਮਸਲਾ ਹੱਲ ਹੋਊ। ਉਹ ਪਲਟਾ ਦਊ ਸਾਰਿਆਂ ਨੂੰ, ਕੱਲੀਓ ਆ ਕੇ। ਉਹ ਕੱਲੀਓ ਪਲਟਾ ਦੇ ਦਿੰਦੀ ਹੈ। ਪਰਮ ਜੁਧੀ, ਪਰਮ ਜੁੱਤੀ। ਉਹਦੀ ਤਲਵਾਰ ਦਾ
ਉਹਦਾ ਕੀ ਹੈ? ਇਦੋਂ ਪਾਰੋਂ ਉਹ ਪਾਰ ਨਾਕਸ ਕਈ ਹਜ਼ਾਰ ਕੋ ਜਾਣੇ ਕਾ ਰਹੀ ਕੰਧਾਰ ਕੋ ਸਦ ਰਹਿਮਤ ਤੇਰੇ ਬਾਰ ਕੋ। ਉਹਦਾ ਇੱਕ ਕੰਧਾਰ ਦੀ ਉਹ ਤਾਂ ਲੱਖਾਂ ਇੱਕੋ ਹੀ ਵਾਰ 'ਚ ਵੱਢ ਕੇ ਪਰੇ ਮਾਰਦੀ ਹੈ। ਲੱਖਾਂ ਆਦਮੀਆਂ ਦੀ ਮਨੌਤ ਇੱਕ ਗੱਲ 'ਚ ਵੱਢ ਕੇ ਪਰੇ ਮਾਰਦੀ ਹੈ। ਪੱਥਰ ਪੂਜਾ ਦੀ ਮਨੌਤ ਕਰੋੜਾਂ ਆਦਮੀ ਦੀ ਹੋਵੇ, ਇੱਕ ਗੱਲ 'ਚ ਵੱਢ ਕੇ ਪਰੇ ਮਾਰੂ। ਇੱਕੋ ਹੀ ਗੱਲ 'ਚ ਵੱਢ ਕੇ ਪਰੇ ਮਾਰੂ। ਸਮਝਦਾਰ ਸਾਰੇ ਮੰਨ ਲੈਣਗੇ। ਸੁਪਰੀਮ ਕੋਰਟ 'ਚ ਲੈ ਜਾਣ ਕੇਸ, ਉੱਥੇ ਸਾਬਤ ਕਰ ਦਾਂਗੇ ਵੀ ਤੁਹਾਡਾ ਠੀਕ ਹੈ, ਝੂਠ ਹੈ, ਸੱਚ ਹੈ। ਝੂਠ ਤੇ ਬੈਨ ਲੱਗਣਾ ਚਾਹੀਦਾ ਸਰਕਾਰੀ ਤੌਰ ਤੇ। ਬਲੈਕਮੇਲ ਕਰਨਾ ਧਰਮ ਦੇ ਨਾਂ ਤੇ ਬੈਨ ਲੱਗਣਾ ਚਾਹੀਦਾ। ਤੇ ਜੇ ਸਰਕਾਰਾਂ ਬੈਨ ਲਾ ਦੇਣ, ਡੇਢ 'ਚ ਮਾਰ ਲੈਣ ਚੱਕ ਕੇ, ਪੁੱਠੇ ਲੜਕਾ ਦੇਣ, ਆਪੇ ਬਣ ਜਾਣਗੇ ਡਾਂਗ ਵੱਜੀ ਤੇ ਵੀ ਇਹ ਤਾਂ ਅਸੀਂ ਤਾਂ ਐਵੇਂ ਕਰਦੇ ਹਾਂ। ਵੀ ਲਿਆਓ ਬਈ ਤੁਹਾਡਾ ਜਿਹੜੀ ਸ਼ਕਤੀ ਹੈ ਦਿਖਾਓ, ਤੁਸੀਂ ਸਭ ਤੋਂ ਕੋਈ ਸ਼ਕਤੀ ਦਿਖਾਓ। ਦੁਨੀਆ ਨੂੰ ਗੁੰਮਰਾਹ ਕਰਦੇ ਹੋ ਵੀ ਸ਼ਕਤੀ ਹੈ ਨਹੀਂ। ਸੰਤਾਂ ਕੋਲ ਸ਼ਕਤੀ ਸੀ, ਅਗਲਿਆਂ ਨੇ ਕਬੀਰ ਨੂੰ ਬੰਨ੍ਹ ਕੇ ਉਹਦੇ ਹਾਥੀ ਮੂਹਰੇ ਪਾ ਦਿੱਤਾ, ਨਾਮਦੇਵ ਨੂੰ ਹਾਥੀ ਮੂਹਰੇ ਸੁੱਟਿਆ। ਕੋਈ ਕਰਾਮਾਤ ਵੀ ਦਿਖਾਓ। ਕਿਸੇ ਨੇ ਬੰਦ ਕਟਾਇਆ, ਤੁਸੀਂ ਸੂਈ ਵਿੱਚ ਭੋ ਕੇ ਤੁਹਾਡੇ ਦੇਖ ਲਏ ਤੜਫੋਗੇ। ਸਭ ਪਖੰਡ ਕਰਦੇ ਨੇ। ਇੱਕ ਮਿੰਟ ਦਾ ਰੋਣ ਲੱਗ ਜਾਂਦੇ ਨੇ, ਰੋਣ ਲੱਗ ਜਾਂਦੇ ਨੇ ਸਟੇਜਾਂ ਤੇ ਬੈਠ ਕੇ। ਕੁਬੁੱਧਣ ਤਨ ਰਾਚੇ ਕਹਿਤ ਨ ਸਾਚੇ ਪ੍ਰਭੇ ਨ ਜਾਚੇ ਤਮਕ ਬੁੱਧੀ। ਕਬੁੱਧਣ ਤਨ ਰਾਚੇ, ਕਬੁੱਧੀ ਨਾਲ ਰਚੇ ਹੋਏ ਨੇ। ਕਬੁੱਧ ਪ੍ਰਧਾਨ ਇਹਨਾਂ 'ਚ ਪੁੱਠੀ ਬੁੱਧੀ ਹੋਈ ਹੈ। ਕਹਿਤ ਨ ਸਾਚੇ, ਸੱਚ ਕਾਹਦੇ ਬੋਲਣਗੇ? ਸੱਚ ਨਹੀਂ ਬੋਲਦੇ। ਪ੍ਰਭੇ ਨ ਜਾਚੇ, ਰੱਬ ਤੋਂ ਨਹੀਂ ਮੰਗਦੇ, ਲੋਕਾਂ ਤੋਂ ਮੰਗਦੇ ਨੇ। ਉਹ ਦੁਨੀਆ ਤੋਂ ਕਾਹਦੇ ਮੰਗਦੇ ਨੇ? ਇਹ ਤਾਂ ਦੁਨੀਆ ਦੇ ਮੰਗਤੇ ਨੇ, ਲੋਕਾਂ ਦੇ ਚੇਲਿਆਂ ਦੇ। ਪ੍ਰਭ ਤੋਂ ਮੰਗਣ, ਦੁਨੀਆ ਨੂੰ ਕਹਿੰਦੇ ਨੇ ਪ੍ਰਭ ਸੇ ਮਿਲਤਾ ਹੈ। ਤੈਨੂੰ ਕਿਉਂ ਨਹੀਂ ਮਿਲਦਾ ਪ੍ਰਭ ਸੇ? ਤੁਸੀਂ ਮੁਲਜ਼ਮ ਹੋ ਪ੍ਰਭ ਦੇ। ਇਹ ਮੁਲਜ਼ਮ ਨੇ ਪ੍ਰਭ ਦੇ, ਇਹਨਾਂ ਨੂੰ ਨਹੀਂ ਦਿੰਦਾ ਉਹ ਕਹਿੰਦਾ ਵੀ ਤੁਸੀਂ ਨਹੀਂ ਹੈਗੇ ਮੁਲਜ਼ਮ, ਤੁਸੀਂ ਆਦਮੀ ਠੀਕ ਹੋ, ਵਧੀਆ, ਤੁਹਾਨੂੰ ਤਾਂ ਰੱਬ ਦਿੰਦਾ, ਸਾਨੂੰ ਦਿੰਦਾ ਨਹੀਂ, ਅਸੀਂ ਮੁਲਜ਼ਮ। ਝੂਠ ਬੋਲਦੇ ਆ, ਫਰੇਬੀ ਆ, ਤੁਸੀਂ ਸਾਨੂੰ ਦਿਓ ਆਪਣੇ ਹਿੱਸੇ ਥੋੜ੍ਹਾ ਥੋੜ੍ਹਾ। ਉਹਨਾਂ ਤੋਂ ਲਈ ਜਾਂਦੇ ਨੇ। ਤਮਕ ਬੁੱਧੀ, ਤਮਕ ਬੁੱਧੀ, ਤਮੋ ਗੁਣੀ ਬੁੱਧੀ ਹੈ। ਮਾਇਆ ਦੀ ਭੁੱਖ ਹੈ ਜਿਹੜੀ ਬੁੱਧੀ 'ਚ, ਉਹ ਤਮਕ ਬੁੱਧੀ। ਉਹ ਤਮਕ ਬੁੱਧੀ, ਤਮੋ ਗੁਣੀ ਬੁੱਧੀ ਹੈ। ਤਮੋ ਗੁਣੀ ਸਭ ਤੋਂ ਨੀਚ ਬੁੱਧੀ ਨੂੰ ਕਹਿੰਦੇ ਨੇ। ਜਿਹੜੀ ਨੀਚ ਬੁੱਧੀ ਹੈ ਤਮੋ ਗੁਣੀ ਹੁੰਦੀ ਹੈ। ਜਿਹੜੀ ਇਹ ਨੀਚ ਕਹਿੰਦੇ ਚੰਡਾਲ ਬੁੱਧੀ, ਉਹਨੂੰ ਤਮੋ ਗੁਣੀ ਕਹਿੰਦੇ ਨੇ। ਤਮਕ ਬੁੱਧੀ।